गुरु खालसा साध संगत जीओ। वाहिगुरु जी का खालसा वाहिगुरु जी की फतेह। उस्ताद मेहर सिंह होरां ने जो सिद्धांतक स्पष्टता लियांदी है उस विचों कुछ गल्लां दी मेरे परचे विच भी रैपीटिशन होएगी, क्योंकि ये साडे लई एक नवां सबजैक्ट है तो ये जिहड़े सिद्धांतक पक्ष नूं स्पष्ट करदिआं बहुत सारियां गल्लां सानूं बार बार करनियां पैणगीआं। जिवें उस्ताद जी गल करके गए है कि जी टर्मीनोलॉजी है वो किसी कल्चर नाल संबंधित हुंदी है। जिवें विग्यानक खोज जिहड़ी आ वो यूरोपीयन कल्चर च होई ते जिहड़ा ਉਹਦੇ ਵਿੱਚ ਚੀਜ਼ਾਂ ਦਾ ਨਾਮਕਰਨ ਹੋਇਆ, ਸੰਕਲਪ ਘੜੇ ਗਏ, ਨਵੀਆਂ ਕਾਢਾਂ ਦੇ ਨਵੀਆਂ ਖੋਜਾਂ ਦੇ ਨਾਂ ਰੱਖੇ ਗਏ, ਉਹ ਉੱਥੋਂ ਦੀ ਭਾਸ਼ਾ ਮੁਤਾਬਕ ਰੱਖੇ ਗਏ। ਪ੍ਰਮੁੱਖ ਰੂਪ ਵਿੱਚ ਅੰਗਰੇਜ਼ੀ ਹੈ ਜਿਹਦੇ ਆਧਾਰ ਦੇ ਵਿੱਚ ਲਤੀਨੀ ਅਤੇ ਯੂਨਾਨੀ ਭਾਸ਼ਾਵਾਂ, ਜਿਹਨੂੰ ਗਲੋਬਲਾਈਜੇਸ਼ਨ ਦੇ ਪੈਰਲਲ ਡੈਰੀਦਾ ਨੇ ਗਲੋਬਲ ਲੈਟਿਨਾਈਜੇਸ਼ਨ ਕਿਹਾ ਵੀ ਜਿਹੜੇ ਲਤੀਨੀ ਕਨਸੈਪਟ ਸੀਗੇ ਉਹਨਾਂ ਨੂੰ ਗਲੋਬਲਾਈਜ਼ ਕੀਤਾ ਗਿਆ, ਜਾਂ ਲਤੀਨੀ ਜਿਹੜੀ ਸਪਿਰਿਟ ਆ, ਗਰੀਕ ਸਪਿਰਿਟ ਆ, ਉਹਨੂੰ ਗਲੋਬਲਾਈਜ਼ ਕੀਤਾ ਗਿਆ ਇਹਦੇ ਰਾਹੀਂ। ਬੇਸਿਕਲੀ ਇਹ ਵੈਸਟਰਨ ਫਿਲਾਸਫੀ ਦੀ ਹਿਸਟਰੀ ਨਾਲ ਸੰਬੰਧਿਤ ਗੱਲ ਹੈ ਕਿ ਜਿਹੜੇ ਪੱਛਮੀ ਫਲਸਫਾ ਆ ਉਹਦਾ ਇਤਿਹਾਸ ਕਿਵੇਂ ਚੱਲਦਾ ਆ, ਉਹਦੇ ਵਿੱਚ ਕਿਹੜੀਆਂ ਕਿਹੜੀਆਂ ਸੱਭਿਅਤਾਵਾਂ, ਕਿਹੜੇ ਮੁਲਕ ਕੀ ਯੋਗਦਾਨ ਪਾਉਂਦੇ ਆ, ਉਹ ਇੱਕ ਵੱਖਰਾ ਖੋਜ ਦਾ ਵਿਸ਼ਾ ਆ। ਸੋ ਮੈਂ ਟਰਮੀਨੋਲੋਜੀ ਦੀ ਗੱਲ ਕਰ ਰਿਹਾ ਕਿ ਟਰਮੀਨੋਲੋਜੀ ਜਿਹੜੀ ਆ, ਜਿਵੇਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਪੰਜਾਬੀ ਵਿੱਚ ਉਵੇਂ ਹੀ ਵਰਤ ਰਹੇ ਹਾਂ, ਕਾਰ, ਇੰਜਨ, ਸਟੀਅਰਿੰਗ, ਟਾਇਰ, ਬਹੁਤ ਸਾਰੇ ਐਸੇ ਸ਼ਬਦ ਜਿਹੜੇ ਸਾਨੂੰ ਆਪਣੇ ਹੀ ਲੱਗਦੇ, ਪਰ ਜਿਹੜੀਆਂ ਖੋਜਾਂ ਜਿਸ ਕਲਚਰ ਵਿੱਚ ਹੋਈਆਂ ਉਹਨਾਂ ਨੇ ਉਹਦੇ ਨਾਂ ਰੱਖੇ। ਜਿਹੜੀਆਂ ਚੀਜ਼ਾਂ ਸਾਡੇ ਇੱਥੇ ਪੈਦਾ ਹੋਈਆਂ ਉਹਦੇ ਅਸੀਂ ਨਾਂ ਰੱਖੇ, ਉਹਨਾਂ ਲਈ ਸ਼ਬਦ ਸਾਡੀ ਭਾਸ਼ਾ ਵਿੱਚੋਂ, ਸਾਡੇ ਆਪਣੇ ਅਨੁਭਵ ਵਿੱਚੋਂ ਪੈਦਾ ਹੋਏ। ਦੂਸਰਾ ਸਟੈਪ ਹੈਗਾ ਕਨਸੈਪਚੁਲਾਈਜੇਸ਼ਨ ਦਾ। ਜਿਹੜੇ ਕੌਨਸੈਪਟ ਬਣਦੇ ਆ ਉਹ ਵੀ ਇੱਕ ਅੰਦਰੂਨੀ ਪ੍ਰੋਸੈਸ ਹੈ ਜਿਹਦੇ ਨਾਲ ਬਣਦੇ ਆ। ਸੋ ਉਹਦੇ ਪਿੱਛੇ ਬਹੁਤ ਸਾਰੇ ਹੋਰ ਸੂਖਮ ਪ੍ਰਣਾਲੀਆਂ ਕਾਰਜਸ਼ੀਲ ਹੁੰਦੀਆਂ। ਤੋ ਕਨਸੈਪਟ ਵੀ ਬਹੁਤ ਸਾਰੇ ਵਿਸ਼ਿਆਂ ਦੀ ਡੈਫੀਨੇਸ਼ਨ ਦੇਣ ਲਈ, ਬਹੁਤ ਸਾਰੇ ਵਿਸ਼ਿਆਂ ਨੂੰ ਸਪਸ਼ਟ ਕਰਨ ਲਈ ਕਨਸੈਪਟ ਬਣਦੇ ਆ। ਜਦੋਂ ਯੂਰਪੀਅਨ ਲੋਕ ਇੱਥੇ ਆਏ ਤਾਂ ਇੱਥੋਂ ਦੇ ਜਿਹੜੇ ਨੇਟਿਵ ਕਲਚਰਸ ਆ, ਇੱਥੋਂ ਦੇ ਜਿਹੜੇ ਧਰਮ ਆ, ਉਹਦੀ ਵਿਆਖਿਆ ਲਈ ਉਹਨਾਂ ਨੇ ਆਪਣੀ ਟਰਮੀਨੋਲੋਜੀ ਅਤੇ ਆਪਣੇ ਕੌਨਸੈਪਟ ਯੂਜ਼ ਕੀਤੇ, ਜਿਹੜੇ ਜ਼ਰੂਰੀ ਨਹੀਂ ਕਿ ਸਾਡੇ ਨਾਲ ਪੂਰਾ ਨਿਆਂ ਕਰਦੇ ਹੋਣ। ਔਰ ਉਹਦੇ ਪਿੱਛੇ ਬਹੁਤ ਸੂਖਮ ਪੋਲੀਟੀਕਲ ਜਿਹੜੇ ਮੁਫਾਦ ਆ ਉਹ ਵੀ ਕੰਮ ਕਰਦੇ, ਜਿਹਦੇ ਵੱਲ ਉਸਤਾਦ ਸਾਹਿਬ ਨੇ ਇਸ਼ਾਰਾ ਕੀਤਾ। ਇੱਕ ਹੋਰ ਛੋਟੀ ਜਿਹੀ ਗੱਲ ਕਿ ਪੱਛਮੀ ਫਲਸਫੇ ਦੇ ਵਿੱਚ ਵਰਲਡ ਵਿਊ ਬੜੀ ਇੱਕ ਇੰਪੋਰਟੈਂਟ ਚੀਜ਼ ਹੈ। ਪੱਛਮੀ ਫਲਸਫੇ ਦੇ ਵਿੱਚ ਇੱਕ ਧਾਰਨਾ ਹੈ ਕਿ ਕੋਈ ਵੀ ਕਨਸੈਪਟ ਜੇ ਤੁਸੀਂ ਸਪਸ਼ਟ ਕਰਨਾ ਆ ਤਾਂ ਉਹਨੂੰ ਪੂਰੇ ਗਲੋਬ ਦੇ ਸੰਦਰਭ ਵਿੱਚ ਰੱਖ ਕੇ ਉਹਨੂੰ ਸਪਸ਼ਟ ਕੀਤਾ ਜਾਵੇ। ਸੋ ਇਸ ਕਰਕੇ ਉਹ ਹਰ ਸਬਜੈਕਟ ਨੂੰ ਇੱਕ ਪਰਟੀਕੂਲਰ ਵਰਲਡ ਵਿਊ ਦੇ ਹਿਸਾਬ ਨਾਲ ਇੰਟਰਪ੍ਰੈਟ ਕਰਦੇ ਆ। ਅਤੇ ਉਹ ਜਿਹੜਾ ਵਰਲਡ ਵਿਊ ਉਹਨਾਂ ਨੇ ਬਣਾਇਆ ਉਹਦੇ ਵਿੱਚ ਜਿਹੜਾ ਯੂਰੋਸੈਂਟਰਿਜ਼ਮ ਆ, ਵੀ ਯੂਰਪ ਜਿਹੜਾ ਆ ਉਹਨੂੰ ਕੇਂਦਰ ਵਿੱਚ ਰੱਖ ਕੇ ਵਰਲਡ ਵਿਊ ਬਣਾਇਆ। ਜਿਹੜੀ ਹੀਗਲ ਨੇ ਲੈਕਚਰਸ ਔਨ ਫਿਲਾਸਫੀ ਆਫ ਹਿਸਟਰੀ ਕਿਤਾਬ ਲਿਖੀ ਆ, ਜਾਂ ਉਹਦੇ ਲੈਕਚਰਸ ਨੇ, ਉਹਦੇ ਵਿੱਚ ਉਹਨੇ ਯੂਰਪ ਨੂੰ ਕੇਂਦਰ ਵਿੱਚ ਰੱਖਿਆ ਅਤੇ ਬਾਕੀ ਸਾਰੇ ਸੰਸਾਰ ਦੇ ਧਰਮਾਂ ਨੂੰ, ਲੋਕਾਂ ਨੂੰ ਪੈਰੀਫੇਰੀ 'ਤੇ ਰੱਖਿਆ। ਉਸ ਕੇਂਦਰ ਦੇ ਦੁਆਲੇ ਜਿਹੜਾ ਚੱਕਰ ਬਣ ਰਿਹਾ ਉਹਦੀ ਪੈਰੀਫੇਰੀ 'ਤੇ ਰੱਖਿਆ। ਸੋ ਇਹ ਜਦੋਂ ਯੂਰਪ ਦੀ
ਟਰਮੀਨੋਲੋਜੀ ਕੰਸੈਪਚੁਅਲ ਜਿਹੜੀ ਫਾਰਮੇਸ਼ਨ ਆ ਇਹ ਇੱਥੋਂ ਦੇ ਧਰਮਾਂ ਨੂੰ ਇੰਟਰਪ੍ਰੈਟ ਕਰਦੀ ਆ, ਤਾਂ ਬਹੁਤ ਸਾਰੀਆਂ ਚੀਜ਼ਾਂ ਉਹ ਆਪਣੇ ਮੁਤਾਬਕ, ਆਪਣੀ ਲੋੜ ਮੁਤਾਬਕ, ਆਪਣੀਆਂ ਪੋਲਿਸੀਜ਼ ਮੁਤਾਬਕ ਬਣਾਉਂਦੀ ਹੈ। ਸੋ ਇੱਕ ਹੋਰ ਛੋਟਾ ਜਿਹਾ ਨੁਕਤਾ ਹੈ ਕਿ ਅੱਜ ਕੱਲ੍ਹ ਅਸੀਂ ਸ਼ਬਦ ਵਰਤਦੇ ਹਾਂ ਈਸਟ ਅਤੇ ਵੈਸਟ। ਇਹ ਜੋ ਵੈਸਟ ਹੈ ਇਹ ਪਹਿਲਾਂ ਯੂਰਪ ਸੀ, ਯੂਰਪ ਨੇ ਹੀ ਵੈਸਟ ਦਾ ਰੂਪ ਲਿਆ। ਯੂਰਪ ਨੇ ਆਪਣੇ ਆਪ ਨੂੰ ਵੈਸਟ ਕਿਸ ਪੁਆਇੰਟ 'ਤੇ ਆ ਕੇ ਕਿਹਾ ਅਤੇ ਦੂਸਰਿਆਂ ਨੂੰ ਤਸਲੀਮ ਕਰਵਾਇਆ, ਇਹ ਸਾਡੇ ਲਈ ਇੱਕ ਇੰਪੋਰਟੈਂਟ ਕੁਐਸਚਨ ਹੈ, ਜਿਹਦੀ ਸਮਝ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਜਿਨ੍ਹਾਂ ਨਾਲ ਅਸੀਂ ਅੱਜ ਜੂਝ ਰਹੇ ਹਾਂ ਉਹਨਾਂ ਦੇ ਜਿਹੜੇ ਹੱਲ ਜਾਂ ਉਹਨਾਂ ਦੀ ਸਮਝ ਹੈ ਉਹ ਪੈਦਾ ਹੋ ਸਕਦੀ। ਦੂਸਰੀ ਗੱਲ ਕਿ ਹਰ ਚੀਜ਼ ਦਾ ਇੱਕ ਪ੍ਰਭਾਵ ਖੇਤਰ ਹੁੰਦਾ। ਜਿਸ ਤਰ੍ਹਾਂ ਇਹ ਬਲਬ ਜਗ ਰਿਹਾ, ਇਹਦਾ ਇੱਕ ਪ੍ਰਭਾਵ ਖੇਤਰ ਹੈ, ਉਸ ਤੋਂ ਅੱਗੇ ਇਹ ਬਲਬ ਦਾ ਪ੍ਰਭਾਵ ਖੇਤਰ ਖਤਮ ਹੋ ਜਾਂਦਾ, ਉੱਥੇ ਫਿਰ ਹਨੇਰਾ ਹੋਏਗਾ, ਉੱਥੇ ਜਾ ਕੇ ਬਲਬ ਦੁਬਾਰਾ ਨਵੇਂ ਸਿਰੇ ਇੱਕ ਹੋਰ ਬਲਬ ਲਾਉਣਾ ਪਏਗਾ, ਉਹਦਾ ਫਿਰ ਨਵਾਂ ਇੱਕ ਪ੍ਰਭਾਵ ਖੇਤਰ ਹੋਏਗਾ। ਸੋ ਯੂਰਪ ਵਿੱਚ ਜਿਹੜੀ ਚੀਜ਼ਾਂ ਪੈਦਾ ਹੋਈਆਂ ਉਹ ਹਿੰਦੁਸਤਾਨ ਵਿੱਚ ਆਈਆਂ ਔਰ ਹੂਬਹੂ ਉਹਨਾਂ ਨੂੰ ਇੱਕ ਐਜੂਕੇਸ਼ਨ ਸਿਸਟਮ ਰਾਹੀਂ ਇੱਥੋਂ ਦੇ ਲੋਕਾਂ ਨੂੰ ਸਿਖਾਇਆ ਗਿਆ ਔਰ ਇਹਨਾਂ ਲੋਕਾਂ ਨੇ ਉਹਨੂੰ ਸਿੱਖ ਕੇ ਉਹਦਾ ਪ੍ਰਭਾਵ ਗ੍ਰਹਿਣ ਕੀਤਾ। ਸੋ ਇਹ ਕੁਝ ਇੱਕ ਸਮੱਸਿਆਵਾਂ ਹਨ ਜਿਨ੍ਹਾਂ ਨਾਲ ਅਸੀਂ ਦੋ ਚਾਰ ਹੋ ਰਹੇ ਹਾਂ। ਸੋ ਮੈਂ ਆਪਣਾ ਪਰਚਾ ਲਿਖਤੀ ਰੂਪ ਵਿੱਚ ਹੀ ਪੜ੍ਹਾਂਗਾ। ਆਧੁਨਿਕਤਾ ਅਤੇ ਸਿੱਖ ਧਰਮ ਦੀ ਵਿਆਖਿਆ ਦੇ ਨਵੀਨ ਰੁਝਾਨ। ਇਹਦੇ ਵਿੱਚ ਕੁਝ ਇੱਕ ਕੌਨਸੈਪਟਸ ਨੇ ਜਿਨ੍ਹਾਂ ਬਾਰੇ ਰਾਜਮੇਰ ਸਿੰਘ ਹੋਰਾਂ ਵੀ ਕਲੈਰਿਟੀ ਦਿੱਤੀ ਹੈ, ਕੁਝ ਇੱਕ ਚੀਜ਼ਾਂ ਮੈਂ ਵੀ ਉਹਦੇ ਬਾਰੇ ਕਹਿਣੀਆਂ ਚਾਹਾਂਗਾ। ਆਧੁਨਿਕਤਾ ਇੱਕ ਪਛਾਣ ਅਤੇ ਮਾਨਸਿਕ ਰੌਂ ਵਜੋਂ ਯੂਰਪ ਵਿੱਚ ਉਪਜਿਆ ਇੱਕ ਅਜਿਹਾ ਵਰਤਾਰਾ ਹੈ ਜਿਸ ਨੇ ਨਿਰਧਾਰਤ ਸਮਾਜ ਸੱਭਿਆਚਾਰਕ ਆਦਰਸ਼ਾਂ ਅਧੀਨ ਨਵਾਂ ਸੰਸਾਰ ਸਿਰਜਿਆ। ਇਹ ਵਰਤਾਰਾ ਪੱਛਮੀ ਦਰਸ਼ਨ ਇਤਿਹਾਸ ਦੀ ਲੰਮੀ ਅੰਤਰ ਪ੍ਰਕਿਰਿਆ ਦੇ ਅੰਦਰ ਹੀ ਅੰਦਰ ਰਸੀਣ ਨਾਲ ਪੈਦਾ ਹੋਇਆ ਫਲ ਹੈ। ਇਸ ਵਰਤਾਰੇ ਦੀ ਸਿਰਜਣ ਪ੍ਰਕਿਰਿਆ ਵਿੱਚ ਲਗਭਗ 4 ਸਦੀਆਂ ਲੱਗੀਆਂ ਅਤੇ ਵਿਭਿੰਨ ਵਿਦਵਾਨ ਇਸ ਦਿਸ਼ਾ ਵਿੱਚ ਕਾਰਜਸ਼ੀਲ ਰਹੇ। ਉਂਝ ਪੱਛਮੀ ਫਲਸਫੇ ਦਾ ਜਿਹੜਾ ਇਤਿਹਾਸ ਹੈ ਉਹ ਲਗਭਗ 2600 ਸਾਲ ਦਾ ਹੈ। ਲਗਭਗ 2600 ਸਾਲ ਦਾ ਜਿਹੜਾ ਡਾਕੂਮੈਂਟਡ ਇਤਿਹਾਸ ਆ ਉਹਨਾਂ ਦਾ ਉਹ ਉਪਲਬਧ ਆ ਔਰ ਉਹਦੇ ਉੱਪਰ ਜਿਹੜੀਆਂ ਵੱਖ-ਵੱਖ ਵਿਦਵਾਨਾਂ ਦੀਆਂ ਕਿਤਾਬਾਂ ਨੇ ਉਹ ਇੱਕ ਸੀਰੀਜ਼ ਦੇ ਵਿੱਚ ਹਿਸਟਰੀ ਆਫ ਵੈਸਟਰਨ ਫਿਲਾਸਫੀ ਰਾਊਟਲੇਜ ਨੇ ਛਾਪੀ ਹੋਈ ਹੈ। ਉਹਦੇ ਵਿੱਚੋਂ ਜਿਹੜਾ 400 ਸਾਲ ਹੈ ਉਹ ਪਰਟੀਕੂਲਰ ਐਨਲਾਈਟਨਮੈਂਟ ਦਾ, ਯੂਰਪਨਾਈਜੇਸ਼ਨ ਦਾ, ਮਾਡਰਨਿਟੀ ਦਾ ਜਿਹੜਾ ਇੱਕ ਪ੍ਰੋਸੈਸ ਆ ਉਹ ਲਗਭਗ 400 ਸਾਲ ਦਾ ਬਣਦਾ, ਜਿਹੜਾ 1400 ਸਨ ਤੋਂ ਬਾਅਦ ਸ਼ੁਰੂ ਹੋਇਆ। ਵਿਭਿੰਨ ਵਿਦਵਾਨ ਇਸ ਵਿੱਚ ਕਾਰਜਸ਼ੀਲ ਰਹੇ। ਆਧੁਨਿਕਤਾ ਨੂੰ ਇੱਕ ਪ੍ਰਕਿਰਿਆ ਵਜੋਂ ਸਮਝਦਿਆਂ ਇਸ ਵਿੱਚ ਸਰਗਰਮ ਭੂਮਿਕਾ ਅਦਾ ਕਰਨ ਵਾਲੇ ਕੁਝ ਇੱਕ ਸੰਕਲਪਾਂ ਅਤੇ ਧਾਰਨਾਵਾਂ ਨੂੰ ਵਿਚਾਰਿਆ ਜਾ ਸਕਦਾ ਹੈ, ਜਿਨ੍ਹਾਂ 'ਚੋਂ ਪਹਿਲੀ ਹੈ ਵਿਗਿਆਨਵਾਦ, ਸਾਇੰਟਿਜ਼ਮ। ਇੱਕ ਹੈ ਵਿਗਿਆਨ। ਵਿਗਿਆਨ ਹੋਰ ਚੀਜ਼ ਹੈ, ਵਿਗਿਆਨਵਾਦ ਹੋਰ ਚੀਜ਼ ਹੈ। ਵਿਗਿਆਨਵਾਦ ਇੱਕ ਅਜਿਹਾ ਵਿਸ਼ਵਾਸ ਹੈ ਜਿਸ ਅਨੁਸਾਰ ਵਿਗਿਆਨਕ ਵਿਧੀ ਅਤੇ ਪਹੁੰਚ ਨਿੱਕੇ ਤੋਂ ਨਿੱਕੇ ਵਰਤਾਰੇ ਤੋਂ ਲੈ ਕੇ ਬ੍ਰਹਿਮੰਡੀ ਪੱਧਰ ਤੱਕ ਇਕਸਾਰ ਲਾਗੂ ਹੋ ਸਕਦੀ ਹੈ ਕਿ ਸੰਸਾਰ ਦੇ ਸਾਰੇ ਸਬਜੈਕਟ ਵਿਗਿਆਨਕ ਤਰੀਕੇ ਨਾਲ ਸਮਝੇ ਅਤੇ ਵਿਆਖਿਆਏ ਜਾ ਸਕਦੇ ਹਨ। ਇਸ ਝੁਕਾਅ ਵਿੱਚ ਇਹ ਧਾਰਨਾ ਵੀ ਕੰਮ ਕਰਦੀ ਹੈ ਕਿ ਇੰਦਰਿਆਵੀ ਗਿਆਨ ਉੱਪਰ ਉਸਰਿਆ ਵਿਗਿਆਨ ਹੀ ਵਧੇਰੇ ਵਿਸ਼ਵਾਸਪੂਰਨ, ਮੌਲਿਕ ਅਤੇ ਅਸਲੀ ਹੁੰਦਾ ਹੈ। ਜਿਹੜੀ ਅੰਪੀਰੀਕਲ ਨੌਲੇਜ ਹੈ, ਜਿਹੜੀ ਇੰਦਰੀਆਂ ਦੁਆਰਾ ਗ੍ਰਹਿਣ ਕੀਤੀ ਗਈ ਨੌਲੇਜ ਹੈ, ਉਹੀ ਵਿਸ਼ਵਾਸਪੂਰਨ ਹੈ। ਜਿਹੜੀ ਨੌਲੇਜ ਤੁਸੀਂ ਆਪ ਆਪਣੀਆਂ ਇੰਦਰੀਆਂ ਨਾਲ ਗ੍ਰਹਿਣ ਨਹੀਂ ਕੀਤੀ, ਜਿਹੜੀਆਂ 5 ਗਿਆਨ ਇੰਦਰੀਆਂ ਮੰਨੀਆਂ ਜਾਂਦੀਆਂ, ਦਿੱਤੀਆਂ ਗਈਆਂ, ਜਿਹੜੀਆਂ ਉਹਦੇ ਨਾਲ ਗਿਆਨ ਨਹੀਂ ਗ੍ਰਹਿਣ ਕੀਤਾ, ਉਹ ਮੰਨਣਯੋਗ ਨਹੀਂ ਹੈ। ਇਹ ਇੱਕ ਬੜੀ ਪ੍ਰਬਲ ਧਾਰਨਾ ਇਹਦੇ ਵਿੱਚ ਕੰਮ ਕਰਦੀ ਹੈ। ਇਸ ਸਿਧਾਂਤ ਦੇ ਮੰਨਣ ਵਾਲੇ ਵਿਗਿਆਨਕ ਵਿਧੀ ਨੂੰ ਵਧੇਰੇ ਪ੍ਰਣਾਲੀਬੱਧ ਯਤਨ ਮੰਨਦੇ ਹਨ ਜੋ ਸੰਸਾਰ ਅਤੇ ਵਸਤੂਆਂ ਦਾ ਪਰਖ ਦੀ ਕਸਵੱਟੀ 'ਤੇ ਪੂਰਾ ਉੱਤਰ ਦਾ ਗਿਆਨ ਪ੍ਰਦਾਨ ਕਰਨ ਦੇ ਸਮਰੱਥ ਹੈ। ਸੋ ਸਿਸਟਮ, ਨੌਲੇਜ ਦਾ ਸਿਸਟਮ
बड़ी इंपॉर्टेंट चीज़ है जिहड़ा विज्ञानवाद है उहदे विच कि जिस सबजैक्ट का ज्ञान एक सिस्टमैटिक रूप में समझिया तो समझाया नहीं जा सकता, उस ज्ञान नूं विज्ञानक ज्ञान नहीं कहा जा सकता। सो विज्ञानक ज्ञान का मतलब है कि सिस्टम जिहदे स्टैप्स होंदे आ, उहदी अगलियां होर चीज़ां जिहड़ियां अगे आ जाणगियां। इस सिद्धांत नूं मनण वाले विज्ञानक विधि नूं वधेरे प्रणालीबद्ध यतन मनते हैं जो संसार ते वस्तुओं का परख की कसवट्टी ते पूरा उतरदा ज्ञान प्रदान करने दे समर्थ है। इस तरह एक अजिही दृष्टि जां विश्व दृष्टि बनती है जो बाकी विश्व दृष्टियां की थां लैण का दावा करती है। सो विज्ञानवाद भी एक विश्व दृष्टि है जिन्हें तकरीबन हर सबजैक्ट नूं इंटरप्रैट करने की कोशिश की है। दूसरा संकल्प जां धारणा है तर्कशीलता, जिहदे बारे काफ़ी गल हो चुकी है। मनुख का एक गुण है जिस नाल वो ज्ञान ते विश्वासां की मनण योग्यता परखदा है। साडे प्रसंग में इस नूं विवेक कहा जा सकता है, पर जिहड़ा ये विवेक आ जिहड़ा साडे प्रसंग में विवेक है, गुरबाणी चों जिहड़ा विवेक निकलदा है, ये वो विवेक नहीं, ये थोड़ा जिहा फर्क वाला जिन्हों रीजन जो अंग्रेजी टर्मिनोलॉजी रीजन सीगा उन्होंने असीं विवेक शब्द इत्थे वरत रहे हैं। ये किसी व्यक्ति विशेष जाति जां कौम के व्यवहार नूं दलीलपूर्वक दर्शाउण का आधार भी बनता है। दर्शन शास्त्र विचों आया ये शब्द ज्ञान के हरेक खेत्र के विद्वान द्वारा थोक विच वरत्या जाता है, भावें कि इसकी सिरजना ते कार्य प्रणाली संबंधी राजनीति शास्त्र, अर्थशास्त्र, मनोविज्ञान, समाज विज्ञान आदि खेत्रों के विद्वान एक मत नहीं हैं। रैशनैलिटी बारे भी, रैशनैलिटी किहड़ी रैशनैलिटी का सोर्स की आ, जां रैशनैलिटी के प्रेरणा स्रोत की आ, जां रैशनैलिटी जिहड़ी आ इंसानी रैशनैलिटी, जां रैशनैलिटी नूं किसी होर गैबी शक्ति वालों गवर्न किया जाता है। बहुत सारे कॉन्सैप्ट जिहड़े नाल होर विचारन वाले। तो अगला हैगा जी डाइसैक्शन जां अंग नखेड़। एक विज्ञानक परख विधि का एक महत्वपूर्ण लक्षण है जिस विच वस्तु वरतारिਆਂ की ठीक समझ पैदा करने लई उन्हां नूं चीर फाड़ करके सारे जुज़ अड अड कर लै जाते हैं तो हरेक जुज़ की होंद विधि, कार्य प्रणाली ते आकार प्रकार की निशानदेही कर ली जाती है। शरीर विज्ञान विच अनाटमी की पढ़ाई लई ये कारगर तरीका जिहदे विच इंसान के शरीर नूं जां जानवरां दे जां जिहड़े सारे रुख बूटे पौधे आ इन्हां दे अनाटमिकल स्ट्रक्चरस नूं समझ के बहुत सारा जिहड़ा ज्ञान आ उहदे बारे पैदा किया गया, जिहदे कुछ लाभ भी होए। परंतु धार्मिक अध्यात्मक अनुभव उपर इस नूं हूबहू लागू करने की प्रवृत्ति आधुनिकता की देन है। जिहड़ी डाइसैक्शन है इहदे नाल हर चीज़ नूं समझिया जा सकता है। आधुनिकता ने ये एक माहौल पैदा कर दिता कि डाइसैक्शन राहीं जां किसी दे भी अध्यात्मक अनुभव नूं समझण लई उहनूं उहदियां वख-वख तरह दी स्टेजिस नूं अंग नखेड़ कर लिया जाए। इहदे विच किहड़े-किहड़े एलीमेंट काम करते हैं जुड़ के जिहड़ा इहदा अध्यात्मक अनुभव बनिया, सारे एलीमेंट्स नूं अड अड करना, फिर उहदी व्याख्या करनी, फिर उहदा मुलंकन करना, ये डाइसैक्शन दे विच जिहड़े सारे प्रोसैस। धार्मिक ग्रंथां के पुरातन लड़ीदार ते बजवें स्वरूप नूं केवल समझण के नुकते तो पदछेद रूप में छापण का रुझान इसे करके आया है। तो जिहड़ा बाद विचों साडे विद्वानां ने डाइसैक्शन नूं अपना के गुरु ग्रंथ साहिब के लड़ीदार स्वरूप की थां जिहड़ा पदछेद वाला रूप लिआंदा, इहदे बारे थोड़ी जी गल अगे जाके होर होएगी। तो पदछेद दा एक पहलां मनण योग ही नहीं सी, कौम ने इहनूं एक्सैप्ट ही नहीं सी कीता, और बहुत सारिया इहदे बारे साखियां धारनावां होर भी प्रचलित ने, भाई मनी सिंह नाल भी जोड़ियां जांदियां ने। ते पर जिहड़ा प्रोफैसर साहब सिंह जी होरां ने जदों इहनूं एक दलील के नुकते तो एस्टैबलिश करता, उस तो बाद ये आम हो गया। तो हुण श्रोमणी कमेटी भी पदछेद पीड़ा जिहड़ियां छापदी है। और बदकिस्मती की गल कह लो जां हैरानी वाली गल भी है कि कई बारी 10-10, 20-20 पिंडां विच भी लड़ीदार स्वरूप तो अखंड पाठ साहिब विच ड्यूटी लाउण लई बंदा नहीं लभदा। ये अज की हालत हो चुकी। सो ये हैगा जिहड़ा जी डाइसैक्शन है वो किस तरह उत्थों शुरू होकर साडे धार्मिक ग्रंथों तक पहुँची। एक धारणा है कि यूरप केंद्रवाद या यूरो सेंट्रिज्म जिन्होंने आप कहने, आधुनिकता यूरप में पैदा हुई, पर इसका महत्वपूर्ण पक्ष यह है कि आधुनिकता में यूरप केंद्रवाद की एक धारणा आद तो अंत तक एक रस समाई हुई है। यूरप केंद्रवाद तो भाव है कि यूरप हरेक किस्म की धार्मिक, बौद्धिक, विज्ञानक, तकनीकी उचाई का स्वामी है, तो यूरपी हरेक किस्म के ख्याल प्रबंध का हवाला बिंदु रहेगा।
ਸੋ ਯੂਰਪ ਜਿਹੜਾ ਆ ਉਹ ਰੈਫਰੈਂਸ ਪੁਆਇੰਟ ਬਣੇਗਾ। ਜਿਵੇਂ ਹੀਗਲ ਨੇ ਜਿਹੜੀ ਫਿਲਾਸਫੀ ਆਫ ਹਿਸਟਰੀ ਲਿਖੀ ਆ, ਉਹਦੇ ਵਿੱਚ ਉਹਨੇ ਦੁਨੀਆ ਭਰ ਦੇ ਸਾਰੇ ਧਰਮਾਂ ਦਾ ਅਧਿਐਨ ਕੀਤਾ, ਜਿਹਦੇ ਵਿੱਚ ਏਸ਼ੀਅਨ ਧਰਮ ਵੀ ਆ, ਅਫਰੀਕਨ ਲੋਕਾਂ ਨੂੰ ਤਾਂ ਕਿ ਗਿਣਤੀ 'ਚ ਨਹੀਂ ਗਿਣਦਾ, ਬਹੁਤ ਸਾਰੇ ਹੋਰ ਐਸੇ ਧਰਮ ਨੇ ਜਿਨ੍ਹਾਂ ਦਾ ਧਰਮ ਗ੍ਰੰਥ ਨਹੀਂ ਹੈ, ਜਿਹੜੇ ਪੈਨਥੀਜ਼ਮ ਵਿੱਚ ਰੱਖ ਕੇ ਜਾਂ ਬਹੁਦੇਵਵਾਦ ਜਾਂ ਜਿਹੜੇ ਹੋਰ ਜ਼ਬਾਨੀ ਆਪਣੇ ਜਾਂ ਜਿਨ੍ਹਾਂ ਨੂੰ ਫੋਕ ਰਿਲੀਜਨ ਦੇ ਕਲਚਰ ਕੈਟੇਗਰੀ ਵਿੱਚ ਰੱਖ ਕੇ ਉਹਨੇ ਫਿਰ ਅੱਗੇ ਇੱਕ ਸਿਸਟਮ ਬਣਾਇਆ ਕਿ ਜਿਹੜਾ ਕੌਨਸ਼ੀਅਸਨੈਸ ਸੈਲਫ ਕੌਨਸ਼ੀਅਸਨੈਸ ਦਾ ਉਹਨੇ ਇੱਕ ਸਿਸਟਮ ਬਣਾਇਆ, ਜਿਹਦੇ 'ਚ ਉਹਨੇ ਦੱਸਿਆ ਵੀ ਜਿਹੜੀ ਸੈਲਫ ਕੌਨਸ਼ੀਅਸਨੈਸ ਆ ਉਹ ਆਪਣੇ ਆਪ ਨੂੰ ਪ੍ਰਗਟ ਕਰਦੀ ਆ, ਅਤੇ ਜਿਹੜੇ ਧਰਮਾਂ ਵਿੱਚ ਸੈਲਫ ਕੌਨਸ਼ੀਅਸਨੈਸ ਦਾ ਪ੍ਰਗਟਾਵਾ ਆਰਟ, ਹਿਸਟਰੀ, ਜਿਹੜੀ ਫਿਲਾਸਫੀ ਜਾਂ ਉਹਦੇ ਜਿਹੜੇ ਆਰਕੀਟੈਕਚਰ ਵਿੱਚ ਜ਼ਿਆਦਾ ਵਧੇਰੇ ਜ਼ੋਰਾਵਰ ਰੂਪ ਵਿੱਚ ਹੋਇਆ, ਉਹੀ ਜਿਹੜੇ ਉਹ ਜ਼ਿਆਦਾ ਸਿਵਲਾਈਜ਼ਡ ਨੇ ਅਤੇ ਜ਼ਿਆਦਾ ਉੱਤਮ ਨੇ। ਉਹਦਾ ਇੱਕ ਦਰਜਾਵਾਰ ਵੰਡ ਕੀਤੀ। ਅੱਗੇ ਹੀਗਲ 'ਤੇ ਵੱਖਰਾ ਵੀ ਇੱਕ ਪੈਰਾ ਆਏਗਾ। ਸੋ ਯੂਰਪ ਕੇਂਦਰਵਾਦ ਜਿਹੜਾ ਯੂਰਪ ਨੂੰ ਕੇਂਦਰ 'ਚ ਰੱਖਦਾ। ਅਸਲ ਵਿੱਚ ਆਧੁਨਿਕਤਾ ਪ੍ਰਗਟ ਹੀ ਉਦੋਂ ਹੋਈ ਜਦੋਂ ਯੂਰਪ ਨੇ ਆਪਣੇ ਆਪ ਨੂੰ ਸੰਸਾਰ ਇਤਿਹਾਸ ਦਾ ਕੇਂਦਰ ਤਸਲੀਮ ਅਤੇ ਤਸਦੀਕ ਕਰ ਲਿਆ। ਬਾਕੀ ਸਾਰੀ ਪ੍ਰਕਿਰਿਆ ਤਾਂ ਇਸ ਧਾਰਨਾ ਨੂੰ ਦ੍ਰਿੜ ਅਤੇ ਪ੍ਰਪੱਕ ਕਰਵਾਉਣ ਦੀ ਕਵਾਇਦ ਹੀ ਹੈ। ਸੋ ਪਹਿਲਾਂ ਯੂਰਪ ਨੇ ਆਪਣੇ ਆਪ ਨੂੰ ਇਤਿਹਾਸ ਦਾ ਕੇਂਦਰ ਮੰਨ ਲਿਆ ਵੀ ਜਿਹਦੇ ਨਾਓ ਮੂਵਮੈਂਟ, ਹੀਗਲ ਜਿਹੜੀ ਨਾਓ ਮੂਵਮੈਂਟ ਦੀ ਗੱਲ ਕਰਦਾ, ਉਹ ਕਹਿੰਦਾ ਵੀ ਬਾਕੀ ਸਾਰੀ ਗੱਲ ਕਰ ਲਈ ਹੈ, ਚੇਤਨਾ ਸ਼ੁਰੂ ਏਸ਼ੀਆ ਤੋਂ ਹੋਈ ਸੀ, ਈਸਟ ਵੱਲੋਂ ਹੋਈ ਸੀ, ਕਹਿੰਦਾ ਹੁਣ ਇਹ ਵੈਸਟ ਤੱਕ ਪਹੁੰਚ ਗਈ ਹੈ ਧਰਮ ਦੀ ਚੇਤਨਾ, ਅਤੇ ਇਹਨੇ ਆਪਣੇ ਆਪ ਨੂੰ ਬਹੁਤ ਡਿਵੈਲਪ ਕਰ ਲਿਆ ਆ। ਇਹਦੇ ਵਿੱਚ ਜਿਹੜੀ ਸਪਿਰਿਟ ਆ ਉਹ ਯੂਰਪ ਵਿੱਚ ਪਹੁੰਚ ਕੇ ਆਪਣੀ ਸਿਖਰ ਨੂੰ ਜਿਹੜੀ ਹੰਢਾ ਰਹੀ ਆ, ਉਹਦਾ ਪੂਰਾ ਜਲਾਓ ਆ। ਇਸ ਕਰਕੇ ਕਹਿੰਦਾ ਜਿਹੜੇ ਯੂਰਪੀਅਨ ਲੋਕ ਆ ਹੁਣ ਉਹ ਸਪਿਰਿਟ ਦੇ ਨੁਕਤੇ ਤੋਂ, ਕੌਨਸ਼ੀਅਸਨੈਸ ਦੇ ਨੁਕਤੇ ਤੋਂ, ਜਾਂ ਜਿਹੜੀ ਇੱਕ ਇਹ ਧਾਰਨਾ ਬਣੀ ਵੀ ਜਿਹੜੇ ਗੋਰੀ ਨਸਲ ਆ ਉਹਨਾਂ ਦਾ ਸੈਰੇਬਰਲ ਜਿਹੜਾ ਦਿਮਾਗੀ ਹਿੱਸਾ ਆ ਉਹ ਬਾਕੀ ਕੌਮਾਂ ਨਾਲੋਂ ਜ਼ਿਆਦਾ ਸਟਰੋਂਗ ਹੈ। ਇਹ ਵੀ ਧਾਰਨਾ ਇਹਦੇ ਵਿੱਚੋਂ ਹੀ ਬਣੀ ਹੈ। ਬਾਕੀ ਸਾਰੀ ਪ੍ਰਕਿਰਿਆ ਤਾਂ ਇਸ ਧਾਰਨਾ ਨੂੰ ਦ੍ਰਿੜ ਅਤੇ ਪ੍ਰਪੱਕ ਕਰਵਾਉਣ ਦੀ ਕਵਾਇਦ ਹੈ। ਇੱਕ ਹੋਰ ਧਾਰਨਾ ਕੰਮ ਕਰਦੀ ਪਛੜਾਪਣ ਅਤੇ ਵਿਕਾਸ, ਵੀ ਜਿਹੜੇ ਬਾਕੀ ਲੋਕ ਆ ਜਿਹੜੇ ਦੂਸਰੇ ਨੌਨ ਯੂਰਪੀਅਨ ਨੇ, ਯੂਰਪ ਨੇ ਇਹਦੇ ਵਿੱਚ ਜਿਹੜੀ ਆਈ ਐਂਡ ਦੋ ਜਿਹੜੀ ਕਨਸੈਪਟ ਆ ਇਹ ਵੀ ਵਿਚਾਰਿਆ ਜਾ ਸਕਦਾ ਵੀ ਜਿਹਦੇ ਵਿੱਚ ਯੂਰਪ ਨੇ ਪਹਿਲਾਂ ਆਪਣੇ ਆਪ ਨੂੰ ਵੈਸਟ ਦੇ ਤੌਰ 'ਤੇ, ਯੂਰਪ ਦੇ ਤੌਰ 'ਤੇ ਪਛਾਣ ਸਥਾਪਿਤ ਕੀਤੀ, ਫਿਰ ਇੱਕ ਅਦਰ ਸਿਰਜਿਆ ਵੀ ਬਾਕੀ ਲੋਕ ਅਦਰ ਹਨ ਜਿਹੜੇ ਘੱਟ ਡਿਵੈਲਪਡ ਹਨ, ਜਿਨ੍ਹਾਂ ਨੂੰ ਡਿਵੈਲਪ ਕਰਨਾ ਹੁਣ ਯੂਰਪੀਅਨ ਲੋਕਾਂ ਦੀ ਜ਼ਿੰਮੇਵਾਰੀ, ਜਿਹਨੂੰ ਵਾਈਟ ਮੈਨਸ ਬਰਡਨ ਬਾਅਦ 'ਚੋਂ ਇਹ ਕਨਸੈਪਟ ਬਣਿਆ। ਯੂਰਪ ਨੇ ਇੱਕ ਮਿੱਥ ਸਿਰਜ ਲਈ ਕਿ ਯੂਰਪ ਬੌਧਿਕ ਅਤੇ ਵਿਗਿਆਨਕ ਉੱਨਤੀ ਕਾਰਨ ਇੱਕ ਵਿਕਸਿਤ ਖਿੱਤਾ ਹੈ ਅਤੇ ਬਾਕੀ ਏਸ਼ੀਅਨ ਅਫਰੀਕਨ ਮੁਲਕ ਪਛੜੇ ਹੋਏ ਹਨ, ਜਿਸ ਕਰਕੇ ਇਹ ਗੋਰੀ ਨਸਲ ਦੇ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਇਹਨਾਂ ਦੇ ਪਛੜੇਵਾਂ ਦੂਰ ਕੀਤਾ ਜਾਵੇ। ਇਹ ਪਛੜੇਵਾਂ ਦੂਰ ਕਰਨ ਲਈ ਉਹਨਾਂ ਨੇ ਇਹਨਾਂ ਨੂੰ ਐਜੂਕੇਟ ਕਰਨਾ ਅਤੇ ਇਹਨਾਂ ਨੂੰ ਸਿਵਲਾਈਜ਼ ਕਰਨਾ ਜਿਹੜਾ ਉਹ ਸ਼ੁਰੂ ਕੀਤਾ। ਇਸ ਵਿੱਚੋਂ ਟਾਈਮ ਲੈਗ ਥਿਊਰੀ ਦਾ ਜਨਮ ਹੋਇਆ। ਟਾਈਮ ਲੈਗ ਥਿਊਰੀ ਹੈ ਵੀ ਪੱਛਮ ਜਿਸ ਜਗ੍ਹਾ 'ਤੇ ਹੈ ਸਮਾਂ ਪਾ ਕੇ ਪੂਰਬ ਵੀ ਉਸ ਜਗ੍ਹਾ 'ਤੇ ਪਹੁੰਚ ਜਾਏਗਾ, ਭਾਵ ਕਿ ਸਮਾਂ ਲੱਗੇਗਾ ਪਰ ਪੂਰਬ ਜਿਹੜਾ ਉਹ ਵੀ ਤਰੱਕੀ ਕਰਕੇ ਉੱਥੇ ਪਹੁੰਚ ਜਾਏਗਾ। ਇਹਨੂੰ ਟਾਈਮ ਲੈਗ ਥਿਊਰੀ ਕਿਹਾ ਗਿਆ। ਜਿਸ ਸਮੇਂ ਨਾਲ ਪਛੜੇ ਹੋਏ ਮੁਲਕ ਵੀ ਯੂਰਪ ਦੇ ਬਰਾਬਰ ਆ ਜਾਣਗੇ। ਯੂਰਪ ਦੀ ਪ੍ਰਤਿਭਾ ਨੇ ਦਵੰਦਵਾਦੀ ਰੁਝਾਨਾਂ ਤਹਿਤ ਇੱਕ ਪਾਸੇ ਯੂਰਪ ਅਤੇ ਇੱਕ ਪਾਸੇ ਅਦਰ ਜਾਂ ਪਰ ਦੀ ਸਿਰਜਣਾ ਕੀਤੀ ਅਤੇ ਇਸ ਪਰ ਦੇ ਸਾਹਮਣੇ ਆਪਣੇ ਆਪ ਨੂੰ ਪੇਸ਼ ਕੀਤਾ। ਸੋ ਜਿਹੜਾ ਯੂਰਪ ਆ ਉਹ ਸਾਡੇ ਸਾਹਮਣੇ ਆਪਣੇ ਆਪ ਨੂੰ ਬਹੁਤ ਸ਼ਾਨਦਾਰ ਤਰੀਕੇ ਨਾਲ ਪੇਸ਼ ਕਰਦਾ ਹੈ ਤਾਂ ਕਿ ਉਹਦੀ ਚਮਕ ਦਾ ਪ੍ਰਭਾਵ ਜਿਹੜਾ ਉਹ ਸਾਡੇ ਉੱਤੇ ਆਵੇ ਅਤੇ ਅਸੀਂ ਉਸ ਚਮਕ ਦੇ ਪ੍ਰਭਾਵ ਅਧੀਨ ਉਹਨਾਂ ਨੂੰ ਕਿਸੇ ਉੱਚੀ ਜਗ੍ਹਾ 'ਤੇ ਰੱਖੀਏ। ਪਰ ਦੀ ਸ਼੍ਰੇਣੀ ਵਿੱਚ ਰੱਖੇ ਗਏ ਲੋਕਾਂ ਨੇ ਯੂਰਪ ਨੂੰ ਅਤੇ ਆਪਣੇ ਆਪ ਨੂੰ ਵੀ ਓਨਾ ਹੀ ਅਤੇ ਉਵੇਂ ਹੀ ਸਮਝਿਆ ਜਿਵੇਂ ਉਹ ਇਹਨਾਂ ਲੋਕਾਂ ਨੂੰ ਸਮਝਾਉਣਾ ਚਾਹੁੰਦੇ ਸਨ। ਯੂਰਪੀਅਨ ਪਹੁੰਚ ਵਿਧੀ ਵਿੱਚ ਇੱਕ ਵਿਸ਼ੇਸ਼ ਕਿਸਮ ਦੀ ਹਉਂ ਭਾਵਨਾ ਕੰਮ ਕਰਦੀ ਸੀ, ਜਿਸ ਤਹਿਤ ਉਹ ਆਪਣੇ ਦੁਆਰਾ ਸਿਰਜੀ ਗਈ ਹਰੇਕ ਧਾਰਨਾ ਨੂੰ ਸਵੈ ਸਿੱਧ ਮੰਨਦੇ ਹਨ। ਸੈਲਫ ਰੈਫਰੈਂਸ਼ੀਅਲ, ਉਹ ਕਹਿੰਦੇ ਵੀ ਜਿਹੜੀ ਗੱਲ ਅਸੀਂ ਸਾਡੇ ਵਿਦਵਾਨ ਕਹਿ ਰਹੇ ਆ ਜਾਂ ਜਿਹੜੇ ਸਾਡੇ ਸਕੋਲਰ ਕਹਿ ਰਹੇ ਆ ਉਸ 'ਤੇ ਸੈਲਫ ਰੈਫਰੈਂਸ਼ੀਅਲ ਹੈ, ਕਿਉਂਕਿ ਉਹ ਰੀਜ਼ਨ 'ਤੇ ਬੇਸਡ ਹੈ, ਇਸ ਕਰਕੇ ਉਹਨੂੰ ਬਹੁਤੇ ਰੈਫਰੈਂਸ ਲੈਣ ਦੀ ਲੋੜ ਨਹੀਂ, ਸਵੈ ਸਿੱਧ ਮੰਨਦੇ ਹਨ। ਇਸ ਨੂੰ ਅਸੀਂ ਆਧੁਨਿਕ ਹਉਂ ਜਾਂ ਮਾਡਰਨ ਈਗੋ ਕਹਿ ਸਕਦੇ ਹਾਂ। ਸੋ ਇਹਦੇ ਵਿੱਚ ਇੱਕ ਬੜੀ ਸੂਖਮ ਮਾਡਰਨ ਈਗੋ ਕੰਮ ਕਰ ਰਹੀ ਹੈ। ਉਸ ਤੋਂ ਅੱਗੇ ਡਿਵੈਲਪਮੈਂਟ ਦੀ ਮਿੱਥ ਹੈ, ਜਿਹਦੇ ਬਾਰੇ ਕਾਫੀ ਗੱਲਾਂ ਅੱਗੇ ਵੀ ਪਹਿਲੇ ਜਿਹੜੇ ਸੈਮੀਨਾਰ ਹੋਏ ਉਹਨਾਂ ਵਿੱਚ ਵੀ ਹੋ ਚੁੱਕੀਆਂ ਵੀ ਡਿਵੈਲਪਮੈਂਟ ਕਿਹੜੀ ਆ, ਸੋਸ਼ਲ ਡਿਵੈਲਪਮੈਂਟ ਆ, ਇਕਨੋਮਿਕ ਡਿਵੈਲਪਮੈਂਟ ਆ। ਇਹ ਦੋ ਕਿਸਮ ਦੀਆਂ ਜਾਂ ਹੋਰ ਇਸ ਤਰ੍ਹਾਂ ਇਹਦੇ ਨਾਲ ਦੀਆਂ ਕੋਈ ਜਿਹੜੀ ਇਕਨੋਮਿਕਸ ਦੇ ਵਿੱਚ ਹੀ ਆ ਜਾਂਦੀ ਹੈ, ਜਿਹੜੀ ਕੋਈ ਫੈਕਟਰੀ ਜਾਂ ਜਿਹੜੀ ਇਸ ਤਰ੍ਹਾਂ ਦੀ ਟੈਕਨੀਕਲ ਜਿਹੜੀ ਡਿਵੈਲਪਮੈਂਟ ਹੈ। ਇਹਦੇ ਵਿੱਚ ਇੱਕ ਹੈਗੀ ਚੀਜ਼ ਵੀ ਸੁਧਾਰਵਾਦ।
ਸੁਧਾਰਵਾਦ ਦਾ ਜਿਹੜਾ ਸਭ ਤੋਂ ਜ਼ਬਰਦਸਤ ਰੂਪ ਆ ਉਹ ਕ੍ਰਿਸਚੈਨਿਟੀ ਵਿੱਚ ਹੀ ਹੈ, ਜਿਹਦੇ ਬਾਰੇ ਹੁਣੇ ਗੱਲ ਹੋ ਚੁੱਕੀ ਹੈ ਵੀ ਜਿਹੜਾ ਮਾਰਟਿਨ ਲੂਥਰ ਹੋਇਆ, ਜਿਸ ਨੇ ਚਰਚ ਦੀ ਗਿਰਾਵਟ ਨੂੰ ਸੁਧਾਰਵਾਦ ਦੀ ਲਹਿਰ ਨਾਲ ਠੀਕ ਕਰਨ ਦੀ ਕੋਸ਼ਿਸ਼ ਕੀਤੀ। ਚਰਚ ਦੀ ਗਿਰਾਵਟ ਇਹ ਸੀ ਵੀ ਚਰਚ ਉਸ ਵੇਲੇ ਮੁਕਤੀ ਦੇ ਸਰਟੀਫਿਕੇਟ ਮੁੱਲ ਵੇਚਦਾ ਸੀ। ਜਿਹੜੇ ਪੈਸੇ ਵਾਲੇ ਲੋਕ ਆ ਜਿੰਨੇ ਮਰਜ਼ੀ ਪਾਪ ਕਰਨ, ਪਰ ਉਹ ਮੁਕਤੀ ਲੈਣ ਲਈ ਚਰਚ ਨੂੰ ਕੁਝ ਪੈਸੇ ਭੇਂਟ ਕਰਨ ਤਾਂ ਚਰਚ ਵੱਲੋਂ ਉਹਨਾਂ ਨੂੰ ਇੱਕ ਸਰਟੀਫਿਕੇਟ ਇਸ਼ੂ ਕੀਤਾ ਜਾਂਦਾ ਹੈ, ਜਿਹਦਾ ਕਰਕੇ ਉਹਨਾਂ ਨੂੰ ਸਾਰੇ ਪਾਪਾਂ ਤੋਂ ਮੁਕਤ ਹੋਇਆ ਮੰਨ ਲਿਆ ਜਾਂਦਾ ਸੀ। ਇਸ ਤੋਂ ਇਲਾਵਾ ਚਰਚ ਵੱਲੋਂ ਸੰਤ ਦੀ ਉਪਾਧੀ ਵੀ ਮੁੱਲ ਵੇਚੀ ਜਾਂਦੀ ਸੀ। ਇਹ ਹੁਣ ਵੀ ਅਜੇ ਵੀ ਸੰਤ ਦੀ ਉਪਾਧੀ ਇਸ ਤਰ੍ਹਾਂ ਹੀ ਚਰਚ ਵੱਲੋਂ ਦਿੱਤੀ ਜਾਂਦੀ ਹੈ। ਸੋ ਉਹ ਕੁਝ ਗੱਲਾਂ ਸੀ ਜਿਹਦੀਆਂ ਵਿੱਚ ਚਰਚ ਬਹੁਤ ਗਿਰਾਵਟ ਦਾ ਸ਼ਿਕਾਰ ਹੋ ਗਿਆ ਸੀ, ਅਤੇ ਚਰਚ ਦੀ ਇਸ ਗਿਰਾਵਟ ਨੂੰ ਦੂਰ ਕਰਨ ਲਈ ਚਰਚ ਦੁਆਰਾ ਫੈਲਾਈਆਂ ਗਈਆਂ ਧਾਰਨਾਵਾਂ ਦਾ ਵਿਰੋਧ ਕੀਤਾ ਮਾਰਟਿਨ ਲੂਥਰ ਨੇ। ਉਹਨੇ ਕਿਹਾ ਵੀ ਚਰਚ ਜੋ ਇਹ ਕਹਿ ਰਿਹਾ ਕਿ ਮੇਰੇ ਸਰਟੀਫਿਕੇਟ ਨਾਲ ਤੁਸੀਂ ਮੁਕਤ ਹੋਵੋਗੇ, ਇਹੋ ਜਿਹੀ ਕੋਈ ਗੱਲ ਨਹੀਂ ਆ। ਤੁਸੀਂ ਤਾਂ ਹੀ ਮੁਕਤ ਹੋਵੋਗੇ ਜੇ ਤੁਹਾਡੇ ਵਿੱਚ ਮੁਕਤ ਹੋਣ ਦੀ ਸਮਰੱਥਾ ਹੋਏਗੀ, ਤੁਹਾਡੇ ਕੰਮ ਜਿਹੜੇ ਆ ਉਹ ਮੁਕਤੀ ਵਾਲੇ ਹੋਣਗੇ। ਤਾਂ ਉਹਨੇ ਚਰਚ ਦੀਆਂ ਧਾਰਨਾਵਾਂ ਨੂੰ ਰਿਜੈਕਟ ਕੀਤਾ, ਪ੍ਰੋਟੈਸਟੈਂਟਿਜ਼ਮ ਲਿਆਂਦਾ। ਅਤੇ ਪ੍ਰੋਟੈਸਟੈਂਟਿਜ਼ਮ ਜਿਹੜਾ ਆ ਉਹਦੇ ਵਿੱਚ ਉਹਨੇ ਕੁਝ ਇੱਕ ਬੇਸਿਕ ਫਾਰਮੂਲੇਸ਼ਨਸ ਦਿੱਤੀਆਂ। ਉਹਨੇ ਕਿਹਾ ਵੀ ਜਿਹੜਾ ਪੈਗੰਬਰ ਹੈ, ਈਸਾ ਮਸੀਹ ਹੈ, ਉਹਦੇ ਬੋਲ ਨਾਲੋਂ ਉਹਦਾ ਸਰੀਰ ਉੱਤਮ ਨਹੀਂ ਹੈ। ਜਿਹੜਾ ਚਰਚ ਹੈ ਉਹ ਪੈਗੰਬਰ ਦੀ ਦੇਹ 'ਤੇ ਉਸਰਿਆ। ਚਰਚ ਜਿਹੜਾ ਇੱਕ ਕਿਸਮ ਦੀ ਪੈਗੰਬਰ ਦੀ ਦੇਹ ਆ, ਉਹਨਾਂ ਦੀ ਵੱਖਰੀ ਜਿਹੜੀ ਥਿਓਲੋਜੀਕਲ ਇੰਟਰਪ੍ਰੀਟੇਸ਼ਨ ਉਹ ਦੱਸੀ ਜਾ ਸਕਦੀ ਆ ਵੀ ਚਰਚ ਜਿਹੜਾ ਆ ਉਹ ਇੱਕ ਕਿਸਮ ਦੀ ਪੈਗੰਬਰ ਦੀ ਦੇਹ ਆ, ਜਿਹਦੇ ਵਿੱਚ ਜਿਹੜੀ ਬਾਈਬਲ ਆ ਉਹ ਪੈਗੰਬਰ ਦਾ ਸ਼ਬਦ ਆ। ਤਾਂ ਲੂਥਰ ਨੇ ਕਿਹਾ ਵੀ ਜਿਹੜੀ ਪੈਗੰਬਰ ਦੀ ਦੇਹ ਆ ਉਹਨੂੰ ਛੱਡ ਲਓ, ਪੈਗੰਬਰ ਦੇ ਬੋਲ 'ਤੇ ਆਓ। ਪੈਗੰਬਰ ਦਾ ਬੋਲ ਬਾਈਬਲ ਹੈ, ਅਤੇ ਬਾਈਬਲ ਹੀ ਇੱਕ ਸਭ ਤੋਂ ਮੌਲਿਕ ਸੋਰਸ ਆ ਜਿਹਦੇ ਨਾਲ ਅਸੀਂ ਪੈਗੰਬਰ ਦੀ ਸਿੱਖਿਆ ਨਾਲ ਜੁੜ ਸਕਦੇ ਹਾਂ। ਤਾਂ ਇਹ ਸੁਧਾਰਵਾਦ ਸੀਗਾ। ਇਹ ਹੁਣ ਤੱਕ ਸਿੱਖਾਂ 'ਚ ਵੀ ਚੱਲਦਾ, ਇਹ ਕਿਵੇਂ ਚੱਲਦਾ ਅੱਗੇ ਆਪਾਂ ਦੇਖਾਂਗੇ। ਸੋ ਮਾਰਟਿਨ ਲੂਥਰ ਨੇ ਪਹਿਲੀ ਵਾਰੀ ਇਹ ਗੱਲ ਲਿਆਂਦੀ ਕਿ ਜਿਹੜਾ ਧਰਮ ਗ੍ਰੰਥ ਆ ਅਤੇ ਉਹਦੀਆਂ ਧਾਰਮਿਕ ਸੰਸਥਾਵਾਂ, ਇਹਦੇ ਵਿੱਚ ਫਰਕ ਹੈ। ਦੂਸਰਾ, ਉਹਨੇ ਹੋਰ ਇੰਟਰਨਲ ਲੈਵਲ 'ਤੇ ਜਾਂ ਫਿਲੋਸੋਫੀਕਲ ਲੈਵਲ 'ਤੇ ਜਿਹੜੀ ਗੱਲ ਕੀਤੀ, ਉਹਨੇ ਕਿਹਾ ਵੀ ਤੁਸੀਂ ਆਪਣੇ ਰੀਜ਼ਨ ਦੇ ਨਾਲ, ਆਪਣੀ ਰੈਸ਼ਨੈਲਿਟੀ ਦੇ ਨਾਲ ਇਸ ਧਰਮ ਗਿਆਨ ਨੂੰ ਸਮਝੋ ਅਤੇ ਉਹਦੇ ਮੁਤਾਬਕ ਜਿਹੜਾ ਆ ਅਮਲ ਕਰੋ। ਉਹ ਜਿਹੜੀ ਨੈਤਿਕਤਾ ਆ ਉਹ ਧਾਰਨ ਕਰੋ ਅਤੇ ਉਹਨਾਂ ਅਮਲਾਂ ਦਾ ਹੀ ਅਖੀਰ 'ਤੇ ਨਿਬੇੜਾ ਹੋਏਗਾ। ਤੁਸੀਂ ਹੀ ਆਪਣੀ ਮੁਕਤੀ ਦੇ ਸਾਧਨ ਹੋ। ਸੋ ਉਹਨੇ ਜਿਹੜਾ ਇਨਸਾਨੀ ਅਨੁਭਵ ਆ ਉਹਨੂੰ ਕੇਂਦਰ ਵਿੱਚ ਲਿਆਂਦਾ। ਅਗਲੀ ਚੀਜ਼ ਇਹਦੇ ਵਿੱਚ ਹੈਗੀ ਆ ਜਿਹੜੀ ਦੋ ਵੱਡੇ ਸਕਾਲਰ ਹੋਏ ਆ, ਕਾਂਟ ਅਤੇ ਹੀਗਲ। ਕਾਂਟ ਅਤੇ ਹੀਗਲ ਨੇ ਆਪਣੇ ਤੌਰ 'ਤੇ ਬੜਾ ਫਿਲੋਸੋਫੀਕਲ ਕੰਮ ਕੀਤਾ ਆ, ਜਿਹਦੀ ਅੰਡਰਸਟੈਂਡਿੰਗ ਇਸ ਵੇਲੇ ਬਹੁਤ ਜ਼ਰੂਰੀ ਹੈ, ਪਰ ਸਾਡੇ ਵਿੱਚ ਇਸ ਤਰ੍ਹਾਂ ਦੀ ਕੋਈ ਇੰਸਟੀਟਿਊਸ਼ਨ ਨਹੀਂ ਹੈ, ਔਰ ਯੂਨੀਵਰਸਿਟੀਆਂ ਵਿੱਚ ਵੀ ਖਾਸ ਤੌਰ 'ਤੇ ਇਸ ਤਰ੍ਹਾਂ ਕੋਈ ਪ੍ਰਬੰਧ ਨਹੀਂ ਹੈ, ਔਰ ਅਜੇ ਤੱਕ ਪੰਜਾਬੀ ਵਿੱਚ ਇਹਨਾਂ ਦੀ ਕੋਈ ਟਰਾਂਸਲੇਸ਼ਨ ਨਹੀਂ ਮਿਲਦੀ, ਔਰ ਔਖਾ ਵੀ ਬੜਾ ਹੈ। ਸੋ ਕਾਂਟ ਅਤੇ ਹੀਗਲ ਨੇ ਜਿਹੜੀ ਕ੍ਰਿਸਚੈਨਿਟੀ ਦੀ ਸੂਖਮ ਵਿਆਖਿਆ ਆ ਉਹਨੂੰ ਮਾਡਰਨ ਰੂਪ ਦਿੱਤਾ। ਕ੍ਰਿਸਚੈਨਿਟੀ ਨੂੰ ਹੀ ਨਵੇਂ ਯੁੱਗ ਦੇ ਧਰਮ ਵਜੋਂ ਪੇਸ਼ ਕੀਤਾ, ਪਰ ਇਹ ਲੱਭਣਾ ਬੜਾ ਔਖਾ ਆ। ਸੋ ਉਹਦੇ ਉੱਤੇ ਜਿਹੜੀ ਇੱਕ ਗੱਲ ਕਹੀ ਜਾ ਸਕਦੀ ਵੀ ਜਿਹੜੀਆਂ ਕ੍ਰਿਸਚੈਨਿਟੀ ਦੀਆਂ ਸਮੇਂ ਬਾਰੇ ਕਨਸੈਪਸ਼ਨਸ ਆ, ਉਹੀ ਹੀਗਲ ਦੀਆਂ ਅਤੇ ਕਾਂਟ ਦੀਆਂ ਸਮੇਂ ਬਾਰੇ ਕਨਸੈਪਸ਼ਨ ਆ ਵੀ ਜਿਹੜਾ ਕਾਲ ਆ, ਦੇਸ਼ ਆ, ਇਹ ਇੱਕ ਲਾਈਨੀਅਰ ਪ੍ਰੋਸੈਸ ਵਿੱਚ ਚੱਲਦਾ। ਦੂਸਰੀ ਉਹਦੇ ਵਿੱਚ ਵੀ ਉਹਨੇ ਇੱਕ ਤ੍ਰਿਕ ਬਣਾਈ, ਮਤਲਬ ਤਿੰਨ ਦਾ ਕੰਸੈਪਟ ਹੈ, ਟ੍ਰਿਨਿਟੀ ਜਿਹਨੂੰ ਕਹਿੰਦੇ ਆ। ਕ੍ਰਿਸਚੈਨਿਟੀ ਵਿੱਚ ਟ੍ਰਿਨਿਟੀ ਹੈ ਵੀ ਇੱਕ ਹੈਗਾ ਆ ਸੰਸਾਰ, ਇੱਕ ਹੈਗਾ ਆ ਰੱਬ, ਅਤੇ ਇੱਕ ਹੈਗਾ ਆ ਸੈਲਫ। ਇਹ ਤਿੰਨਾਂ ਦੀ ਟ੍ਰਿਨਿਟੀ ਹੈ, ਅਤੇ ਇਹਨੇ ਆਪਸ ਵਿੱਚ ਇੱਕ ਹੈਲਦੀ ਰਿਲੇਸ਼ਨ ਨਾਲ ਇਸ ਦੁਨੀਆ ਦੀ ਸਮਝ ਪੈਦਾ ਕਰਨੀ ਆ, ਅਤੇ ਇਹੀ ਕ੍ਰਿਸਚਨ ਰਿਲੀਜਨ ਹੈ। ਕਾਂਟ ਨੇ ਇਹਨੂੰ ਬਣਾਇਆ, ਇਸੇ ਦੀ ਜਿਹੜੀ ਟ੍ਰਿਨਿਟੀ ਬਣਾਈ ਕਾਂਟ ਨੇ, ਉਹਨੇ ਬਣਾਈ ਬਈ ਇੱਕ ਹੈਗਾ ਆ ਸੈਲਫ, ਸੌਰੀ ਉਹ ਮੈਂ ਦੂਸਰੀ ਕਾਪੀ ਨੋਟਸ ਲਿਆ ਹੀ ਹੋ ਰਹੇਗਾ ਉੱਥੇ ਹੀ। ਸੋ ਕਾਂਟ ਨੇ ਵੀ ਇਹਦੀ ਇੱਕ ਟ੍ਰਿਨਿਟੀ ਬਣਾਈ, ਉਹਦੇ ਉਹ ਕਨਸੈਪਟ ਤਿੰਨ ਜਿਹੜੇ ਸੀ ਉਹ ਮੈਨੂੰ ਭੁੱਲ ਗਏ। ਅਤੇ ਜਿਹੜੇ ਹੀਗਲ ਨੇ ਵੀ ਇਹਦੀ ਇੱਕ ਟ੍ਰਿਨਿਟੀ ਬਣਾਈ, ਉਹ ਕ੍ਰਿਸਚੈਨਿਟੀ ਦੇ ਮਾਡਲ ਤੋਂ ਹੀ, ਉਹਦੇ ਆਰਕੀਟਾਈਪ ਤੋਂ ਹੀ ਲਈ ਆ। ਉਹਦੇ ਵਿੱਚ ਉਹਨੇ ਬਣਾਇਆ ਇੱਕ ਕਿ ਜਿਹੜਾ ਸਬਜੈਕਟ ਅਤੇ ਓਬਜੈਕਟ ਆ, ਇਨਸਾਨ ਆਪਣੇ ਆਪ ਨੂੰ ਇੱਕ ਸਬਜੈਕਟ ਦੇ ਤੌਰ 'ਤੇ ਸਮਝੇ
ਔਰ ਇਹੀ ਸਬਜੈਕਟ ਆਪਣੇ ਆਪ ਨੂੰ ਇੱਕ ਆਬਜੈਕਟ ਦੇ ਤੌਰ 'ਤੇ ਸਮਝੇ। ਅਤੇ ਇਹਦੇ ਵਿੱਚ ਇਹਨਾਂ ਦਾ ਜਿਹੜਾ ਹੈਲਦੀ ਰਿਲੇਸ਼ਨ ਆ, ਜਿਹੜਾ ਜਿਹਨੂੰ ਸਪਿਰਿਟ ਕਹਿੰਦਾ ਜਾਂ ਇਹਨੂੰ ਸੈਲਫ ਕੌਨਸ਼ੀਅਸਨੈਸ ਕਹਿੰਦਾ ਆ, ਉਹ ਕਹਿੰਦਾ ਵੀ ਇਹ ਤੀਸਰਾ ਚੀਜ਼ ਹੈ। ਸੋ ਇੱਕ ਟ੍ਰਿਨਿਟੀ ਹੈ ਜਿਹੜੀ ਵੈਸਟਰਨ ਜਾਂ ਜਿਹੜੀ ਕ੍ਰਿਸਚਨ ਯੂਰਪੀਅਨ ਕ੍ਰਿਸਚੈਨਿਟੀ ਦੀ ਟ੍ਰਿਨਿਟੀ ਆ, ਉਹਨੂੰ ਹੀਗਲ ਨੇ ਆਪਣੇ ਸਿਸਟਮ ਦੇ ਵਿੱਚ ਸੂਖਮ ਤਰੀਕੇ ਨਾਲ ਇਸ ਤਰ੍ਹਾਂ ਟਿਕਾ ਦਿੱਤਾ ਕਿ ਉਹ ਵੇਖਣ ਨੂੰ ਬਿਲਕੁਲ ਰੈਸ਼ਨਲ, ਫਿਲੋਸੋਫੀਕਲ ਅਤੇ ਸੈਕੂਲਰ ਲੱਗਦੀ ਹੈ, ਪਰ ਉਹ ਹੈਗੀ ਕ੍ਰਿਸਚੈਨਿਟੀ ਦੀ ਟ੍ਰਿਨਿਟੀ ਹੈ। ਇਸ ਤੋਂ ਅੱਗੇ ਜਿਹੜੀ ਹੈਗੀ ਆ ਕਿ ਇਹਦੇ ਵਿੱਚ ਇੱਕ ਸੁਖਵਾਦ ਦੀ ਧਾਰਨਾ ਹੈ ਕਿ ਜਿਹੜਾ ਹੈਡੋਨਿਜ਼ਮ ਹੈ ਕਿ ਇਨਸਾਨੀ ਜੀਵਨ ਦਾ ਅਸਲ ਮਨੋਰਥ ਸੁੱਖ ਦੀ ਹਾਲਤ ਪੈਦਾ ਕਰਨਾ। ਇਨਸਾਨੀ ਜੀਵਨ ਦਾ ਜੇ ਧਰਮ ਆ, ਉਹ ਕਹਿੰਦਾ ਵੀ ਇਨਸਾਨੀ ਜੀਵਨ ਦਾ ਅਸਲ ਮਨੋਰਥ ਹੈ ਪਰਮਾਤਮਾ ਨਾਲ ਭੇਟਤਾ ਪ੍ਰਾਪਤ ਕਰਨਾ। ਪਰ ਜਿਹੜੀ ਮਾਡਰਨ ਕੰਸੈਪਸ਼ਨ ਸੀ ਜਾਂ ਵਰਲਡ ਵਿਊ ਸੀਗਾ ਜ਼ਿੰਦਗੀ ਬਾਰੇ, ਉਹ ਸੀਗਾ ਵੀ ਸੁੱਖ ਦੀ ਹਾਲਤ ਪੈਦਾ ਕਰਨਾ। ਇਨਸਾਨ ਆਪਣੇ ਲਈ ਵੱਧ ਤੋਂ ਵੱਧ ਸੁੱਖ ਸਹੂਲਤ ਪੈਦਾ ਕਰੇ। ਜਿਵੇਂ ਅਸੀਂ ਵੀ ਦੇਖ ਸਕਦੇ ਹਾਂ ਵੀ ਸੁੱਖ ਸਹੂਲਤ ਹੀ ਹੈ, ਜਿਵੇਂ AC ਪੈਦਾ ਕਰ ਲਿਆ, ਕਾਰ, ਹੋਰ ਚੀਜ਼ਾਂ ਸਹੂਲਤ ਜਿਹੜੀ ਜ਼ਿੰਦਗੀ ਦੇ ਵਿੱਚ, ਜਾਂ ਜਿਵੇਂ ਆਪਾਂ ਆਪਣੇ ਆਰਾਮ ਦੇ ਲਈ ਚੀਜ਼ਾਂ ਪੈਦਾ ਕਰਦੇ ਹਾਂ। ਤੋ ਹੈਡੋਨਿਜ਼ਮ ਜਿਹੜਾ ਇਹ ਇੱਕ ਇਹੋ ਜਿਹਾ ਕਨਸੈਪਟ ਸੀਗਾ ਕਿ ਇਨਸਾਨੀ ਜੀਵਨ ਦਾ ਮਨੋਰਥ ਬਣ ਗਿਆ। ਇਸ ਤੋਂ ਅਗਲਾ ਜਿਹੜਾ ਸਟੈਪ ਹੈ ਵੀ ਦਾਰਸ਼ਨਿਕ ਸੰਕਲਪ ਅਤੇ ਧਰਮ ਸ਼ਾਸਤਰੀ ਬਹਿਸ। ਮਾਰਟਿਨ ਲੂਥਰ ਦੁਆਰਾ ਚਰਚ ਦੇ ਭ੍ਰਿਸ਼ਟ ਹੋਣ ਦਾ ਕਾਰਨ ਚਰਚ ਦੁਆਰਾ ਫੈਲਾਈਆਂ ਗਈਆਂ ਧਾਰਨਾਵਾਂ 'ਚ ਵੇਖਿਆ ਗਿਆ ਅਤੇ ਇਹਨਾਂ ਧਾਰਨਾਵਾਂ ਖਿਲਾਫ ਮੋਰਚਾ ਵਿੱਢ ਦਿੱਤਾ, ਜਿਸ ਨੂੰ ਪ੍ਰੋਟੈਸਟੈਂਟਵਾਦ ਕਿਹਾ ਜਾਂਦਾ ਹੈ। ਉਸ ਦੀ ਸਭ ਤੋਂ ਜ਼ਬਰਦਸਤ ਧਾਰਨਾ ਸੀ ਕਿ ਪੈਗੰਬਰ ਦੀ ਦੇਹ ਨਾਲੋਂ ਉਸ ਦਾ ਬੋਲ ਮਹੱਤਵਪੂਰਨ ਹੈ। ਇਸ ਧਾਰਨਾ ਦਾ ਅਗਲਾ ਪਸਾਰ ਸੀ ਕਿ ਪੈਗੰਬਰੀ ਗਿਆਨ ਦਾ ਮੌਲਿਕ ਅਤੇ ਭਰੋਸੇਯੋਗ ਸੋਮਾ ਬਾਈਬਲ ਹੈ। ਮਨੁੱਖ ਦੇ ਵਿਸ਼ਵਾਸ ਨੂੰ ਤਰਕ ਵਿਵੇਕ ਨਾਲ ਪਰਖਿਆ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਤਰਕ ਵਿਵੇਕ ਅਤੇ ਵਿਸ਼ਵਾਸ ਮਨੁੱਖੀ ਹੋਣ ਦੇ ਦੋ ਪੱਖ ਪੈਦਾ ਹੋ ਗਏ, ਜਿਹਨੂੰ ਡਿਵਾਈਡਡ ਸਬਜੈਕਟ ਕਿਹਾ। ਫਲਸਫੇ ਦੀ ਭਾਸ਼ਾ ਵਿੱਚ ਇਸ ਨੂੰ ਆਤਮ ਦਾ ਵਿਭਾਜਨ ਕਿਹਾ ਜਾਂਦਾ ਹੈ। ਇਸੇ ਵਿਭਾਜਿਤ ਆਤਮ ਨੂੰ ਖੁਦ ਮੁਖਤਾਰ ਆਤਮ ਪੁਸ਼ਟ ਕਰਨ ਨਾਲ ਇਹ ਬਹਿਸ ਹੋਰ ਅੱਗੇ ਵਧੀ ਅਤੇ ਪਰਮਾਤਮਾ ਨਾਲ ਅਭੇਦ ਹੋ ਕੇ ਪਰਮਾਤਮਾ ਦੀ ਵਿਸ਼ਾਲਤਾ ਧਾਰਨ ਕਰਨ ਦੀ ਸਮਰੱਥਾ ਵਾਲਾ ਆਤਮ ਸੋਚਣ ਦੀ ਸਮਰੱਥਾ ਵਾਲੇ ਆਤਮ ਤੱਕ ਸਿਮਟ ਗਿਆ। ਸੋ ਬਹੁਤ ਸਾਰੇ ਸਕਾਲਰ ਇਹਦੇ ਵਿੱਚ ਕਾਰਜਸ਼ੀਲ ਸੀਗੇ ਜਿਹੜੇ ਇਸੇ ਗੱਲ 'ਤੇ ਕੰਮ ਕਰ ਰਹੇ ਸੀ ਵੀ ਜਿਹੜਾ ਇਨਸਾਨ ਆ ਉਹਨੂੰ ਇਸ ਸੰਸਾਰ ਦਾ ਕੇਂਦਰ ਬਣਾਇਆ ਜਾਵੇ। ਸੋ ਜਿਹੜੀ ਬਹੁਤ ਸਾਰੇ ਵਰਲਡ ਵਿਊ ਆ, ਜਿਵੇਂ ਕ੍ਰਿਸਚਨ ਵਰਲਡ ਵਿਊ ਆ, ਹਿੰਦੂ ਵਰਲਡ ਵਿਊ ਆ, ਇਸ ਤਰ੍ਹਾਂ ਸਿੱਖਾਂ ਦਾ ਵੀ ਇੱਕ ਵਰਲਡ ਵਿਊ ਮੰਨਿਆ ਜਾਂਦਾ। ਉਹਦੇ ਵਿੱਚ ਜਿਹੜਾ ਪਹਿਲਾ ਪੁਰਾਣਾ ਵਰਲਡ ਵਿਊ ਸੀਗਾ ਧਰਮ ਦਾ ਦੁਨੀਆ ਬਾਰੇ, ਉਹ ਸੀਗਾ ਵੀ ਧਰਤੀ ਜਿਹੜੀ ਆ ਉਹਦੇ ਦੁਆਲੇ ਸੂਰਜ ਘੁੰਮਦਾ, ਵੱਲ ਦੁਨੀਆ ਦਾ ਕੇਂਦਰ ਧਰਤੀ ਹੈ ਅਤੇ ਬਾਕੀ ਸਾਰੀ ਚੀਜ਼ਾਂ ਇਹਦੇ ਦੁਆਲੇ ਘੁੰਮਦੀਆਂ। ਫਿਰ ਜਦੋਂ ਸਾਇੰਸ ਆਈ ਤਾਂ ਇਹਨਾਂ ਨੇ ਕਿਹਾ ਵੀ ਸੂਰਜ ਸਾਰੇ ਸੰਸਾਰ ਦਾ ਕੇਂਦਰ ਹੈ ਅਤੇ ਸਾਰਾ ਬ੍ਰਹਿਮੰਡ ਇਹਦੇ ਦੁਆਲੇ ਘੁੰਮ ਰਿਹਾ। ਅਤੇ ਮਾਡਰਨਿਟੀ ਨੇ ਇਹਨੂੰ ਬਿਲਕੁਲ ਹੀ ਉਲਟ ਕਰ ਦਿੱਤਾ ਕਿ ਸਾਰਾ ਯੂਨੀਵਰਸ ਮਨੁੱਖ ਦੁਆਰਾ ਪੈਦਾ ਕੀਤਾ ਗਿਆ, ਇਸ ਯੂਨੀਵਰਸ ਦਾ ਕੇਂਦਰ ਮਨੁੱਖ ਹੈ। ਅਤੇ ਮਨੁੱਖ ਨੂੰ ਦਾ ਅਨੁਭਵ ਜਿਹੜਾ ਉਹਨੂੰ ਕੇਂਦਰ ਵਿੱਚ ਲਿਆਉਣ ਵਾਸਤੇ ਵੱਖ-ਵੱਖ ਸਕਾਲਰਸ ਕੰਮ ਕਰ ਰਹੇ ਸੀਗੇ, ਜਿਨ੍ਹਾਂ 'ਚੋਂ ਕਾਂਟ ਨੇ ਉਹਨੂੰ ਕਿਹਾ ਵੀ ਇਹਦੇ ਕੋਲ ਰੀਜ਼ਨ ਹੈ, ਇਸ ਕਰਕੇ ਮਨੁੱਖ ਦਾ ਅਨੁਭਵ ਉੱਤਮ ਹੈ। ਅਤੇ ਦੇਕਾਰਤੇ ਨੇ ਵੀ ਇਹ ਕਹਿ ਤਾ ਵੀ ਕਿਉਂਕਿ ਇਹ ਸੋਚ ਸਕਦਾ ਆ, ਇਸ ਕਰਕੇ ਇਹ ਮਹੱਤਵਪੂਰਨ ਹੈ। ਸੋ ਸੋਚਣ ਦੀ ਸਮਰੱਥਾ ਵਾਲਾ ਜਿਹੜਾ ਸਬਜੈਕਟ ਆ ਜਾਂ ਜਿਹੜਾ ਸਵੈ ਆ, ਉਹ ਦੁਨੀਆ ਦਾ ਕੇਂਦਰ ਬਣ ਗਿਆ। ਇਸ ਵਿਭਾਜਨ ਨੇ ਹੀ ਮਨੁੱਖ ਦੀ ਆਪਣੀ ਹੋਣ ਦੇ ਸੂਖਮ ਪਸਾਰ ਸਾਹਮਣੇ ਲਿਆਂਦੇ, ਜਿਵੇਂ ਮਨੁੱਖ ਆਪਣੀਆਂ ਸਰਵ ਸੰਭਾਵਨਾਵਾਂ ਦਾ ਜਾਣੂ ਹੋਵੇ, ਜਿਹਨੂੰ ਸੈਲਫ ਕੌਨਸ਼ੀਅਸਨੈਸ ਕਿਹਾ। ਇਸ ਨੂੰ ਆਪਣੇ ਮਨ ਵਿੱਚ ਉਪਜ ਰਹੇ ਸਰਬੱਤਰ ਵਲਵਲਿਆਂ ਦੀ ਸੋਝੀ ਹੋਵੇ। ਇਸੇ ਲੜੀ ਵਿੱਚ ਅੰਦਰੂਨੀ ਅਤੇ ਬਹਿਰੂਨੀ ਦਵੰਦ ਨੂੰ ਰੱਖਿਆ ਜਾ ਸਕਦਾ। ਜਦੋਂ ਮਾਰਟਿਨ ਲੂਥਰ ਨੇ ਕਿਹਾ ਵੀ ਜਿਹੜਾ ਤੁਹਾਡਾ ਵਿਸ਼ਵਾਸ ਹੈ ਉਹ ਤੁਹਾਡੇ ਰੀਜ਼ਨ ਦੇ ਮੁਤਾਬਕ ਹੋਣਾ ਚਾਹੀਦਾ, ਭਾਵ ਕਿ ਰੀਜ਼ਨ ਇੱਕ ਵੱਖਰੀ ਚੀਜ਼ ਹੈ ਅਤੇ ਵਿਸ਼ਵਾਸ ਇੱਕ ਵੱਖਰੀ ਚੀਜ਼ ਹੈ। ਰੀਜ਼ਨ ਵਿਸ਼ਵਾਸ ਦੀ ਪਰਖ ਕਰੇਗਾ। ਫਿਰ ਕਾਂਟ ਨੇ ਉਹਦਾ ਕ੍ਰਿਟੀਕ ਕੀਤਾ, ਕ੍ਰਿਟੀਕ ਆਫ ਪਿਓਰ ਰੀਜ਼ਨ ਦੇ ਵਿੱਚ, ਅਤੇ ਉਹਨੇ ਦੱਸਿਆ ਵੀ ਜਿਹੜਾ ਐਕਸਪੀਰੀਅੰਸ ਆ ਉਹਦੇ ਕਿਹੜੇ ਸਟੈਪਸ ਆ, ਕਿਸ ਤਰ੍ਹਾਂ ਉਹ ਅਨੁਭਵ ਜਿਹੜਾ ਆ ਉਹ ਮਨੁੱਖ ਨੂੰ ਹੁੰਦਾ ਆ, ਮਨੁੱਖ ਦੇ ਅੰਦਰ ਵੱਖ-ਵੱਖ ਵਿਸ਼ਿਆਂ ਦਾ ਗਿਆਨ ਕਿਵੇਂ ਪੈਦਾ ਹੁੰਦਾ ਆ, ਉਹਦੀ ਕੰਸੈਪਚੁਲਾਈਜੇਸ਼ਨ ਕਿਵੇਂ ਹੁੰਦੀ ਆ, ਉਹ ਥਿਊਰਾਈਜ਼ ਕਿਵੇਂ ਕਰਦਾ ਹੈ ਚੀਜ਼ਾਂ ਨੂੰ, ਇਹਦਾ ਉਹਨੇ ਇੱਕ ਸਿਸਟਮ ਦਿੱਤਾ ਹੈ। ਅਤੇ ਇਹਦੇ ਨਾਲ ਕੀ ਹੋਇਆ ਕਿ ਅੰਦਰੂਨੀ ਅਤੇ ਬਹਿਰੂਨੀ ਜਿਹੜਾ ਸਾਡਾ ਅੰਦਰਲਾ ਅਨੁਭਵ ਹੈ ਅਤੇ ਬਾਹਰਲੀ ਦੁਨੀਆ ਆ, ਇਹਦੇ ਵਿੱਚ ਇੱਕ ਵਿੱਢ ਪੈ ਗਿਆ। ਪਹਿਲਾਂ ਇਹ ਨਹੀਂ ਸੀ, ਪਹਿਲਾਂ ਯੂਨਿਟੀ ਵਿੱਚ ਸਾਰਾ ਕੁਝ ਸੀਗਾ। ਜੋ ਮਨੁੱਖ ਦੇ ਅੰਦਰ ਹੈ ਉਹੀ ਮਨੁੱਖ ਦੇ ਬਾਹਰ ਇਹ ਮੰਨਿਆ ਜਾਂਦਾ ਸੀਗਾ। ਪਰ ਫਿਰ ਮਾਡਰਨਿਟੀ ਨੇ ਇਹ ਨਵੀਂ ਧਾਰਨਾ ਲਿਆਂਦੀ ਵੀ ਅੰਦਰ ਵਾਲਾ ਅਨੁਭਵ ਵੱਖਰਾ ਹੋ ਸਕਦਾ, ਬਾਹਰਲਾ ਵੱਖਰਾ ਹੋ ਸਕਦਾ।
ਔਰ ਇਹਦਾ ਉਹਨਾਂ ਨੇ ਇੱਕ ਸਿਸਟਮ ਦਿੱਤਾ ਜਿਹੜਾ ਬਿਲਕੁਲ ਜ਼ੋਰਦਾਰ ਸ਼ਾਨਦਾਰ ਤਰੀਕੇ ਨਾਲ ਫਿਲੋਸੋਫੀਕਲੀ ਇਸਟੈਬਲਿਸ਼ ਕੀਤਾ ਗਿਆ। ਇਹਦੇ ਵਿੱਚੋਂ ਹੀ ਆਤਮਨਿਸ਼ਟ ਅਤੇ ਵਸਤੂਨਿਸ਼ਟ ਦਾ ਜਾਂ ਸਬਜੈਕਟਿਵ ਅਤੇ ਓਬਜੈਕਟਿਵ ਦਾ ਦਵੰਧ ਜਿਹੜਾ ਉਹਨੂੰ ਸਮਝਿਆ ਜਾ ਸਕਦਾ। ਮਾਰਟਿਨ ਲੂਥਰ ਦੁਆਰਾ ਪੈਗੰਬਰੀ ਗਿਆਨ ਦਾ ਇੱਕੋ ਇੱਕ ਸੋਮਾ ਬਾਈਬਲ ਨੂੰ ਬਣਾਉਣ ਨਾਲ ਬਾਈਬਲ ਦੀ ਲਿਖਤ ਕੇਂਦਰ ਵਿੱਚ ਆਈ ਅਤੇ ਫਿਰ ਇਸ ਦੀ ਸਰਲਤਾ ਹਿਤ ਵਿਆਖਿਆ ਪ੍ਰਣਾਲੀ ਵਿਕਸਿਤ ਹੋਈ। ਜਦੋਂ ਮਾਰਟਿਨ ਲੂਥਰ ਨੇ ਇਹ ਗੱਲ ਕਹੀ ਵੀ ਬਾਈਬਲ ਹੀ ਕੇਂਦਰ ਆ ਸਾਰੇ ਕੁਛ ਦਾ, ਬਾਈਬਲ ਹੀ ਸੋਰਸ ਆ ਸਾਰੇ ਗਿਆਨ ਦਾ, ਤਾਂ ਫਿਰ ਬਾਈਬਲ ਕਿਉਂਕਿ ਹਿਬਰੂ ਭਾਸ਼ਾ ਵਿੱਚ ਸੀਗੀ, ਉਹਦੀ ਫਿਰ ਟਰਾਂਸਲੇਸ਼ਨ ਦੀ ਗੱਲ ਆਈ। ਉਹਨੂੰ ਟਰਾਂਸਲੇਟ ਕਿਵੇਂ ਕੀਤਾ ਜਾਵੇ, ਉਹਨੂੰ ਸਮਝਿਆ ਕਿਵੇਂ ਜਾਵੇ। ਫਿਰ ਉਹਦੇ ਵਿੱਚ ਉਹਨਾਂ ਦੇ ਜਿਹੜੇ ਉਹਨਾਂ ਨੇ ਟੂਲਸ ਡਿਵੈਲਪ ਕੀਤੇ। ਇਹਦੀ ਸਰਲਤਾ ਹਿੱਤ ਵਿਆਖਿਆ ਪ੍ਰਣਾਲੀ ਵਿਕਸਿਤ ਹੋਈ। ਇਸ ਵਿਆਖਿਆ ਪ੍ਰਣਾਲੀ ਵਿੱਚ ਬਾਈਬਲ ਰਾਹੀਂ ਬਾਈਬਲ ਦੀ ਵਿਆਖਿਆ ਬਾਈਬਲ ਦੇ ਵਿੱਚ ਹੀ ਹੋਰ ਕਈ ਥਾਵਾਂ ਦੇ ਉੱਤੇ ਕੀਤੀ ਹੋਈ ਆ। ਨਿਰੁਕਤੀ, ਕੋਸ਼ ਵਿਗਿਆਨ, ਵਿਆਕਰਨ ਦੀ ਮਦਦ ਨਾਲ ਕਰਨ ਦੇ ਨਾਲ ਨਾਲ ਮਨੁੱਖੀ ਵਿਵੇਕ ਉੱਪਰ ਵਧੇਰੇ ਬਲ ਦਿੱਤਾ ਗਿਆ। ਇਸ ਵਿਆਖਿਆ ਪ੍ਰਣਾਲੀ ਦੇ ਵਿਕਸਿਤ ਹੋਣ ਦੇ ਫਲਸਰੂਪ ਬਾਈਬਲ ਦੀ ਥਾਂ ਮਨੁੱਖ ਅਤੇ ਉਸ ਦੇ ਅਨੁਭਵ ਕੇਂਦਰ ਵਿੱਚ ਆ ਗਿਆ। ਇਸ ਨਾਲ ਨਿੱਜੀ ਧਰਮ ਅਨੁਭਵ ਦਾ ਸੰਕਲਪ ਪੈਦਾ ਹੋਇਆ। ਜਦੋਂ ਮਨੁੱਖ ਨੂੰ ਕੇਂਦਰ ਵਿੱਚ ਲਿਆਂਦਾ ਗਿਆ ਤਾਂ ਫਿਰ ਮਨੁੱਖ ਦੇ ਅਨੁਭਵ ਦੀ ਜਾਂ ਮਨੁੱਖ ਦੁਆਰਾ ਮੰਨੇ ਗਏ ਰੱਬ ਦੀ ਗੱਲ ਤੁਰੀ ਕਿ ਮਨੁੱਖ ਨੇ ਆਪ ਹੀ ਰੱਬ ਸਿਰਜਿਆ ਆ। ਮਨੁੱਖ ਦਾ ਨਿੱਜੀ ਅਨੁਭਵ ਹੀ ਜਿਹੜਾ ਸਾਰਾ ਗਿਆਨ ਹੈ ਉਹਦਾ ਸੋਮਾ ਆ, ਅਤੇ ਇਹੋ ਹੀ ਇਹਦੀ ਵਜ੍ਹਾ ਆ, ਅਤੇ ਇਹਦੀ ਪ੍ਰਕਿਰਤੀ ਮਨੁੱਖ ਦੇ ਨਿੱਜੀ ਅਨੁਭਵ ਦੇ ਮੁਤਾਬਕ ਹੈ। ਅੱਗੇ ਕਾਂਟ ਅਤੇ ਸਵੈ ਚੇਤਨਤਾ। ਪਲੈਟੋ ਤੋਂ ਬਾਅਦ ਪੱਛਮੀ ਫਲਸਫੇ ਦੇ ਇਤਿਹਾਸ ਵਿੱਚ ਕਾਂਟ ਦੇ ਫਲਸਫੇ ਦਾ ਮਹੱਤਵ ਬਹੁਤ ਜ਼ਿਆਦਾ ਹੈ। ਉਸ ਦੀਆਂ ਬਹੁਤ ਸਾਰੀਆਂ ਧਾਰਨਾਵਾਂ ਅੱਜ ਵੀ ਉਸੇ ਰੂਪ ਵਿੱਚ ਮੰਨੀਆਂ ਜਾਂਦੀਆਂ ਹਨ ਜਿਵੇਂ ਕਾਂਟ ਨੇ ਉਹਨਾਂ ਨੂੰ ਸਥਾਪਿਤ ਕੀਤਾ ਸੀ। ਕਾਂਟ ਨੇ ਮਨੁੱਖੀ ਅਨੁਭਵ ਦੀ ਸੰਰਚਨਾ ਦੇ ਨੇਮ ਸਥਾਪਿਤ ਕਰਨ ਦਾ ਯਤਨ ਕੀਤਾ। ਉਸ ਨੇ ਤਰਕ ਅਤੇ ਅਨੁਭਵ ਦੇ ਆਪਸੀ ਰਿਸ਼ਤੇ ਨੂੰ ਦਲੀਲ ਨਾਲ ਸਾਬਿਤ ਕੀਤਾ। ਕਾਂਟ ਅਨੁਸਾਰ ਸਦਾਚਾਰ ਦਲੀਲ ਦੁਆਰਾ ਸਿਰਜਿਆ ਜਾਂਦਾ ਹੈ। ਕਾਂਟ ਨੇ ਕਿਹਾ ਵੀ ਜਿਹੜੀ ਸਾਡੀ ਨੈਤਿਕਤਾ ਆ ਜਾਂ ਸਾਡਾ ਸਦਾਚਾਰ ਆ ਉਹ ਸਾਡੇ ਰੀਜ਼ਨ ਦੁਆਰਾ ਕੰਟਰੋਲ ਕੀਤਾ ਜਾਂਦਾ। ਉਸ ਨੇ ਤਰਕ ਅਤੇ ਅਨੁਭਵ ਦੇ ਆਪਸੀ ਰਿਸ਼ਤੇ ਨੂੰ ਦਲੀਲ ਨਾਲ ਸਾਬਿਤ ਕੀਤਾ। ਭਾਵ ਮਨੁੱਖੀ ਤਰਕ ਸ਼ਕਤੀ ਹੀ ਮਾਨਵੀ ਸਦਾਚਾਰ ਕੀਮਤਾਂ ਦੀ ਜਨਮਦਾਤੀ ਹੈ। ਕਾਂਟ ਅਨੁਸਾਰ ਸਮੁੱਚਾ ਗਿਆਨ ਵਰਗਾਂ ਦੀ ਸੂਝ ਵਿੱਚੋਂ ਉਪਜਦਾ ਹੈ ਅਤੇ ਵਰਗਾਂ ਦੀਆਂ ਤਰਤੀਬਾਂ ਮਨ ਦੀ ਪਾਰਗਾਮੀ ਸ਼ਕਤੀ ਦੁਆਰਾ ਨਿਰਧਾਰਿਤ ਹੁੰਦੀਆਂ ਹਨ। ਪਾਰਗਾਮੀ ਸ਼ਕਤੀ ਨੂੰ ਜਿਹੜਾ ਇਹਨੇ ਟਰਮ ਵਰਤੀ ਆ ਉਹ ਹੈਗੀ ਟਰਾਂਸਸੈਂਡੈਂਸ। ਅਤੇ ਟਰਾਂਸਸੈਂਡੈਂਸ ਨੂੰ ਸੌਖੀ ਤਰ੍ਹਾਂ ਸਮਝਣਾ ਹੋਵੇ ਤਾਂ ਅਸੀਂ ਕਹਿ ਸਕਦੇ ਵੀ ਜਿਹੜੀ ਕਲਪਨਾ ਆ, ਉਹ ਕਹਿੰਦਾ ਵੀ ਵੱਖ-ਵੱਖ ਤਰ੍ਹਾਂ ਦਾ ਗਿਆਨ ਸਾਡੇ ਕੋਲ ਆਉਂਦਾ ਹੈ ਜਿਹਨੂੰ ਅਸੀਂ ਕੈਟੇਗਰੀਜ਼ ਵਿੱਚ ਵੰਡ ਲੈਂਦੇ ਹਾਂ। ਉਹਨਾਂ ਕੈਟੇਗਰੀਜ਼ ਦੀ ਤਰਤੀਬ ਅਸੀਂ ਆਪਣੀ ਕਲਪਨਾ ਸ਼ਕਤੀ ਨਾਲ ਬਣਾਉਂਦੇ ਹਾਂ। ਇੱਕ ਵਿਦਵਾਨ ਹੋਇਆ, ਉਹਨੇ ਮਨ ਦੇ 4 ਹਿੱਸੇ ਕੀਤੇ। ਉਹ ਕਹਿੰਦਾ ਮਨ ਦੇ ਵਿੱਚ ਇੱਕ ਇੰਪੋਰਟੈਂਟ ਹਿੱਸਾ ਹੈਗਾ ਯਾਦ ਸ਼ਕਤੀ, ਇੱਕ ਹੈਗੀ ਤਰਕ ਸ਼ਕਤੀ, ਇੱਕ ਹੈਗੀ ਕਲਪਨਾ ਸ਼ਕਤੀ, ਅਤੇ ਇੱਕ ਹਿੱਸਾ ਸ਼ਾਇਦ ਉਹਨੇ ਲੌਜਿਕ ਦਾ ਬਣਾਇਆ। ਉਹ ਕਹਿੰਦਾ ਵੀ ਇਹ 4 ਹਿੱਸੇ ਆ ਜਿਨ੍ਹਾਂ ਨਾਲ ਮਨ ਦੀ ਸਾਰੀ ਸੰਰਚਨਾ ਸਿਰਜੀ ਜਾਂਦੀ ਹੈ, ਅਤੇ ਮਨ ਕੋਲ ਜਿੰਨਾ ਵੀ ਗਿਆਨ ਆਉਂਦਾ ਉਹ ਇਹਨਾਂ 4 ਚੀਜ਼ਾਂ ਦੇ ਆਪਸੀ ਸੰਯੋਗ ਨਾਲ ਹੀ ਕੈਟੇਗਰਾਈਜ਼ ਹੁੰਦਾ। ਤਾਂ ਜਿਹੜੀ ਟਰਾਂਸਸੈਂਡੈਂਸ ਹੈ ਉਹ ਸਾਡੀ ਕਲਪਨਾ ਸ਼ਕਤੀ ਹੈ ਕਾਂਟ ਦੇ ਮੁਤਾਬਕ। ਕਾਂਟ ਅਨੁਸਾਰ ਸਮੁੱਚਾ ਗਿਆਨ ਵਰਗਾਂ ਦੀ ਸੂਝ ਵਿੱਚੋਂ ਉਪਜਦਾ ਹੈ ਅਤੇ ਵਰਗਾਂ ਦੀਆਂ ਤਰਤੀਬਾਂ ਮਨ ਦੀ ਪਾਰਗਾਮੀ ਸ਼ਕਤੀ ਦੁਆਰਾ ਨਿਰਧਾਰਿਤ ਹੁੰਦੀਆਂ ਹਨ। ਇਸ ਤਰ੍ਹਾਂ ਪਾਰਗਮਤਾ ਗਿਆਨ ਦੀ ਸੰਭਾਵਨਾ ਨਾਲ ਜੁੜੀ ਇੱਕ ਅਲੱਗਾ ਨਾ ਕੀਤੀ ਜਾ ਸਕਣ ਵਾਲੀ ਸ਼ਕਤੀ ਵਜੋਂ ਸਥਾਪਿਤ ਹੋ ਗਈ। ਇਸ ਨਾਲ ਕਲਪਨਾ ਸ਼ਕਤੀ ਕੇਂਦਰ ਵਿੱਚ ਆਈ। ਦਰਅਸਲ ਕਾਂਟ ਦੁਆਰਾ ਤਰਕ ਦਲੀਲ ਦੇ ਵਿਸ਼ਲੇਸ਼ਣ ਦੁਆਰਾ ਪੱਛਮੀ ਪ੍ਰਤਿਭਾ ਨੂੰ ਮਨੁੱਖੀ ਅਨੁਭਵ ਦੇ ਨਿਯੰਤਰਣ ਦਾ ਆਧਾਰ ਪ੍ਰਦਾਨ ਕੀਤਾ ਗਿਆ। ਜਿਹੜੀ ਇਹਦੇ ਪਿੱਛੇ ਪੋਲੀਟਿਕਸ ਸੀ ਉਹ ਇਹ ਸੀ ਵੀ ਵੱਖ-ਵੱਖ ਤਰ੍ਹਾਂ ਦੇ ਅਨੁਭਵ ਹਨ ਦੁਨੀਆ ਵਿੱਚ। ਜਦੋਂ ਯੂਰਪੀਅਨ ਪ੍ਰਤਿਭਾ ਜਾਂ ਯੂਰਪੀਅਨ ਮਿਸ਼ਨਰੀ ਜਿਹੜੇ ਹਨ ਉਹ ਦੂਸਰੇ ਮੁਲਕਾਂ ਵਿੱਚ ਜਾਣਗੇ ਤਾਂ ਉੱਥੋਂ ਦਾ ਅਨੁਭਵ ਇਹਨਾਂ ਨੂੰ ਪ੍ਰੋਬਲਮ ਕ੍ਰੀਏਟ ਕਰ ਸਕਦਾ। ਇਸ ਕਰਕੇ ਕਾਂਟ ਉਹਨਾਂ ਨੂੰ ਆਧਾਰ ਦੇ ਰਿਹਾ ਸੀ ਵੀ ਜਿਹੜਾ ਸਾਰੀ ਦੁਨੀਆ ਦਾ ਜਿਹੜਾ ਅਨੁਭਵ ਆ ਉਹਨੂੰ ਥਿਊਰਾਈਜ਼ ਕਿਵੇਂ ਕੀਤਾ ਜਾਵੇ, ਅਤੇ ਉਹਨਾਂ ਨੂੰ ਕਿਵੇਂ ਸਮਝਾਇਆ ਜਾਵੇ ਵੀ ਤੁਹਾਡਾ ਅਨੁਭਵ ਵੀ ਉਹੋ ਹੀ ਆ ਜਿਹਦੇ ਬਾਰੇ ਕਾਂਟ ਨੇ ਥਿਊਰੀ ਦਿੱਤੀ ਹੈ। ਕਾਂਟ ਤੋਂ ਪਹਿਲਾਂ ਰੈਸ਼ਨਲਿਸਟ ਅਤੇ ਐਂਪੀਰੀਸਿਸਟ ਪਰੰਪਰਾਵਾਂ ਇਹੀ ਗੱਲ ਵੱਖ-ਵੱਖ ਤੌਰ 'ਤੇ ਕਰ ਰਹੀਆਂ ਸਨ, ਪਰ ਕਾਂਟ ਨੇ ਇਹਨਾਂ ਦੋਹਾਂ ਦਾ ਸੰਯੋਗ ਕਰ ਦਿੱਤਾ। ਇਸ ਨਾਲ ਮਨੁੱਖੀ ਗਿਆਨ ਦੀ ਪ੍ਰਣਾਲੀ ਨੂੰ ਸਮਝ ਲੈਣ ਦੀ ਧਾਰਨਾ ਪੈਦਾ ਹੋਈ ਅਤੇ ਇਸ ਨੂੰ ਵਿਸ਼ਵ ਵਿਆਪੀ ਸਿਧਾਂਤ ਵਜੋਂ ਸਥਾਪਿਤ ਕੀਤਾ ਗਿਆ। ਯੂਨੀਵਰਸਲਾਈਜੇਸ਼ਨ ਦੀ ਗੱਲ ਸਧਾਰਨ ਕਰਕੇ ਗਏ। ਪੱਛਮੀ ਪ੍ਰਤਿਭਾ ਨੇ ਗੈਰ ਪੱਛਮੀ ਅਨੁਭਵਾਂ ਦੀ ਵਿਭਿੰਨਤਾ ਨੂੰ ਇਸ ਧਾਰਨਾ ਦੀ ਵਿਸ਼ਵ ਵਿਆਪਕਤਾ ਦੇ ਘੇਰੇ ਵਿੱਚ ਲੈ ਆਂਦਾ। ਕਾਂਟ ਦੇ ਚਿੰਤਨ ਵਿੱਚ ਰੀਜ਼ਨ, ਟਰਾਂਸੈਂਡੈਂਟਲ, ਗੋਡ, ਸੈਲਫ ਐਂਡ ਵਰਲਡ, ਉਹ ਜਿਹੜੇ 3 ਸਬਜੈਕਟ ਮੈਂ ਭੁੱਲ ਗਿਆ ਸੀਗਾ, ਉਹ ਸੀਗੇ ਗੋਡ, ਸੈਲਫ ਅਤੇ ਵਰਲਡ। ਇਹ ਪ੍ਰਮੁੱਖ ਸੰਕਲਪ ਹਨ। ਕਾਂਟੀਅਨ ਫਲਸਫੇ ਦੀ ਮਦਦ ਨਾਲ ਮਨੁੱਖ ਆਪਣੇ ਸਵੈ ਪ੍ਰਤੀ ਵਧੇਰੇ ਜਾਗਰੂਕ ਹੋਇਆ। ਉਸ ਨੂੰ ਆਪਣੀਆਂ ਮਾਨਸਿਕ ਸ਼ਕਤੀਆਂ ਅਤੇ ਸੰਭਾਵਨਾਵਾਂ ਦੀ ਦਲੀਲ ਪੂਰਵਕ ਸਮਝ ਦਾ ਅਹਿਸਾਸ ਹੋਇਆ।
ਇਸੇ ਅਹਿਸਾਸ ਨੇ ਸਵੈ ਚੇਤਨਤਾ ਵਜੋਂ ਸੰਕਲਪਕ ਸ਼ਕਲ ਇਖਤਿਆਰ ਕੀਤੀ। ਉਹ ਕਾਂਤ ਦੇ ਪਿਓਰ ਰੀਜ਼ਨ ਜਾਂ ਕ੍ਰਿਟੀਕ ਆਫ ਪਿਓਰ ਰੀਜ਼ਨ ਤੋਂ ਬਾਅਦ ਮਨੁੱਖੀ ਅਨੁਭਵ ਵਿੱਚ ਇੱਕ ਤਬਦੀਲੀ ਆਈ ਕਿ ਮਨੁੱਖ ਸਵੈ ਪ੍ਰਤੀ ਚੇਤਨ ਹੋਇਆ ਕਿ ਮੇਰੇ ਅੰਦਰ ਜਿਹੜਾ ਗਿਆਨ ਆ ਰਿਹਾ ਉਹਦੀ ਪ੍ਰਕਿਰਿਆ ਕੀ ਹੈ, ਮੈਨੂੰ ਸਮਝ ਕਿਵੇਂ ਲੱਗ ਰਹੀ ਹੈ। ਸੋ ਇਹਦੇ ਬਾਰੇ ਕਾਫੀ ਲੰਬੀ ਚੌੜੀ ਡਿਸਕਸ਼ਨ ਫਿਰ ਵੈਸਟਰਨ ਫਿਲਾਸਫੀ ਵਿੱਚ ਚੱਲੀ। ਹੀਗਲ ਨੇ ਇਸੇ ਸਵੈ ਚੇਤਨਤਾ ਦੇ ਪ੍ਰਗਟਾਵੇ ਨੂੰ ਇਤਿਹਾਸਕ ਵਹਿਣ ਵਿੱਚ ਉੱਚੇ ਅਤੇ ਨੀਵੇਂ ਦਰਜੇ ਨਿਰਧਾਰਿਤ ਕਰਨ ਦਾ ਆਧਾਰ ਬਣਾਇਆ। ਉਸ ਨੇ ਇਤਿਹਾਸ ਦੇ ਫਲਸਫੇ 'ਚ ਉਹਨਾਂ ਧਰਮਾਂ ਨੂੰ ਉੱਚੇ ਦਰਜੇ ਉੱਪਰ ਰੱਖਿਆ ਜਿਨ੍ਹਾਂ ਵਿੱਚ ਸਵੈ ਚੇਤਨਤਾ ਦਾ ਪ੍ਰਗਟਾਵਾ ਪੂਰੇ ਜਲਾਓ ਨਾਲ ਹੋਇਆ ਸੀ ਅਤੇ ਇਹ ਕੇਵਲ ਯੂਰਪੀਅਨ ਮਸੀਹੀਅਤ ਵਿੱਚ ਹੀ ਹੋਇਆ ਸੀ। ਬਾਕੀ ਏਸ਼ੀਅਨ ਧਰਮਾਂ ਵਿੱਚ ਕੇਵਲ ਮੁੱਢਲੇ ਪੜਾਅ ਉੱਪਰ ਹੀ ਸੀ। ਸਵੈ ਚੇਤਨਤਾ ਦੇ ਪ੍ਰਗਟਾਵੇ ਦਾ ਭਾਵ ਪ੍ਰਾਪਤ ਕੀਤੇ ਗਿਆਨ ਰਾਹੀਂ ਸੰਸਾਰਕ ਸ਼ਕਤੀ ਦੀਆਂ ਉਦਾਹਰਨਾਂ ਪੈਦਾ ਕਰਨ ਦੇ ਅਰਥਾਂ ਵਜੋਂ ਹੈ। ਸੰਸਾਰਕ ਸ਼ਕਤੀ ਦੀਆਂ ਉਦਾਹਰਨਾਂ ਕੀ ਹੈ? ਜਿਹਦੇ ਵਿੱਚ ਆਰਕੀਟੈਕਚਰ ਹੈ, ਜਿਹਦੇ ਵਿੱਚ ਵੈਪਨਰੀ ਹੈ, ਜਿਹਦੇ ਵਿੱਚ ਹੋਰ ਇੰਡਸਟਰੀਲਾਈਜੇਸ਼ਨ ਹੈ, ਇਹ ਸੰਸਾਰਕ ਸ਼ਕਤੀ ਦੀਆਂ ਉਦਾਹਰਨਾਂ ਹੈ। ਉਹਨੇ ਕਿਹਾ ਵੀ ਜਿਨ੍ਹਾਂ ਦੇ ਵਿੱਚ ਸੈਲਫ ਕੌਨਸ਼ੀਅਸਨੈਸ ਜ਼ਿਆਦਾ ਹੈ। ਸੈਲਫ ਕੌਨਸ਼ੀਅਸਨੈਸ ਤੋਂ ਭਾਵ ਕਿ ਜਿਹੜਾ ਨੇਚਰ ਦਾ ਗਿਆਨ ਹੈ ਉਹਨੂੰ ਕਿੰਨਾ ਸਿਸਟੇਮੈਟਿਕ ਤਰੀਕੇ ਨਾਲ, ਵਿਗਿਆਨਕ ਤਰੀਕੇ ਨਾਲ ਸਮਝਿਆ ਗਿਆ ਔਰ ਨੇਚਰ ਉੱਪਰ ਕਿੰਨਾ ਕੰਟਰੋਲ ਕਰਕੇ ਕਿਹੋ ਜਿਹੀ ਸਿਵਿਲਾਈਜੇਸ਼ਨ ਪੈਦਾ ਕੀਤੀ ਗਈ, ਇਹ ਹੀਗਲ ਕਹਿ ਰਿਹਾ ਸੀ। ਧਰਮ ਉੱਪਰ ਉਸਰੀ ਸੱਭਿਅਤਾ ਪ੍ਰਾਪਤ ਕੀਤੇ ਗਿਆਨ ਨਾਲ ਕਿਹੋ ਜਿਹੇ ਗਿਆਨ ਪ੍ਰਬੰਧ, ਵਿਗਿਆਨਕ ਤਰੱਕੀ, ਕਲਾਤਮਕ ਸੋਚ ਅਤੇ ਜੇਤੂ ਜੰਗੀ ਮਿਜਾਜ ਪੈਦਾ ਹੋਏ। ਇਸੇ ਆਧਾਰ 'ਤੇ ਉਸਨੇ ਏਸ਼ੀਅਨ ਧਰਮਾਂ ਅਤੇ ਕੌਮਾਂ ਨੂੰ ਨੀਮ ਚੇਤਨਤਾ ਦੀ ਹਾਲਤ ਵਿੱਚ ਦਰਸਾਇਆ ਅਤੇ ਯੂਰਪੀ ਮਸੀਹੀਅਤ ਨੂੰ, ਜਿਹਨੂੰ ਕ੍ਰਿਸਚੈਨਿਟੀ ਨੂੰ, ਪਰਮ ਚੇਤਨਤਾ ਦੀ ਹਾਲਤ ਵਿੱਚ। ਉਹਦੇ ਵਿੱਚ ਇੱਕ ਕਨਸੈਪਟ ਆਉਂਦਾ ਨਾਓ ਮੂਵਮੈਂਟ। ਉਹ ਕਹਿੰਦਾ ਵੀ ਹੁਣ ਜਿਹੜਾ ਇਸ ਵੇਲੇ ਸਮਾਂ ਆ, ਜਿਹੜਾ ਕਿ ਉਸ ਵੇਲੇ 1822 ਦੇ ਲਗਭਗ ਸੀਗਾ, 1822 ਵਿੱਚ ਉਹਨੇ ਉਹ ਲੈਕਚਰ ਦਿੱਤੇ ਸੀਗੇ, ਸ਼ਾਇਦ ਇੰਨੇ ਕੁ ਸਨ ਸੀਗੇ। ਉਹਦੇ ਵਿੱਚ ਉਹਨੇ ਇਹ ਕਿਹਾ ਵੀ ਹੁਣ ਜਿਹੜਾ ਸਮਾਂ ਆ ਉਹ ਯੂਰਪ ਦਾ ਸਮਾਂ ਆ, ਕਿਉਂਕਿ ਯੂਰਪ ਕੋਲ ਜਿਹੜੀ ਪਰਮ ਚੇਤਨਤਾ ਦੀ ਅਵਸਥਾ ਆ, ਜਿਹੜਾ ਇਹਦਾ ਗਿਆਨ ਆ ਉਹਦੇ ਬਾਰੇ ਯੂਰਪ ਚੇਤਨ ਆ। ਯੂਰਪ ਨੇ ਆਪਣੇ ਗਿਆਨ ਨੂੰ ਕੁਦਰਤ ਦਾ ਨਿਯੰਤਰਣ ਕਰਨ ਦੇ ਵਧੇਰੇ ਸਮਰੱਥ ਬਣਾ ਲਿਆ। ਯੂਰਪੀਅਨ ਪ੍ਰਤਿਭਾ ਨੇ ਇਹਨਾਂ ਸਿਧਾਂਤਾਂ ਨੂੰ ਆਤਮਸਾਤ ਕੀਤਾ ਅਤੇ ਇਹਨਾਂ ਦੀ ਵਿਸ਼ਵ ਵਿਆਪਕਤਾ ਨੂੰ ਯਕੀਨੀ ਬਣਾਇਆ। ਯੂਰਪੀਅਨ ਮੁਲਕਾਂ ਦੁਆਰਾ ਅਧੀਨ ਕੀਤੇ ਮੁਲਕਾਂ ਦੇ ਸੱਭਿਆਚਾਰ ਅਤੇ ਧਰਮ ਇਹਨਾਂ ਧਾਰਨਾਵਾਂ ਦੀ ਰੋਸ਼ਨੀ ਵਿੱਚ ਸਮਝੇ ਗਏ ਅਤੇ ਉਲਥਾ ਕੀਤੇ ਗਏ। ਫਿਰ ਆਪਣੇ ਵਿਦਿਅਕ ਪ੍ਰਬੰਧ ਰਾਹੀਂ ਮੁੜ ਪੜ੍ਹਾਏ ਗਏ ਅਤੇ ਦ੍ਰਿੜ ਕਰਵਾਏ ਗਏ। ਭਾਰਤ ਦੇ ਸੰਦਰਭ ਵਿੱਚ ਭਾਰਤੀ ਸੰਸਕ੍ਰਿਤ ਗ੍ਰੰਥਾਂ ਦੇ ਉਲਥੇ ਲਈ ਵਿਸ਼ੇਸ਼ ਵਿਦਵਾਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ। ਇਹ ਉਲਥੇ ਅੰਗਰੇਜ਼ ਸਰਕਾਰ ਦੀ ਸਰਪ੍ਰਸਤੀ ਅਧੀਨ ਕੀਤੇ ਅਤੇ ਕਰਵਾਏ ਗਏ। ਇਸ ਪਿੱਛੇ ਪਹਿਲਾ ਉਦੇਸ਼ ਰਾਜ ਕਰਨ ਲਈ ਨੀਤੀ ਉਲੀਕਣ ਵਾਸਤੇ ਅਧੀਨ ਕੀਤੇ ਗਏ ਲੋਕਾਂ ਦੇ ਗਿਆਨ ਸਰੋਤ ਨੂੰ ਸਮਝਣ ਦੀ ਲੋੜ ਸੀ ਕਿ ਜਿਹੜੇ ਲੋਕਾਂ ਨੂੰ ਉਹਨਾਂ ਨੇ ਅਧੀਨ ਕੀਤਾ ਹੈ ਉਹਨਾਂ ਦਾ ਗਿਆਨ ਦਾ ਸੋਮਾ ਕੀ ਹੈ। ਸਾਡੇ ਇੱਥੋਂ ਦੇ ਜਿਹੜੇ ਧਰਮ ਸੀਗੇ, ਉਹਨਾਂ ਦੇ ਧਰਮ ਗ੍ਰੰਥ ਸੀਗੇ ਜਿਹੜੇ ਲੋਕਾਂ ਨੂੰ ਗਿਆਨ ਦਾ ਸੋਮਾ ਬਣੇ ਹੋਏ ਸੀਗੇ। ਧਰਮ ਭਾਰਤੀ ਲੋਕਾਂ ਨੂੰ ਵਿਸ਼ਵ ਦ੍ਰਿਸ਼ਟੀ ਪ੍ਰਦਾਨ ਕਰਦਾ ਸੀ, ਇਸ ਲਈ ਧਰਮ ਅਤੇ ਧਾਰਮਿਕ ਗਿਆਨ ਦੇ ਸੋਮੇ ਸਭ ਤੋਂ ਪਹਿਲਾਂ ਤਰਜਮਾ ਕੀਤੇ ਗਏ। ਇਹਨਾਂ ਤਰਜਮਿਆਂ ਵਿੱਚ ਬਹੁਤ ਹੀ ਨਿਪੁੰਨ ਵਿਦਵਾਨਾਂ ਨੇ ਕੰਮ ਕੀਤਾ ਅਤੇ ਸਰਕਾਰ ਅੰਗਰੇਜ਼ੀ ਦੁਆਰਾ ਇਹਨਾਂ ਦੀ ਸ਼ਾਨੋ ਸ਼ੌਕਤ ਸਥਾਪਿਤ ਕਰਨ ਦੇ ਪੂਰੇ ਯਤਨ ਕੀਤੇ ਗਏ। ਇਹ ਤਰਜਮੇ ਵਿਉਂਤਬੱਧ ਤਰੀਕੇ ਨਾਲ ਮੂਲ ਅਨੁਭਵ ਨੂੰ ਪੱਛਮੀ ਸੱਚਿਆਂ ਵਿੱਚ ਸਮਾਉਣ ਲਈ ਕੱਟਣ ਛਾਂਗਣ ਦੇ ਅਮਲ ਨੂੰ ਵੀ ਬਾਦਸਤੂਰ ਜਾਰੀ ਰੱਖਦੇ ਹਨ। ਜਿਹੜੀ ਟਰਾਂਸਲੇਸ਼ਨ ਆ ਉਹ ਪੂਰੀ ਟਰਾਂਸਲੇਸ਼ਨ ਸੰਭਵ ਨਹੀਂ ਆ। ਇਹ ਹੁਣ ਜਿਹੜੇ ਭਾਸ਼ਾ ਵਿਗਿਆਨੀ ਉਹਨਾਂ ਨੇ ਵੀ ਇਹਨੂੰ ਮੰਨ ਲਿਆ ਕਿ ਕਿਸੇ ਵੀ ਸਬਜੈਕਟ ਦੀ ਦੂਸਰੀ ਭਾਸ਼ਾ ਵਿੱਚ ਪੂਰੀ ਟਰਾਂਸਲੇਸ਼ਨ ਸੰਭਵ ਨਹੀਂ ਹੈ। ਪਰ ਜਦੋਂ ਟਰਾਂਸਲੇਸ਼ਨ ਹੋ ਹੀ ਕਿਸੇ ਪੋਲੀਟੀਕਲ ਏਜੰਡੇ ਕਰਕੇ ਰਹੀ ਹੋਵੇ ਤਾਂ ਫਿਰ ਉਹਦੇ ਵਿੱਚ ਬਹੁਤ ਜ਼ਿਆਦਾ ਹਿੱਸਾ ਕੱਟ ਵੱਢ ਦਿੱਤਾ ਜਾਂਦਾ ਅਤੇ ਉਹਦੇ ਵਿੱਚੋਂ ਬਹੁਤ ਥੋੜ੍ਹਾ ਹਿੱਸਾ ਜਿਹੜਾ ਉਹਨੂੰ ਉਸ ਰੱਖਿਆ ਜਾਂਦਾ। ਤਾਂ ਇਹਦੀ ਲੋੜ ਕੀ ਸੀ? ਕਿਉਂਕਿ ਜਦੋਂ ਉਹਨਾਂ ਨੇ ਬਾਕੀ ਹਿੰਦੁਸਤਾਨ ਨੂੰ ਆਪਣੇ ਅਧੀਨ ਕੀਤਾ ਤਾਂ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਇੱਥੇ ਰਾਜ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਚੜ੍ਹਤ ਵੇਖ ਕੇ ਉਹਨਾਂ ਨੇ ਸੋਚਿਆ ਵੀ ਕੱਲ੍ਹ ਨੂੰ ਅਸੀਂ ਇਹਨਾਂ ਨੂੰ ਵੀ ਆਪਣੇ ਅਧੀਨ ਕਰਨਾ। ਬਹੁਤ ਸਾਰੀਆਂ ਚੀਜ਼ਾਂ ਛਪੀਆਂ ਹੋਈਆਂ ਮਿਲਦੀਆਂ ਜਿਹਦੇ ਵਿੱਚ ਉਹਨਾਂ ਦੀ ਚਿੱਠੀ ਪੱਤਰ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਅਧੀਨ ਕਰਨ ਲਈ ਸਾਨੂੰ ਕਿਹੋ ਜਿਹਾ ਜਰਨੈਲ ਚਾਹੀਦਾ। ਤਾਂ ਉਹਨਾਂ ਨੇ ਪਹਿਲਾਂ ਸਿੱਖਾਂ ਨੂੰ ਸਮਝਣ ਲਈ, ਸਿੱਖਾਂ ਦੀ ਜਿਹੜੀ ਆਜ਼ਾਦ ਹਸਤੀ ਆ ਜਾਂ ਸਿੱਖਾਂ ਦਾ ਜਿਹੜਾ ਐਕਸ਼ਨ ਆ, ਇਹਦੀ ਪ੍ਰੇਰਨਾ ਕੀ ਆ, ਇਹਦੇ ਪਿੱਛੇ ਕਿਹੜੇ ਸੋਮੇ ਕੰਮ ਕਰਦੇ ਆ, ਇਹਨੂੰ ਸਮਝਣ ਲਈ ਉਹਨਾਂ ਨੇ ਟਰਾਂਸਲੇਸ਼ਨਸ ਕੀਤੀਆਂ ਜਾਂ ਇਹਦੀ ਸਮਝਣ ਦਾ ਇੱਕ ਪ੍ਰੋਸੈਸ ਚਲਾਇਆ। ਜਿਹਨੂੰ ਉਹਨਾਂ ਨੇ ਵੇਖਿਆ ਵੀ ਸਿੱਖਾਂ ਦੀ ਜਿਹੜੀ ਪ੍ਰਤਿਭਾ ਆ ਜਾਂ ਸਿੱਖਾਂ ਦਾ ਜਿਹੜਾ ਐਕਸ਼ਨ ਆ ਉਹਦੇ ਪਿੱਛੇ ਇਹਨਾਂ ਦੀ ਇਤਿਹਾਸਕ ਪਰੰਪਰਾ ਦਾ ਜ਼ੋਰ ਕੰਮ ਕਰਦਾ। ਅਤੇ ਉਹਨਾਂ ਨੇ ਉਹਦੇ ਨਾਲ ਉਹਨੂੰ ਤੋੜਨ ਦੀ, ਉਹਨੂੰ ਭੰਗ ਕਰਨ ਦੇ ਲਈ ਇੱਕ ਪਲੈਨਿੰਗ ਬਣਾਈ। ਅਤੇ ਦੂਸਰਾ ਉਹਨਾਂ ਨੂੰ ਇਹ ਵੀ ਸੀ ਵੀ ਜਿਹੜੀ ਵੈਸਟਰਨ ਜੀਨੀਅਸ ਆ ਉਹ ਆਪਣੀ ਜੈਨੂਇਨਟੀ ਵਿੱਚੋਂ ਕਿਤੇ ਸਿੱਖੀ ਵੱਲ ਝੁਕ ਨਾ ਜਾਵੇ। ਸੋ ਯੂਰਪੀਅਨ ਨੇਸ਼ਨ ਜਾਂ ਯੂਰਪੀਅਨ ਜਿਹੜੇ ਵੱਡੇ ਸਕੋਲਰ ਸੀਗੇ ਉਹਨਾਂ ਨੂੰ ਇਹ ਡਰ ਸੀ ਵੀ ਜੇ ਸਿੱਖੀ ਦੇ ਵਿੱਚ ਕੋਈ ਪੋਜ਼ੀਟਿਵਿਟੀ ਹੈ, ਕਿਉਂਕਿ ਹੀਗਲ ਨੇ ਆਪਣੀ ਜਿਹੜੇ ਲੈਕਚਰ ਔਨ ਫਿਲਾਸਫੀ ਆਫ ਹਿਸਟਰੀ ਆ ਉਹਦੇ ਵਿੱਚ ਸਿੱਖਾਂ ਦੀ ਬਹੁਤ ਤਾਰੀਫ ਕੀਤੀ ਸੀ। ਉਹਨੇ ਕਿਹਾ ਵੀ ਇਹ ਬਹੁਤ ਡੈਮੋਕ੍ਰੈਟਿਕ ਆ
ਤੇ ਇਹ ਇੱਕ ਰੱਬ ਨੂੰ ਮੰਨਦੇ ਆ। ਤੇ ਉਹਨਾਂ ਨੇ ਫਿਰ ਜਿਹੜੀ ਸਾਡੇ ਕੋਲ ਇੱਥੇ ਈਸਟ ਇੰਡੀਆ ਕੰਪਨੀ ਸੀਗੀ, ਉਹਨਾਂ ਨੇ ਸੋਚਿਆ ਵੀ ਜਿਹੜੀ ਸਾਡੀ ਜੈਨੂਅਨ ਧਿਰ ਆ ਉਹ ਸਿੱਖੀ ਵੱਲ ਕਿਤੇ ਟਿਲਟ ਨਾ ਹੋ ਜੇ, ਇਹ ਕਰਕੇ ਇਹਨੂੰ ਰੋਕਣ ਵਾਸਤੇ ਉਹਨਾਂ ਨੂੰ ਸਮਝਾਉਣ ਲਈ ਜਿਹੜੇ ਉਹ ਟਰਾਂਸਲੇਸ਼ਨਸ ਕੀਤੇ। ਅਤੇ ਦੂਸਰਾ ਉਹਨਾਂ ਨੂੰ ਇਹ ਜ਼ਰੂਰੀ ਸੀ ਵੀ ਜਿਹੜੀ ਸਿੱਖਾਂ ਦੀ ਸ਼ਕਤੀ ਆ ਉਹਨੂੰ ਉਲਝਾਇਆ ਜਾਵੇ, ਉਹਨੂੰ ਹੋਰ ਪਾਸੇ ਡਾਇਵਰਟ ਕਰਕੇ ਹੋਰ ਕੰਮਾਂ ਵਿੱਚ ਖਰਚ ਕਰਵਾਇਆ ਜਾਵੇ, ਤਾਂ ਕਿ ਉਹ ਆਪਣੇ ਜਿਹੜੇ ਰਾਜਨੀਤਿਕ ਆਦਰਸ਼ ਅਤੇ ਜਿਹੜੇ ਹੋਰ ਏਜੰਡੇ ਆ ਉਹਨਾਂ ਦੇ ਉਹਨੂੰ ਪ੍ਰਾਪਤ ਕਰਨ ਵੱਲੋਂ ਡਾਇਵਰਟ ਹੋ ਜੇ। ਅੰਗਰੇਜ਼ਾਂ ਦੁਆਰਾ ਸੰਨ 1849 ਈਸਵੀ ਵਿੱਚ ਖਾਲਸਾ ਰਾਜ ਨੂੰ ਆਪਣੇ ਅਧੀਨ ਕਰ ਲਿਆ ਗਿਆ। ਇਸ ਤੋਂ ਪਹਿਲਾਂ ਹੀ ਅੰਗਰੇਜ਼ਾਂ ਨੂੰ ਅਨੁਭਵ ਹੋ ਗਿਆ ਸੀ ਕਿ ਬਰਤਾਨਵੀ ਹਕੂਮਤ ਨੂੰ ਸਿੱਖਾਂ ਉੱਪਰ ਫਤਿਹਯਾਬ ਹੋਣ ਲਈ ਫਸਵੀਂ ਟੱਕਰ ਦੇਣੀ ਪਵੇਗੀ। ਇਸ ਲਈ ਉਹਨਾਂ ਨੇ ਸਿੱਖਾਂ ਨੂੰ ਸਮਝਣ ਦੀ ਕਵਾਇਦ ਚਰੋਕਣੀ ਆਰੰਭ ਕਰ ਦਿੱਤੀ ਸੀ। ਸਿੱਖ ਧਰਮ ਸੰਬੰਧੀ ਮੁੱਢਲੀ ਜਾਣਕਾਰੀ ਏਸ਼ੀਆਟਿਕ ਸੁਸਾਇਟੀ ਦੇ ਖੋਜ ਪੱਤਰਾਂ ਵਿੱਚ ਛਾਪੀ ਜਾ ਚੁੱਕੀ ਸੀ, ਪਰ ਪਹਿਲਾ ਅਧਿਕਾਰਤ ਤਰਜਮਾ ਅਰਨੈਸਟ ਟਰੰਪ ਦੁਆਰਾ 1877 ਈਸਵੀ ਵਿੱਚ ਛਾਪਿਆ ਗਿਆ। ਇਹ ਤਰਜਮਾ ਭਾਵੇਂ ਸਿੱਖਾਂ ਦੁਆਰਾ ਰੱਦ ਕਰ ਦਿੱਤਾ ਗਿਆ ਅਤੇ ਇਸ ਦੀ ਸਖਤ ਨਿੰਦਿਆ ਕੀਤੀ ਗਈ, ਪਰ ਸਿੱਖ ਇਸ ਨੂੰ ਪ੍ਰਤੀ ਉੱਤਰ ਦੇਣ ਦੀ ਕਵਾਇਦ ਸਮੇਂ ਇਸ ਦੇ ਅੰਤਰੀਵ ਤਰਕ ਵਿੱਚ ਉਲਝ ਗਏ। ਸਿੱਖਾਂ ਨੇ ਐਕਸੈਪਟ ਨਹੀਂ ਕੀਤਾ ਟਰੰਪ ਦਾ ਜਿਹੜਾ ਤਰਜਮਾ ਸੀ, ਪਰ ਉਹਨੂੰ ਜਵਾਬ ਦੇਣ ਦੀ ਇੱਕ ਪ੍ਰਕਿਰਿਆ ਜਿਹੜੀ ਉਹ ਸਿੱਖਾਂ ਵਿੱਚ ਸ਼ੁਰੂ ਹੋਈ। ਟਰੰਪ ਨੇ ਗੁਰੂ ਗ੍ਰੰਥ ਸਾਹਿਬ ਦਾ ਤਰਜਮਾ ਕਰਦਿਆਂ ਕੁਝ ਕੁ ਧਾਰਨਾਵਾਂ ਸਥਾਪਿਤ ਕੀਤੀਆਂ ਜਿਨ੍ਹਾਂ ਨੇ ਸਿੱਖਾਂ ਨੂੰ ਪ੍ਰਤੀ ਉੱਤਰ ਦੇਣ ਲਈ ਉਕਸਾਇਆ, ਅਤੇ ਇਹੀ ਪ੍ਰਤੀ ਉੱਤਰ ਅੱਜ ਤੱਕ ਵਿਭਿੰਨ ਪੱਧਰਾਂ ਉੱਪਰ ਕਾਰਜਸ਼ੀਲ ਹੈ। ਉਹਨੇ ਕੁਝ ਕੁ ਇਤਰਾਜ਼ ਉਠਾਏ ਨੇ। ਨੰਬਰ 1, ਗੁਰੂ ਗ੍ਰੰਥ ਸਾਹਿਬ ਵਿੱਚ ਵਿਚਾਰਾਂ ਦਾ ਕ੍ਰਮ ਸਹੀ ਨਹੀਂ ਹੈ। ਉਹ ਕਹਿੰਦਾ ਵੀ ਸਿਸਟਮ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਵਿੱਚ। ਗੁਰੂ ਗ੍ਰੰਥ ਸਾਹਿਬ ਵਿੱਚ ਵਿਚਾਰਸ਼ੀਲ ਪ੍ਰਣਾਲੀ ਦੀ ਅਣਹੋਂਦ ਹੈ। ਇਹਨਾਂ ਵਿਚਾਰਾਂ ਦੀਆਂ ਲੜੀਆਂ ਨਹੀਂ ਬਣਦੀਆਂ ਅਤੇ ਮੇਰੇ ਤਰਜਮੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਇਹ ਪ੍ਰਣਾਲੀ ਪ੍ਰਾਪਤ ਹੋ ਜਾਏਗੀ। ਸੋ ਮੈਂ ਉਹਦੀ ਹੂਬਹੂ ਕੋਟੇਸ਼ਨ ਇੰਗਲਿਸ਼ ਵਿੱਚ ਤੁਹਾਨੂੰ ਸੁਣਾਉਣੀ ਚਾਹੁੰਦਾ। ਉਹ ਕਹਿੰਦਾ, ਨਾਨਕ ਵਾਜ਼ ਨਾਟ ਏ ਸਪੈਕੂਲੇਟਿਵ ਫਿਲਾਸਫਰ who built up a concise system of scientific principles. His thoughts were uttered in a loose way, now scattered throughout the Granth, and must first be patiently searched out and collected into a whole prior to forming an idea of his tenets. ਉਹ ਕਹਿੰਦਾ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਗੁਰੂ ਨਾਨਕ ਸਾਹਿਬ ਦੇ ਵਿਚਾਰ ਆ ਉਹ ਖਿਲਰੇ ਪੁਲਰੇ ਹੋਏ ਆ, ਉਹਨਾਂ ਨੂੰ ਇੱਕ ਸਿਸਟੇਮੈਟਿਕ ਰੂਪ ਦੇਣ ਦੀ ਲੋੜ ਹੈ। ਇਹ ਟਰੰਪ ਨੇ ਆਪਣੀ ਲਿਖਤ ਵਿੱਚ ਕਹਿ ਦਿੱਤਾ। ਗੁਰੂ ਨਾਨਕ ਕੋਈ ਵਿਚਾਰਸ਼ੀਲ, ਜਿਹੜੀ ਮੈਂ ਹੁਣੇ ਤੁਹਾਨੂੰ ਅੰਗਰੇਜ਼ੀ ਪੜ੍ਹ ਕੇ ਹਟਿਆ, ਕੋਈ ਵਿਚਾਰਸ਼ੀਲ ਦਾਰਸ਼ਨਿਕ ਨਹੀਂ ਸੀ, ਸੋ ਉਸ ਦੇ ਸਿਧਾਂਤ ਪ੍ਰਣਾਲੀ ਅਤੇ ਕਰਮਬੱਧਤਾ ਅਨੁਸਾਰ ਨਹੀਂ ਸਨ। ਉਸ ਨੇ ਵਿਚਾਰ ਬੜੇ ਮੋਕਲੇ ਢੰਗ ਨਾਲ ਉਚਾਰਨ ਕੀਤੇ ਅਤੇ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਵਿਕੋ ਲਿੱਤਰੇ ਖਿਲਾਰ ਦਿੱਤੇ। ਗੁਰੂ ਗ੍ਰੰਥ ਸਾਹਿਬ ਵਿੱਚ ਸਵੈ ਵਿਰੋਧਾਂ ਦੀ ਭਰਮਾਰ ਹੈ। ਉਹਨੇ ਬਹੁਤ ਸਾਰੀਆਂ ਕੰਟਰਾਡਿਕਸ਼ਨ ਉਭਾਰ ਦਿੱਤੀਆਂ ਵੀ ਸੰਸਾਰ ਦੀ ਸਿਰਜਣਾ ਬਾਰੇ, ਮਨੁੱਖ ਦੇ ਅਤੇ ਰੱਬ ਦੇ ਰਿਸ਼ਤੇ ਬਾਰੇ ਬਹੁਤ ਸਾਰੀਆਂ ਕੰਟਰਾਡਿਕਸ਼ਨਸ ਆ, ਸੈਲਫ ਕੰਟਰਾਡਿਕਸ਼ਨਸ ਨੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਪਈਆਂ ਹੋਈਆਂ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਦੇਵਵਾਦੀ ਵਿਚਾਰਾਂ ਦਾ ਮਜਮੂਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਵਿਆਕਰਨਕ ਨਿਯਮਾਂ ਦਾ ਪਾਲਣ ਕੀਤਾ ਗਿਆ ਜਿਨ੍ਹਾਂ ਰਾਹੀਂ ਅਸੀਂ ਅਰਥਾਂ ਤੱਕ ਪਹੁੰਚ ਸਕਦੇ ਹਾਂ। ਕੁਝ ਇੱਕ ਧਾਰਨਾਵਾਂ ਸੀਗੀਆਂ ਜਿਹੜੀਆਂ ਟਰੰਪ ਨੇ ਐਸਟੈਬਲਿਸ਼ ਕੀਤੀਆਂ, ਇਹਨਾਂ ਨੂੰ ਸਿੱਖਾਂ ਨੇ ਮੰਨਿਆ ਨਹੀਂ ਵੀ ਇਹ ਇਸ ਤਰ੍ਹਾਂ ਹੀ ਆ, ਪਰ ਇਹਦਾ ਜਵਾਬ ਦੇਣ ਦੀ ਇੱਕ ਅੰਦਰ ਪ੍ਰਕਿਰਿਆ ਸ਼ੁਰੂ ਹੋ ਗਈ, ਭਾਵੇਂ ਕਿ ਇਹਦਾ ਜਿਹੜਾ ਲਿਖਤੀ ਰੂਪ ਆ ਉਹ 50 ਸਾਲ ਬਾਅਦ ਆਇਆ। ਟਰੰਪ ਦੀਆਂ ਇਹਨਾਂ ਟਿੱਪਣੀਆਂ ਨਾਲ ਸਿੱਖਾਂ ਦੀ ਪ੍ਰਤਿਭਾ ਨੂੰ ਇੱਕਦਮ ਝਟਕਾ ਵੱਜਾ ਅਤੇ ਸੁੱਤ ਅਣੀਂਦੀ ਹਾਲਤ ਵਿੱਚ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਰਕੇ ਟਰੰਪ ਦਾ ਜਵਾਬ ਤਲਾਸ਼ਣ ਦੀ ਕੋਸ਼ਿਸ਼ ਕੀਤੀ। ਇਸ ਦਿਸ਼ਾ ਵਿੱਚ ਪੁੱਟੇ ਗਏ ਕਦਮਾਂ ਵਿੱਚ ਕੁਝ ਕੁ ਰੁਝਾਨ ਸਾਂਝੇ ਰੂਪ ਵਿੱਚ ਕਾਰਜਸ਼ੀਲ ਸਨ ਜਿਨ੍ਹਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਮੈਂ ਸਕੋਲਰ ਵਾਈਜ਼ ਜੇ ਹੋ ਸਕਦਾ ਆਪਾਂ ਗੱਲ ਕਰ ਲਵਾਂਗੇ। ਕੁਝ ਕੁ ਸਾਂਝੀਆਂ ਧਾਰਨਾਵਾਂ ਇਹਦੇ ਵਿੱਚੋਂ ਆਪਾਂ ਨਿਸ਼ਾਨਦੇਹੀ ਕੀਤੀ। ਸਭ ਤੋਂ ਪਹਿਲੀ ਵੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕੀਤਾ ਜਾਵੇ। ਇਹ ਪਹਿਲਾਂ ਆਧੁਨਿਕਤਾ ਤੋਂ ਪਹਿਲਾਂ ਜਾਂ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰਨ ਦੀ ਪਰੰਪਰਾ ਸਾਡੇ ਵਿੱਚ ਨਹੀਂ ਸੀ। ਪਹਿਲਾਂ ਲੰਮੀਆਂ ਬਾਣੀਆਂ ਦੇ ਕੁਝ ਕੁ ਬਾਣੀਆਂ ਦੇ ਟੀਕੇ ਸਨ ਔਰ ਜ਼ਬਾਨੀ ਗੁਰੂ ਗ੍ਰੰਥ ਸਾਹਿਬ ਦੀ ਕਥਾ, ਸਾਰੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਚੱਲਦੀ ਸੀ, ਪਰ ਇਹਦਾ ਕੋਈ ਲਿਖਤੀ ਰੂਪ ਸਾਡੇ ਕੋਲ ਨਹੀਂ ਸੀ। ਤੋ ਛਾਪਾਖਾਨਾ ਜਾਂ ਇਹ ਜਿਹੜੀ ਚੀਜ਼ ਆ, ਇਹਨੇ ਸਿੱਖਾਂ ਜਾਂ ਟਰੰਪ ਦਾ ਜਵਾਬ ਦੇਣ ਲਈ ਵੀ ਇੱਕ ਸਿਸਟਮ ਹੈ ਗੁਰੂ ਗ੍ਰੰਥ ਸਾਹਿਬ ਦਾ, ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਲਿਖਤੀ ਟੀਕਾ ਕਰਨ ਦੀ ਸਿੱਖਾਂ ਨੂੰ ਇੱਕ ਲੋੜ ਮਹਿਸੂਸ ਹੋਈ ਕਿ ਜਿਹੜਾ ਸਾਡੇ 'ਤੇ ਇਹ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਏਡਾ ਵੱਡਾ ਕੁਐਸਚਨ ਕਰ ਦਿੱਤਾ ਗਿਆ ਅਤੇ ਸਾਨੂੰ ਇਹਦਾ ਜਵਾਬ ਦੇਣਾ ਚਾਹੀਦਾ। ਦੂਸਰਾ ਇਹ ਵੀ ਜਿਹੜੇ ਬੰਦੇ ਵਿਆਖਿਆ ਕਰਨ ਲਈ ਇਹ ਮੈਦਾਨ ਵਿੱਚ ਉਤਰੇ, ਉਹ ਬੰਦੇ ਪਰੰਪਰਾਈ ਗਿਆਨ ਰੱਖਣ ਦੇ ਨਾਲ ਆਧੁਨਿਕ ਗਿਆਨ ਰੱਖਣ ਵਾਲੇ ਬੰਦੇ ਸਨ। ਸੋ ਇਹਨਾਂ ਵਿੱਚ ਸਭ ਤੋਂ ਪਹਿਲਾ ਯਤਨ ਜਿਹੜਾ ਆ ਉਹ ਭਾਈ ਵੀਰ ਸਿੰਘ ਨੇ ਸ਼ੁਰੂ ਕੀਤਾ ਅਤੇ ਉਹ ਪੂਰਾ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਨਹੀਂ ਕਰ ਸਕੇ। ਉਹਨਾਂ ਨੇ ਸੋਦਰ ਰਾਗ ਤੱਕ ਕੀਤਾ, ਫਿਰ ਬਾਕੀ ਜਿਹੜਾ ਆ ਉਹਨਾਂ ਦਾ ਮਹਾਰਾਜ ਵੱਲੋਂ ਬੁਲਾਵਾ ਆ ਗਿਆ, ਉਹ ਨਹੀਂ ਕਰ ਸਕੇ। ਉਸ ਤੋਂ ਬਾਅਦ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਯਤਨ ਕੀਤਾ, ਉਹਨਾਂ ਨੇ ਸ਼ਬਦਾਰਥ ਤਿਆਰ ਕੀਤਾ ਗੁਰੂ ਗ੍ਰੰਥ ਸਾਹਿਬ ਦਾ। ਇਸ ਤੋਂ ਬਾਅਦ ਸਭ ਤੋਂ ਜਿਹੜਾ ਸਟਰੋਂਗ ਕੰਮ ਹੋਇਆ ਇਸ ਦਿਸ਼ਾ ਵਿੱਚ ਉਹ ਹੋਇਆ ਪ੍ਰੋਫੈਸਰ ਸਾਹਿਬ ਸਿੰਘ ਦਾ ਟੀਕਾ। ਤੋ ਇਹਨਾਂ ਦੇ ਵਿੱਚ ਕੁਝ ਇੱਕ ਚੀਜ਼ਾਂ ਜਿਹੜੀਆਂ ਉਹ ਚੱਲਦੀਆਂ ਕਿਵੇਂ।
ਸਿੱਖਾਂ ਨੂੰ ਮਹਿਸੂਸ ਹੋਇਆ ਕਿ ਸਾਡੇ ਕੋਲ ਤਾਂ ਕੋਈ ਯਕੀਨ ਕਰਨਯੋਗ ਮੌਲਿਕ ਪ੍ਰਣਾਲੀ ਜਾਂ ਰਵਾਇਤ ਹੀ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੇ ਸਿਧਾਂਤ, ਦਾਰਸ਼ਨਿਕ ਸੰਕਲਪ ਜਾਂ ਅਧਿਆਤਮਕ ਜੀਵਨ ਉਪਦੇਸ਼ ਦਰਜ ਹਨ। ਕਿਉਂਕਿ ਇਹਨਾਂ ਨੂੰ ਉਸ ਵੇਲੇ ਜਿਹੜਾ ਸਭ ਤੋਂ ਵੱਡਾ ਥ੍ਰੈਟ ਮਿਲ ਰਿਹਾ ਸੀਗਾ ਉਹ ਕ੍ਰਿਸਚਨ ਮਿਸ਼ਨਰੀਆਂ ਵੱਲੋਂ ਮਿਲ ਰਿਹਾ ਸੀ। ਕ੍ਰਿਸਚਨ ਮਿਸ਼ਨਰੀ ਜਿਹੜੇ ਆ ਉਹ ਕ੍ਰਿਸਚਨ ਥਿਓਲੋਜੀ ਨੂੰ ਲੈ ਕੇ ਆਏ, ਅਤੇ ਕ੍ਰਿਸਚਨ ਥਿਓਲੋਜੀ ਦੇ ਵਿੱਚ ਕੌਨਸੈਪਟਸ ਜਿਹੜੇ ਉਹ ਸਿਸਟੇਮੈਟਿਕ ਰੂਪ ਵਿੱਚ ਜਿਹੜੇ ਉਹ ਦਰਜ ਕੀਤੇ ਗਏ ਸੀਗੇ, ਕਿ ਜਿਹਦੇ ਵਿੱਚ ਪਹਿਲਾਂ ਸਾਰੇ ਬ੍ਰਹਿਮੰਡ ਦੀ ਰਚਨਾ ਦਾ ਸਿਧਾਂਤ, ਇਸ ਬ੍ਰਹਿਮੰਡ ਵਿੱਚ ਇਨਸਾਨ ਦਾ ਅਤੇ ਰੱਬ ਦਾ ਕੀ ਰਿਸ਼ਤਾ ਆ, ਇਹਦੇ ਬਾਰੇ ਸਪਸ਼ਟਤਾ, ਰੱਬ ਕੀ ਹੈ, ਧਰਮ ਕੀ ਹੈ, ਇਹ ਸਭ ਥਿਓਲੋਜੀਕਲ ਜਿਹੜੇ ਕੁਐਸਚਨ ਸਨ ਇਹਨਾਂ ਨੂੰ ਬਹੁਤ ਸਪਸ਼ਟ ਕੀਤਾ ਗਿਆ ਸੀ। ਤੋ ਸਿੱਖਾਂ ਨੇ ਵੀ ਉਹਨੂੰ ਦੇਖ ਕੇ ਜਿਹੜਾ ਇਹਨਾਂ ਸਿਧਾਂਤਾਂ ਦੀ ਸਪਸ਼ਟਤਾ ਵੱਲ ਯਤਨਸ਼ੀਲ ਹੋਏ। ਸੋ ਸਿੱਖਾਂ ਨੂੰ ਮਹਿਸੂਸ ਹੋਇਆ ਕਿ ਸਾਡੇ ਕੋਲ ਕੋਈ ਯਕੀਨ ਕਰਨਯੋਗ, ਭਾਵ ਕਿ ਜਿਹੜੀ ਓਥੈਂਟਿਕ ਪ੍ਰਣਾਲੀ ਜਾਂ ਰਵਾਇਤ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੇ ਸਿਧਾਂਤ, ਦਾਰਸ਼ਨਿਕ ਸੰਕਲਪ ਜਾਂ ਅਧਿਆਤਮਕ ਜੀਵਨ ਉਪਦੇਸ਼ ਦਰਜ ਹਨ। ਇਸ ਲਈ ਛੇਤੀ ਤੋਂ ਛੇਤੀ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਰਕੇ ਸਿਧਾਂਤਕ ਸੰਕਲਪਾਂ ਦੀ ਪ੍ਰਣਾਲੀ ਉਸਾਰਨੀ ਚਾਹੀਦੀ ਹੈ, ਤਾਂ ਕਿ ਗੁਰੂ ਗ੍ਰੰਥ ਸਾਹਿਬ ਦਾ ਗੂੜ੍ਹ ਗਿਆਨ ਮਨੁੱਖੀ ਦਲੀਲ ਜਾਂ ਤਰਕਸ਼ੀਲਤਾ ਦੀਆਂ ਲੋੜਾਂ ਦੀ ਪੂਰਤੀ ਕਰਦਾ ਦਰਸਾਇਆ ਜਾ ਸਕੇ। ਜਿਵੇਂ ਆਪਾਂ ਸ਼ੁਰੂ 'ਚ ਗੱਲ ਕਰ ਸਕੇ, ਪ੍ਰਭਾਵ ਖੇਤਰ ਹੁੰਦਾ ਹਰ ਇੱਕ ਚੀਜ਼ ਦਾ, ਪੈਰਾਡਾਈਮ ਹੁੰਦਾ। ਸੋ ਜਿਹੜੀ ਰੈਸ਼ਨੈਲਿਟੀ ਦਾ ਉਸ ਵੇਲੇ ਹਿੰਦੁਸਤਾਨ ਦੇ ਸਕਾਲਰਸ ਉੱਪਰ ਅਸਰ ਪੈ ਰਿਹਾ ਸੀ ਵੀ ਹੁਣ ਜਿਹੜਾ ਨਵਾਂ ਯੁੱਗ ਆ, ਨਵੀਂ ਰੋਸ਼ਨੀ ਆ, ਇਹਦੇ ਵਿੱਚ ਉਹੀ ਗੱਲ ਪ੍ਰਵਾਨ ਹੋਏਗੀ ਜਿਹੜੀ ਦਲੀਲ 'ਤੇ ਪੂਰੀ ਉਤਰੇਗੀ। ਤੋ ਇਨਸਾਨੀ ਦਲੀਲ ਜਿਹੜੀ ਆ ਉਹਦੇ ਮੁਤਾਬਕ ਧਰਮ ਗ੍ਰੰਥ ਨੂੰ ਇੰਟਰਪ੍ਰੈਟ ਕੀਤਾ ਗਿਆ। ਇਨਸਾਨੀ ਦਲੀਲ ਜਿਹੜੀ ਆ ਉਹ ਮਾਪਦੰਡ ਹੈ ਧਰਮ ਗ੍ਰੰਥ ਨੂੰ ਪਰਖਣ ਦਾ ਜਾਂ ਉਹਨੂੰ ਸਮਝਣ ਦਾ। ਇਹ ਕਾਰਜ ਕਰਨ ਦੀ ਪਹਿਲ ਕਰਨ ਵਾਲੇ ਵਿਦਵਾਨ ਨਿਰੋਲ ਸੰਪਰਦਾਈ ਸਿੱਖਿਆ ਪ੍ਰਣਾਲੀ ਵਿੱਚੋਂ ਨਹੀਂ ਆਏ ਸਨ, ਬਲਕਿ ਆਧੁਨਿਕ ਸਿੱਖਿਆ ਪ੍ਰਬੰਧ ਵਿੱਚੋਂ ਸਿੱਖਿਅਤ ਹੋ ਕੇ ਆਏ ਸਨ। ਭਾਵ ਕਿ ਗੁਰੂ ਸ਼ੁਰੂ ਵਿੱਚ ਦਰਸਾਈਆਂ ਧਾਰਨਾਵਾਂ ਤੋਂ ਉਹ ਚੰਗੀ ਤਰ੍ਹਾਂ ਵਾਕਫ ਸਨ, ਜਿਹੜੀਆਂ ਆਪਾਂ ਪਹਿਲਾਂ ਦੱਸ ਕੇ ਆਏ ਧਾਰਨਾਵਾਂ ਵੀ ਰੀਜ਼ਨਿੰਗ ਆ, ਰੈਸ਼ਨੈਲਿਟੀ ਆ, ਅੰਗ ਨਖੇੜ ਜੋ ਪਦ ਛੇਦ ਆ, ਇਹ ਸਭ ਚੀਜ਼ਾਂ ਉਹ ਕਰ ਰਹੇ ਸਨ। ਭਾਈ ਵੀਰ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਵਿੱਚੋਂ ਪ੍ਰਮੁੱਖ ਹਨ। ਭਾਈ ਵੀਰ ਸਿੰਘ ਦਾ ਪਰਿਵਾਰਕ ਪਿਛੋਕੜ ਸੰਪਰਦਾਇ ਗਿਆਨੀ ਪ੍ਰਣਾਲੀ ਨਾਲ ਜੁੜਦਾ ਸੀ, ਪਰ ਉਹਨਾਂ ਨੇ ਵੀ ਆਧੁਨਿਕ ਸਿੱਖਿਆ ਹਾਸਲ ਕੀਤੀ ਹੋਈ ਸੀ। ਪ੍ਰਿੰਸੀਪਲ ਤੇਜਾ ਸਿੰਘ ਤਾਂ ਅੰਗਰੇਜ਼ੀ ਪ੍ਰਬੰਧ ਅਧੀਨ ਉੱਚ ਵਿੱਦਿਆ ਹਾਸਲ ਕਰਕੇ ਇਸ ਖੇਤਰ ਵਿੱਚ ਆਏ ਸਨ। ਪ੍ਰੋਫੈਸਰ ਸਾਹਿਬ ਸਿੰਘ ਵੀ ਉੱਚ ਵਿੱਦਿਆ ਪ੍ਰਾਪਤ ਸਨ ਅਤੇ ਫਲਸਫਾ ਅਤੇ ਸੰਸਕ੍ਰਿਤ ਇਹਨਾਂ ਦੇ ਅਧਿਕਾਰ ਖੇਤਰ ਸਨ। ਭਾਈ ਵੀਰ ਸਿੰਘ ਨੇ ਪ੍ਰਣਾਲੀਬੱਧ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਟੀਕਾ ਕਰਨਾ ਆਰੰਭਿਆ, ਕਿਉਂਕਿ ਕੋਈ ਵੀ ਜਿਹੜੀ ਬੁੱਕ ਹੁੰਦੀ ਆ ਉਹਦੇ ਵਿੱਚ ਇੱਕ ਸਿਸਟਮ ਹੁੰਦਾ। ਸੋ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਟੀਕ ਆ, ਜੇ ਭਾਵੇਂ ਜ਼ਿਆਦਾ ਵੋਲੀਅਮ ਵਿੱਚ ਵਜੋਂ ਉਹਨੂੰ ਇੱਕ ਬੁੱਕ ਮੰਨਿਆ ਜਾਵੇ ਤਾਂ ਉਹਦੇ ਵਿੱਚ ਇੱਕ ਸਿਸਟਮ ਹੋਏਗਾ। ਤਾਂ ਜਿਹੜਾ ਟਰੰਪ ਦਾ ਇਤਰਾਜ਼ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਖਿਆਲਾਂ ਦਾ ਕੋਈ ਸਿਸਟਮ ਹੀ ਨਹੀਂ ਹੈ, ਇਹ ਕਿਤੇ ਨਾ ਕਿਤੇ ਉਹਨਾਂ ਨੂੰ ਹੌਂਟ ਕਰ ਰਿਹਾ ਸੀਗਾ ਕਿ ਇਹਦੇ 'ਚ ਸਿਸਟਮ ਲੱਭ ਕੇ ਦੇਣਾ ਸੀ ਹੁਣ ਵੀ ਗੁਰੂ ਗ੍ਰੰਥ ਸਾਹਿਬ ਸਿਸਟਮ ਹੈਗਾ। ਤੋ ਇਹ ਜਿਹੜਾ ਪੂਰਾ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਟੀਕਾ ਪਹਿਲਾਂ ਉਹਨਾਂ ਦਾ ਜਿਹੜਾ ਕੰਮ ਸੀਗਾ। ਅਤੇ ਉਹਨਾਂ ਨੇ ਕੁਝ ਨਵੀਨ ਤਕਨੀਕਾਂ ਦੀ ਵਰਤੋਂ ਕੀਤੀ, ਜਿਵੇਂ ਔਖੇ ਸ਼ਬਦਾਂ ਦੇ ਨਿਰੁਕਤ ਦੱਸਣੇ। ਉਹਨਾਂ ਨੇ ਪਹਿਲੀ ਵਾਰੀ ਨਿਰੁਕਤੀ ਦਾ ਜਿਹੜਾ ਉਹ ਲਿਆਂਦਾ ਵੀ ਜਿਹੜੇ ਔਖੇ ਸ਼ਬਦ ਆ ਉਹਨਾਂ ਦੇ ਨਿਰੁਕਤ ਦੱਸੇ ਜਾਣ ਤਾਂ ਕਿ ਅੰਡਰਸਟੈਂਡਿੰਗ ਕੀਤੀ ਜਾਵੇ। ਸੋ ਅੰਡਰਸਟੈਂਡਿੰਗ ਮਸਟ ਆ, ਜਿਹੜਾ ਇੱਕ ਸਿੱਖਾਂ ਲਈ ਨਵਾਂ ਕੰਮ ਸੀਗਾ। ਸਿੱਖ ਪਹਿਲਾਂ ਇਸ ਤਰ੍ਹਾਂ ਦੇ ਨਹੀਂ ਸਨ ਵੀ ਉਹ ਬਾਣੀ ਗਾਉਂਦੇ ਸਨ, ਬਾਣੀ ਪੜ੍ਹਦੇ ਸਨ, ਬਾਣੀ ਦਾ ਕੋਈ ਹੋਰ ਪ੍ਰਭਾਵ ਖੇਤਰ ਸੀਗਾ ਜਿਹਦੇ ਨਾਲ ਉਹਨਾਂ ਦੀ ਸ਼ਖਸੀਅਤ ਬਦਲਦੀ ਸੀ। ਤਾਂ ਹੁਣ ਕੀ ਹੋਇਆ ਕਿ ਪਹਿਲਾਂ ਰੀਜ਼ਨਿੰਗ ਦੇ ਲੈਵਲ 'ਤੇ, ਰੈਸ਼ਨੈਲਿਟੀ ਦੇ ਲੈਵਲ 'ਤੇ ਗੁਰੂ ਗ੍ਰੰਥ ਸਾਹਿਬ ਦੇ ਸੱਚ ਨੂੰ ਸਮਝਿਆ ਜਾਵੇ, ਉਹਦੇ ਵਿੱਚੋਂ ਕੋਈ ਨੈਤਿਕਤਾ ਬਣਾਈ ਜਾਵੇ ਜਿਹੜੀ ਮਨੁੱਖੀ ਐਕਸ਼ਨ ਨੂੰ ਕੰਟਰੋਲ ਕਰੇ। ਸੋ ਨਿਰੁਕਤੀ ਸਾਰੇ ਮੂਲ ਪਾਠ ਨੂੰ ਪਦਛੇਦ ਕਰਕੇ ਲਿਖਣਾ, ਪਹਿਲਾਂ ਅੱਖਰੀ ਅਰਥ ਫਿਰ ਸਮੁੱਚੇ ਪਦੇ ਦੇ ਪ੍ਰਮੁੱਖ ਵਿਚਾਰ, ਸੰਕਲਪ ਜਾਂ ਸਿਧਾਂਤ ਦਾ ਨਿਰਣਾ ਕਰਨਾ, ਰਹੱਸਮਈ ਖਿਆਲਾਂ ਨੂੰ ਤਰਕ ਦਲੀਲ ਨਾਲ ਖੋਲ੍ਹਣਾ, ਇਹ ਸਾਰੀ ਕਵਾਇਦ ਗੁਰਬਾਣੀ ਨੂੰ ਮਨੁੱਖੀ ਸਮਝ ਵਿੱਚ ਆਉਣ ਯੋਗ ਬਣਾਉਣ ਲਈ ਸੀ। ਭਾਈ ਵੀਰ ਸਿੰਘ ਦਾ ਯਤਨ ਜਿਹੜਾ ਆ ਉਹ ਬੜਾ ਨਿਰਛਲ ਆ, ਬੜਾ ਉੱਤਮ ਆ, ਬੜਾ ਵੱਡਾ ਆ। ਭਾਈ ਸਾਹਿਬ ਦਾ ਕੱਦ ਬਹੁਤ ਵੱਡਾ ਆ। ਭਾਈ ਸਾਹਿਬ ਦੀ ਜਿਹੜੀ ਉਹਦੇ ਵਿੱਚ ਲਾਈ ਹੋਈ ਜੀਨੀਅਸ ਹੈ ਉਹ ਸਾਰਾ ਕੁਝ ਸਹੀ ਹੈ, ਪਰ ਉਹ ਜੋ ਕੁਛ ਹੋ ਰਿਹਾ ਆ ਉਹ ਪ੍ਰਤੀ ਉੱਤਰ ਆ, ਉਹ ਰਿਐਕਸ਼ਨ ਆ। ਸੋ ਹੋਰ ਗੱਲਾਂ ਵੀ ਨੇ ਜਿਹੜੀਆਂ ਭਾਈ ਵੀਰ ਸਿੰਘ ਦਾ ਬਾਕੀਆਂ ਨਾਲੋਂ ਫਰਕ ਇਹ ਸੀ ਕਿਉਂਕਿ ਭਾਈ ਵੀਰ ਸਿੰਘ ਨੇ ਪਹਿਲਾਂ ਕੰਮ ਕੀਤਾ, ਇਸ ਕਰਕੇ ਭਾਈ ਵੀਰ ਸਿੰਘ ਨੇ ਜਿਹੜੀ ਪੁਰਾਣੀ ਉਥਾਨਕਾ ਜਿਹੜੀ ਦਿੱਤੀ ਜਾਂਦੀ ਸੀਗੀ, ਜਿਵੇਂ ਵੀ ਇਹ ਸ਼ਬਦ ਕਿਹੜੇ ਪ੍ਰਸੰਗ ਵਿੱਚ ਉਚਾਰਨ ਹੋਇਆ, ਉਹਦੇ ਨਾਲ ਕੋਈ ਕਥਾ, ਕੋਈ ਸਾਖੀ ਜਾਂ ਕੋਈ ਇਤਿਹਾਸ ਦਾ ਕੋਈ ਨਾ ਕੋਈ ਪ੍ਰਸੰਗ ਜੋੜਿਆ ਜਾਂਦਾ ਸੀਗਾ। ਭਾਈ ਵੀਰ ਸਿੰਘ ਨੇ ਇਹਨੂੰ ਬਰਕਰਾਰ ਰੱਖਿਆ, ਅਗਲਿਆਂ ਨੇ ਇਹਨੂੰ ਹੋਰ ਕੀ ਤਬਦੀਲੀਆਂ ਆਈਆਂ। ਭਾਈ ਵੀਰ ਸਿੰਘ ਦੇ ਟੀਕੇ ਵਿੱਚ ਗੁਰਬਾਣੀ ਦੀ ਹਰੇਕ ਪੰਕਤੀ ਨੂੰ ਪ੍ਰਸੰਗ ਵਿੱਚ ਰੱਖ ਕੇ ਅਰਥ ਕੀਤੇ ਹਨ, ਭਾਵ ਕਿ ਹਰੇਕ ਤੁਕ ਅਗਲੀਆਂ ਪਿਛਲੀਆਂ ਪੰਕਤੀਆਂ ਨਾਲ ਸੰਬੰਧਿਤ ਹੈ ਅਤੇ ਇਸ ਵਿੱਚ ਖਿਆਲ ਦੀ ਕ੍ਰਮਬੱਧਤਾ ਅਤੇ ਪ੍ਰਣਾਲੀ ਆਦਿ ਤੋਂ ਅੰਤ ਤੱਕ ਕਾਇਮ ਹੈ। ਬੇਸਿਕਲੀ ਉਹ ਜਿਹੜਾ ਕਰ ਰਹੇ ਹੋ ਉਹ ਇਹੀ ਜਵਾਬ ਹੀ ਦੇ ਰਹੇ ਵੀ ਦੇਖੋ ਸਿਸਟਮ ਹੈਗਾ।
ਭਾਈ ਸਾਹਿਬ ਨੂੰ ਪ੍ਰਮੁੱਖ ਗੁਰਮਤਿ ਸਿਧਾਂਤਾਂ ਦੀ ਸਪਸ਼ਟਤਾ ਕਰਨ ਦਾ ਯਤਨ ਭਾਈ ਸਾਹਿਬ ਨੇ ਪ੍ਰਮੁੱਖ ਗੁਰਮਤਿ ਸਿਧਾਂਤਾਂ ਦੀ ਸਪਸ਼ਟਤਾ ਕਰਨ ਦਾ ਯਤਨ ਕੀਤਾ ਹੈ, ਜਿਵੇਂ ਅਕਾਲ ਪੁਰਖ, ਗੁਰੂ, ਗੁਰਬਾਣੀ, ਨਾਮ ਮਾਰਗ, ਕਰਮ ਫਲ, ਮੁਕਤੀ, ਹੁਕਮ, ਰਚਨਾ, ਧਰਮ, ਸਦਾਚਾਰ। ਇਹ ਸਾਰੇ ਕੌਨਸੈਪਟ ਸੀਗੇ ਜਿਨ੍ਹਾਂ ਬਾਰੇ ਸਿੱਖਾਂ ਨੇ ਪਹਿਲਾਂ ਕਦੀ ਸੋਚਿਆ ਹੀ ਨਹੀਂ ਸੀ। ਸੋ ਹੁਣ ਉਹਨਾਂ ਨੂੰ ਸਪਸ਼ਟ ਕਰਨੇ ਪਏ, ਕਿਉਂਕਿ ਉਹ ਵੈਸਟਰਨ ਫਿਲੋਸਫੀ ਦੀ ਟਰਮੀਨੋਲੋਜੀ ਅਨੁਸਾਰ ਸੋਚਣ ਲੱਗ ਪਏ ਸਨ, ਕਿਉਂਕਿ ਉਹ ਹੁਣ ਥਿਓਲੋਜੀ ਦੀ ਟਰਮੀਨੋਲੋਜੀ ਅਨੁਸਾਰ ਸੋਚਣ ਲੱਗ ਪਏ ਸਨ। ਪ੍ਰਿੰਸੀਪਲ ਤੇਜਾ ਸਿੰਘ ਇਹ ਯਤਨ ਚੇਤਨ ਜਾਂ ਚੇਤ ਪੱਧਰ 'ਤੇ ਟਰੰਪ ਦੁਆਰਾ ਕੀਤੇ ਗਏ ਇਤਰਾਜ਼ ਦੂਰ ਕਰਦਾ ਪ੍ਰਤੀਤ ਹੁੰਦਾ ਹੈ। ਪ੍ਰਿੰਸੀਪਲ ਤੇਜਾ ਸਿੰਘ ਦੀ ਵਿਆਖਿਆ ਦੇ ਖੇਤਰ ਵਿੱਚ ਆਪਣੀ ਵਿਸ਼ੇਸ਼ਤਾ ਲੈ ਕੇ ਦਾਖਲ ਹੋਏ। ਉਹਨਾਂ ਦੀ ਟੀਕਾਕਾਰੀ ਬਾਰੇ ਡਾਕਟਰ ਤਾਰਨ ਸਿੰਘ ਦੀ ਟਿੱਪਣੀ 'ਚੋਂ ਬਹੁਤ ਕੁਝ ਸਪਸ਼ਟ ਹੋ ਜਾਂਦਾ। ਅੱਛਾ, ਇਹ ਟਿੱਪਣੀ ਇਹੋ ਜਿਹੀ ਜਿਹਦੇ ਵਿੱਚੋਂ ਤੇਜਾ ਸਿੰਘ ਹੁਣਾਂ ਦੇ ਦਰਸ਼ਨ ਹੁੰਦੇ ਤਾਰਨ ਸਿੰਘ ਦੇ ਵੀ ਦਰਸ਼ਨ ਹੋ ਜਾਂਦੇ ਵੀ ਤਾਰਨ ਸਿੰਘ ਕੀ ਚੀਜ਼ ਸੀ। ਜਿਹੜੇ ਲੰਮਾ ਸਮਾਂ ਧਰਮ ਅਧਿਐਨ ਦੇ ਖੇਤਰ ਵਿੱਚ ਕਾਰਜਸ਼ੀਲ ਰਹੇ, ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ, ਬਹੁਤ ਸਾਰੇ ਸਕਾਲਰ ਪੈਦਾ ਕੀਤੇ, PhDਆਂ ਕਰਾਈਆਂ। ਹੁਣ ਦੇਖੋ ਤਾਰਨ ਸਿੰਘ ਹੋਣੀ ਤੇਜਾ ਸਿੰਘ ਹੁਣਾਂ ਬਾਰੇ ਕੀ ਕਹਿੰਦੇ। ਆਪ ਦੀ ਟੀਕਾਕਾਰੀ ਅਤੇ ਵਿਆਖਿਆ ਦਾ ਪਹਿਲਾ ਗੁਣ ਆਧੁਨਿਕਤਾ ਹੈ। ਇਹ ਆਧੁਨਿਕਤਾ ਕੀ ਹੈ? ਪ੍ਰਿੰਸੀਪਲ ਤੇਜਾ ਸਿੰਘ ਜੀ ਦੇ ਟੀਕਿਆਂ ਵਿੱਚ ਪਹਿਲੀ ਵਾਰੀ ਇਹ ਜਾਪਦਾ ਹੈ ਕਿ ਗੁਰੂ ਗ੍ਰੰਥ ਦੀ ਬਾਣੀ ਸਮੁੱਚੇ ਜੀਵਨ ਲਈ ਲਿਖੀ ਗਈ ਸੀ, ਕੇਵਲ ਮਨੁੱਖ ਦੀ ਧਾਰਮਿਕ ਬਿਰਤੀ ਲਈ ਨਹੀਂ। ਭਾਵ ਕਿ ਮਨੁੱਖ ਦੀ ਧਾਰਮਿਕ ਬਿਰਤੀ ਉਹਦੇ ਸਮੁੱਚੇ ਜੀਵਨ ਵਿੱਚੋਂ ਵੱਖਰੀ ਕੋਈ ਚੀਜ਼ ਹੈ। ਪਹਿਲੀ ਵਾਰੀ ਸਿੱਖਾਂ ਨੇ ਆਪਣੇ ਆਪ ਨੂੰ ਇੱਕ ਡਿਵਾਈਡਡ ਸਬਜੈਕਟ ਦੇ ਤੌਰ 'ਤੇ ਕਨਸੀਵ ਕਰ ਲਿਆ, ਮਹਿਸੂਸ ਕਰ ਲਿਆ ਵੀ ਹਾਂ ਅਸੀਂ ਵੀ ਉਸੇ ਤਰ੍ਹਾਂ ਵਿਭਾਜਿਤ ਹਾਂ, ਸਾਡਾ ਸੈਲਫ ਵੀ ਅੰਦਰੋਂ ਵੰਡਿਆ ਹੋਇਆ, ਸਾਡਾ ਧਰਮ ਹੋ ਰਿਹਾ, ਧਾਰਮਿਕ ਬਿਰਤੀਆਂ ਹੋਰ ਪਾਸੇ ਨੇ, ਬਾਕੀ ਸਮੁੱਚਾ ਜੀਵਨ ਹੋਰ ਪਾਸੇ ਹੋ ਸਕਦਾ। ਸੋ ਕਿਉਂਕਿ ਤੇਜਾ ਸਿੰਘ ਹੁਣੀ ਕਿਉਂਕਿ ਥਾਂ ਥਾਂ 'ਤੇ ਇਸ ਤਰ੍ਹਾਂ ਕਹਿ ਸੀ ਵੀ ਇਹ ਸਾਰੇ ਜੀਵਨ ਲਈ ਆ, ਇਹ ਇਕੱਲੇ ਧਰਮ ਲਈ ਨਹੀਂ। ਪਹਿਲੀ ਵਾਰੀ ਇਹ ਜਾਪਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮੁੱਚੇ ਜੀਵਨ ਲਈ ਲਿਖੀ ਗਈ ਸੀ, ਕੇਵਲ ਮਨੁੱਖ ਦੀ ਧਾਰਮਿਕ ਬਿਰਤੀ ਲਈ ਨਹੀਂ। ਉਹਨਾਂ ਦੀ ਟੀਕਾ ਵਿਆਖਿਆ ਵਿੱਚ ਜੀਵਨ ਮੁੱਖ ਰੱਖਿਆ ਗਿਆ ਹੈ, ਕੇਵਲ ਧਾਰਮਿਕ ਜੀਵਨ ਨਹੀਂ, ਸਮੁੱਚਾ ਜੀਵਨ 'ਤੇ ਫਿਰ ਬਾਣੀ ਦੀ ਵਿਆਖਿਆ ਕੀਤੀ ਗਈ ਹੈ। ਉਹਨਾਂ ਦੇ ਟੀਕੇ ਸੋਹਣੇ ਜੀਵਨ ਦੀ ਲਗਨ ਮਘਾ ਸਕਦੇ ਹਨ, ਜੋ ਬਾਣੀ ਦਾ ਅਸਲ ਮੁੱਦਾ ਹੈ। ਇਹਨਾਂ ਟੀਕਿਆਂ ਦਾ ਪ੍ਰਭਾਵ ਨਿਰਾ ਸਿੱਖਿਆਵਾਦੀ ਅਤੇ ਮਰਿਆਦਾਵਾਦੀ ਨਹੀਂ ਹੈ, ਸਗੋਂ ਖੁੱਲ੍ਹਾ ਆਜ਼ਾਦੀ ਦੀ ਚਮਕ ਵਾਲਾ ਹੈ। ਇਹਨਾਂ ਵਿੱਚ ਮਨੁੱਖ ਦੀ ਸੱਭਿਆਚਾਰਕ ਸ਼ਖਸੀਅਤ ਉਗੜਦੀ ਹੈ। ਸੋ ਧਰਮ ਹੁਣ ਰਿਡਿਊਸ ਹੋ ਕੇ ਕਲਚਰ ਬਣਨ ਜਾ ਰਿਹਾ। ਇਹ ਇੱਕ ਪ੍ਰੋਸੈਸ ਹੈ, ਇਹਦੇ ਬਾਰੇ ਆਉਣ ਵਾਲੇ ਸੈਮੀਨਾਰਾਂ 'ਚ ਗੱਲ ਹੋਏਗੀ ਵੀ ਜਿਹੜਾ ਧਰਮ ਆ ਉਹਨੂੰ ਕਲਚਰਲ ਆਇਡੈਂਟੀਟੀ ਦੇ ਤੌਰ 'ਤੇ ਕਿਹੜੇ ਵੇਲੇ ਜਿਹੜਾ ਉਹ ਸਥਾਪਿਤ ਕਰਤਾ ਗਿਆ। ਕਹਿੰਦਾ ਵੀ ਜਿਹੜੇ ਭਾਈ ਪ੍ਰੋਫੈਸਰ ਤੇਜਾ ਸਿੰਘ ਦੀ ਜਿਹੜੀ ਟੀਕਾਕਾਰੀ ਆ, ਜਿਹੜਾ ਉਹਨੂੰ ਪੜ੍ਹੂਗਾ ਉਹਦੀ ਸੱਭਿਆਚਾਰਕ ਸ਼ਖਸੀਅਤ ਉਹ ਉਗੜ ਜਾਏਗੀ। ਉਹ ਜੀਵਨ ਸਾਹਿਤ ਸੁੰਦਰਤਾ, ਸੂਖਮਤਾ ਅਤੇ ਸੁਘੜਤਾ ਦਾ ਰਸੀਆ ਪ੍ਰਤੀਤ ਹੁੰਦਾ ਹੈ। ਉਹਨਾਂ ਨੇ ਕਿਉਂਕਿ ਉਹ ਲਿਟਰੇਚਰ ਦੇ ਟੀਚਰ ਸੀਗੇ, ਬੇਸਿਕਲੀ ਇੰਗਲਿਸ਼ ਡਰਾਮਾ ਪੜ੍ਹਾਉਂਦੇ ਸੀਗੇ, ਪਰ ਉਹਨਾਂ ਨੇ ਆਪਣੀ ਜਿਹੜੀ ਸਾਰੀ ਕਮਾਈ ਆ ਜਾਂ ਸਾਰਾ ਧਿਆਨ ਆ ਜਾਂ ਜਿਹੜਾ ਸਾਰਾ ਸਮਾਂ ਆ ਉਹ ਸਿੱਖ ਧਰਮ ਦੀ ਇਸ ਤਰ੍ਹਾਂ ਦੀ ਵਿਆਖਿਆ ਕਰਨ ਵਾਲੇ ਪਾਸੇ ਵੀ ਲਾਇਆ ਹੋਇਆ ਸੀ। ਇੱਕ ਹੋਰ ਉਹਨਾਂ ਦੀ ਇਸ ਤਰ੍ਹਾਂ ਟਿੱਪਣੀ ਆ, ਪ੍ਰਿੰਸੀਪਲ ਤੇਜਾ ਸਿੰਘ ਨੇ ਟੀਕਾਕਾਰੀ ਦੇ ਵਿਚਾਰ, ਮੁਹਾਵਰੇ ਅਤੇ ਬੋਲੀ ਮੁਹਾਵਰੇ ਵਿੱਚ ਆਧੁਨਿਕਤਾ ਲਿਆਂਦੀ ਹੈ। ਉਹਨਾਂ ਦੇ ਵਿਚਾਰ ਅਤੇ ਬੋਲੀ ਪੁਰਾਤਨ ਧਾਰਮਿਕ ਭਾਰ ਵਾਲੇ ਨਹੀਂ, ਸਗੋਂ ਨਵੀਨ ਸੈਕੂਲਰ ਭਾਰ ਵਾਲੇ ਹਨ। ਜਿਹੜਾ ਸੈਕੂਲਰਿਜ਼ਮ ਆ ਇਹ ਵੀ ਸਿੱਖਾਂ ਦੀ ਟੀਕਾਕਾਰੀ ਵਿੱਚ ਆ ਰਿਹਾ ਅਤੇ ਉਹਨਾਂ ਵਿੱਚ ਆਧੁਨਿਕ ਮਨੁੱਖ ਦੀਆਂ ਭਾਵਨਾਵਾਂ, ਸੁਪਨਿਆਂ ਅਤੇ ਵਿਚਾਰਾਂ ਦਾ ਸਤਿਕਾਰ ਹੈ। ਅਤੇ ਇਹ ਪ੍ਰੋਫੈਸਰ ਤੇਜਾ ਸਿੰਘ ਜੀ ਦਾ ਜਿਹੜਾ ਉਹ ਇੱਕ ਕਾਰਜ ਹੈ। ਇਸ ਤੋਂ ਅੱਗੇ ਪ੍ਰੋਫੈਸਰ ਸਾਹਿਬ ਸਿੰਘ ਜੀ, ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਟੀਕੇ ਬਾਰੇ ਅਸੀਂ ਸਾਰੇ ਜਾਣਦੇ ਹਾਂ, ਕਿਉਂਕਿ ਬਹੁਤ ਸਾਰਾ ਜਿਹੜਾ ਸਾਡਾ ਮਿਸ਼ਨਰੀ ਭਾਈਚਾਰਾ ਉਹਨਾਂ ਨੇ ਪ੍ਰੋਫੈਸਰ ਸਾਹਿਬ ਸਿੰਘ ਦੇ ਟੀਕੇ ਨੂੰ ਬਹੁਤ ਆਧਾਰ ਬਣਾ ਕੇ ਕੰਮ ਕੀਤਾ। ਤੋ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਟੀਕੇ ਵਿੱਚ ਕਿਹੜੀਆਂ ਚੀਜ਼ਾਂ ਨੇ? ਇੱਕ ਤਾਂ ਉਹਨਾਂ ਨੇ ਕਿਹਾ ਵੀ ਅਰਥਾਂ ਦੇ ਵਿੱਚ ਵੀ ਹਰ ਤੁਕ ਦਾ ਇੱਕੋ ਹੀ ਅਰਥ ਹੈ। ਪਹਿਲੀ ਜਿਹੜੀ ਨਿਰਮਲ ਪਰੰਪਰਾ ਸੀ ਉਹ ਇੱਕ ਤੁਕ ਦੇ ਕਈ ਅਰਥ ਮੰਨਦੇ ਸਨ, ਕਿਉਂਕਿ ਉਹ ਮੰਨਦੇ ਸਨ ਵੀ ਜਿਹੜਾ ਇਨਸਾਨੀ ਅਨੁਭਵ ਹੈ ਉਹ ਆਪਣੀ ਉਚਾਈ ਦੇ ਨਾਲ ਜਦੋਂ ਅਗਲੇ ਮੰਡਲਾਂ ਵਿੱਚ ਦਾਖਲ ਹੁੰਦਾ ਤਾਂ ਉਹਦਾ ਇਸ ਸੰਸਾਰ ਦੀ ਸੱਚਾਈ ਬਾਰੇ ਜਿਹੜਾ ਸਟੈਂਡ ਪੁਆਇੰਟ ਆ ਬਦਲ ਜਾਂਦਾ। ਇਸ ਕਰਕੇ ਉਹ ਕਹਿੰਦੇ ਵੀ ਇੱਕ ਤੁਕ ਦੇ ਕਈ ਅਰਥ ਹੋ ਸਕਦੇ। ਤਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕਿਹਾ ਵੀ ਇੱਕ ਤੁਕ ਦਾ ਇੱਕੋ ਹੀ ਅਰਥ ਹੋਏਗਾ। ਦੂਸਰਾ ਉਹਨਾਂ ਨੇ ਰਹਾਓ ਦਾ ਸਿਧਾਂਤ ਦਿੱਤਾ ਵੀ ਜਿਹੜੀ ਗੁਰਬਾਣੀ ਹੈ ਜਾਂ ਜਿਹੜਾ ਕੋਈ ਸ਼ਬਦ ਆ ਉਹਦੇ ਕੇਂਦਰ ਵਿੱਚ ਰਹਾਓ ਦੀ ਪੰਕਤੀ ਹੈ, ਜਿਹਦੇ ਵਿੱਚ ਸਾਰਾ ਉਸ ਸ਼ਬਦ ਦਾ ਟਰੁੱਥ ਜਿਹੜਾ ਉਹਦੇ ਵਿੱਚ ਪਿਆ ਹੋਇਆ, ਬਾਕੀ ਸਾਰੀਆਂ ਜਿਹੜੀਆਂ ਉਹਦੀਆਂ ਪੰਕਤੀਆਂ ਹਨ ਉਹ ਇਹਦੀ ਵਿਆਖਿਆ ਵਜੋਂ। ਸੋ ਉਹਨਾਂ ਨੇ ਜਿਹੜਾ ਇਹ ਸਿਧਾਂਤ ਰਹਾਓ ਦਾ ਦਿੱਤਾ, ਇਹਦੀ ਬਹੁਤ ਸਰਲ ਜੀ ਰਿਜੈਕਸ਼ਨ ਵੀ ਕੀਤੀ ਗਈ ਇੱਕ ਦੋ ਜਗ੍ਹਾ 'ਤੇ ਵੀ ਜੇ ਵੱਡੀਆਂ ਬਾਣੀਆਂ ਜਪਜੀ ਸਾਹਿਬ ਵਿੱਚ ਰਹਾਓ ਹੈਗਾ ਹੀ ਨਹੀਂ,
ਜਿਵੇਂ ਸੁਖਮਨੀ ਸਾਹਿਬ ਇੱਕੋ ਵਾਰੀ ਆਉਂਦਾ ਹੈ, ਜਾਂ ਹੋਰ ਕਈ ਬਾਣੀਆਂ ਵਿੱਚ ਵੀ ਸਾਰਾ ਰਹਾਓ ਨਾਲ ਨਹੀਂ ਸਿੱਧ ਕੀਤਾ ਜਾ ਸਕਦਾ ਵੀ ਰਹਾਓ ਜਿਹੜਾ ਉਹ ਗੁਰਬਾਣੀ ਦੀ ਕੇਂਦਰੀ ਚੂਲ ਆ। ਤੋ ਇਹ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਕੰਮ ਸੀਗਾ। ਫਿਰ ਉਹਨਾਂ ਨੇ ਜਿਹੜਾ ਇੱਕ ਐਸਟੈਬਲਿਸ਼ਡ ਕੀਤਾ ਟਰੁੱਥ, ਉਹ ਇਹ ਸੀ ਵੀ ਬਾਣੀ ਦਾ ਪਦਛੇਦ ਕਰਨਾ। ਤੋ ਬਾਣੀ ਦੇ ਪਦਛੇਦ ਕਰਨ ਦੀ ਜਿਹੜੀ ਰਵਾਇਤ ਪ੍ਰੋਫੈਸਰ ਸਾਹਿਬ ਸਿੰਘ ਜੀ ਤੋਂ ਚਾਲੂ ਹੋਈ। ਅਗਲਾ ਜਿਹੜਾ ਉਹਨਾਂ ਨੇ ਕੰਮ ਕੀਤਾ ਉਹ ਸੀਗਾ ਵੀ ਉਥਾਨਕਾ ਨੂੰ ਬਿਲਕੁਲ ਰਿਜੈਕਟ ਕਰਤਾ, ਭਾਵ ਕਿ ਗੁਰਬਾਣੀ ਦੇ ਸ਼ਬਦਾਂ ਦਾ ਇਤਿਹਾਸ ਨਾਲ ਜਾਂ ਸਾਖੀਆਂ ਨਾਲ ਕੋਈ ਸੰਬੰਧ ਨਹੀਂ। ਇਹਦੇ ਪਿੱਛੇ ਇੱਕ ਕਾਰਨ ਸੀਗਾ ਕਿ ਜਦੋਂ ਐਨਲਾਈਟਨਮੈਂਟ ਮੂਵਮੈਂਟ ਆਈ ਤਾਂ ਉਸ ਵੇਲੇ ਡੀਮਿਸਟੀਫਿਕੇਸ਼ਨ ਦੀ ਇੱਕ ਪ੍ਰਕਿਰਿਆ ਚੱਲੀ ਵੀ ਕੋਈ ਵੀ ਦੁਨੀਆ ਦਾ ਜਿਹੜਾ ਸੱਚ ਆ ਉਹ ਅਸੀਂ ਮਿਸਟੀਫਾਈਡ ਨਹੀਂ ਰਹਿਣ ਦੇਣਾ, ਉਹਦੇ ਆਲੇ ਦੁਆਲੇ ਜੁੜੀ ਹੋਈ ਜਿਹੜੀ ਮਿਸਟਰੀ ਉਹਨੂੰ ਖਤਮ ਕਰਨਾ। ਇਸ ਕਰਕੇ ਜਿਹੜੀ ਮਿੱਥ ਆ, ਮਿੱਥ ਦੀ ਰਿਜੈਕਸ਼ਨ ਹੋਈ, ਜਾਂ ਮਿੱਥ ਦੇ ਨਾਲ ਰਲਦੇ ਮਿਲਦੇ ਕਰੈਕਟਰ ਵਾਲੇ ਉਹ ਸਾਰੇ ਨੈਰੇਟਿਵਸ ਦੀ ਰਿਜੈਕਸ਼ਨ ਹੋਈ, ਅਤੇ ਸਾਇੰਟੀਫਿਕ ਹਿਸਟਰੀ ਜਿਹੜੀ ਆ, ਵਿਗਿਆਨਕ ਇਤਿਹਾਸ ਜਿਹੜਾ ਉਹ ਕੇਂਦਰ ਵਿੱਚ ਆਇਆ, ਜਿਹਨੂੰ ਹੀਗਲ ਨੇ ਸਿਸਟਮਟਾਈਜ਼ ਕੀਤਾ। ਤੋ ਜਿਹੜਾ ਇਹ ਸਾਇੰਟੀਫਿਕ ਇਤਿਹਾਸ ਸੀਗਾ, ਇਹਦੀ ਰੋਸ਼ਨੀ ਵਿੱਚ ਦੇਖਿਆ ਵੀ ਕੁਝ ਗੱਲਾਂ ਗੁਰੂ ਇਤਿਹਾਸ ਦੀਆਂ ਗੁਰਬਾਣੀ ਦੀ ਉਥਾਨਕਾ ਵਜੋਂ ਦਰਸਾਈਆਂ ਜਾ ਸਕਦੀਆਂ ਸੀ, ਪਰ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕਿਹਾ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਆ, ਇਹਨੂੰ ਕਿਉਂਕਿ ਉਹ ਮਾਰਟਿਨ ਲੂਥਰ ਵਾਲੀ ਧਾਰਨਾ 'ਤੇ ਕੰਮ ਕਰ ਰਹੇ ਸੀ ਵੀ ਇਹਦੀ ਵਿਆਖਿਆ ਜਾਂ ਤਾਂ ਅਸੀਂ ਇਹਦੇ ਵਿੱਚੋਂ ਹੀ ਕਰਨੀ ਹੈ, ਜਾਂ ਅਸੀਂ ਇਹਦੇ ਵਿਆਕਰਨ ਦੇ ਨਿਯਮਾਂ ਅਨੁਸਾਰ ਕਰਨੀ ਹੈ, ਇਹਦਾ ਇਤਿਹਾਸ ਨਾਲ ਕੋਈ ਸੰਬੰਧ ਨਹੀਂ। ਸੋ ਉਹਨਾਂ ਨੇ ਜਿਹੜਾ ਗੁਰਬਾਣੀ ਦੇ ਵਿਆਖਿਆ ਸਮੇਂ ਇਤਿਹਾਸ ਜਾਂ ਸਾਖੀਆਂ ਸੁਣਾਈਆਂ ਜਾਂਦੀਆਂ ਸੀਗੀਆਂ, ਇਹ 'ਤੇ ਪੱਕੀ ਲੀਕ ਮਾਰਤੀ, ਔਰ ਮਿਸ਼ਨਰੀ ਅੱਜ ਵੀ ਇੱਥੇ ਪਹਿਰਾ ਦੇ ਰਹੇ। ਵਿਚਾਰ ਅੱਛਾ, ਉਹਨਾਂ ਨੇ ਇਹ ਵੀ ਬਣਾਇਆ, ਇੱਕ ਉਹਨਾਂ ਨੇ ਬੜਾ ਇਹ ਵੀ ਜ਼ੋਰ ਲਾ ਕੇ ਕੰਮ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਸਵੈ ਵਿਰੋਧ ਨਹੀਂ ਹੈ। ਉਹਨਾਂ ਨੂੰ ਲੱਗਦਾ ਸੀ ਵੀ ਸ਼ਾਇਦ ਭਗਤ ਬਾਣੀ ਅਤੇ ਗੁਰਬਾਣੀ ਵਿੱਚ ਕੋਈ ਸਵੈ ਵਿਰੋਧ ਹੋਵੇ, ਇਸ ਕਰਕੇ ਉਹਨਾਂ ਨੇ ਇਹਨੂੰ ਸਪਸ਼ਟ ਕਰਨ ਲਈ ਬੜਾ ਜ਼ੋਰ ਲਾਇਆ ਵੀ ਭਗਤ ਬਾਣੀ ਅਤੇ ਗੁਰਬਾਣੀ ਵਿੱਚ ਕੋਈ ਸਵੈ ਵਿਰੋਧ ਨਹੀਂ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਬਾਣੀ ਵਿੱਚ ਕਈ ਜਗ੍ਹਾ 'ਤੇ ਗੁਰੂ ਸਾਹਿਬ ਦੇ ਸਲੋਕ ਅਤੇ ਸ਼ਬਦ ਦਰਜ ਆ, ਜਿਨ੍ਹਾਂ ਦੀ ਕੁਝ ਇੱਕ ਬੰਦਿਆਂ ਨੇ ਵਿਆਖਿਆ ਇਸ ਤਰ੍ਹਾਂ ਕੀਤੀ ਸੀ ਵੀ ਇੱਥੇ ਜਿਹੜੇ ਸਵੈ ਵਿਰੋਧ ਆ ਉਹਨਾਂ ਨੂੰ ਦਰੁਸਤ ਕਰਨ ਵਾਸਤੇ ਮਹਾਰਾਜ ਨੇ ਟਿੱਪਣੀ ਵਜੋਂ ਇਹ ਸ਼ਬਦ ਵਿੱਚ ਦਰਜ ਕੀਤੇ, ਜਿਵੇਂ ਫਰੀਦ ਸਾਹਿਬ ਦੇ ਸਲੋਕਾਂ 'ਚ ਆਉਂਦੇ ਮਹਾਰਾਜ ਦੇ ਸ਼ਬਦ ਸਲੋਕ ਆਉਂਦੇ। ਤਾਂ ਉਹਨਾਂ ਨੇ ਇਹਨੂੰ ਦੂਰ ਕੀਤਾ ਵੀ ਭਗਤ ਬਾਣੀ ਜਿਹੜੀ ਆ ਉਹਦੇ ਵਿੱਚ ਅਤੇ ਗੁਰਬਾਣੀ ਦੇ ਵਿੱਚ ਕੋਈ ਸਵੈ ਵਿਰੋਧ ਨਹੀਂ, ਅਤੇ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਸਵੈ ਵਿਰੋਧ ਨਹੀਂ ਆ। ਇਹਦੀ ਇੱਕ ਵਿਚਾਰ ਲੜੀ ਹੈ ਜਿਹੜੀ ਪਿਛਲੀ ਗੱਲ ਅਗਲੀ ਗੱਲ ਨਾਲ ਜੁੜਦੀ ਜਾਂਦੀ ਹੈ, ਅਤੇ ਇਹਦੀ ਇੱਕ ਸੰਗਲੀ ਬਣਦੀ ਹੈ। ਇਹ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬੜੇ ਜ਼ੋਰ ਨਾਲ ਕੰਮ ਕੀਤਾ। ਇਸ ਤੋਂ ਬਾਅਦ ਜਿਹੜੀ ਸਾਡੀ ਇਤਿਹਾਸਕਾਰੀ ਪਰੰਪਰਾ ਆ, ਉਹਦੇ ਵਿੱਚ ਕੁਝ ਤਬਦੀਲੀਆਂ ਆਈਆਂ ਕਿ ਅਸੀਂ ਵਿਗਿਆਨਕ ਇਤਿਹਾਸਕਾਰੀ ਵੱਲ ਝੁਕੇ। ਵਿਗਿਆਨਕ ਇਤਿਹਾਸਕਾਰੀ ਵਿੱਚ ਕੰਮ ਕਰਨ ਵਾਲੇ ਬੰਦਿਆਂ 'ਚ ਆਪਣੇ ਸੀਗੇ ਕਰਮ ਸਿੰਘ ਹਿਸਟੋਰੀਅਨ, ਜਿਹੜੇ ਕਹਿੰਦੇ ਸੀ ਵੀ ਤੱਥ ਜਿਹੜੇ ਖੋਜ ਕੇ ਲਿਖੇ ਜਾਣ। ਜਿਹੜਾ ਸੀਗਾ ਭਾਈ ਸੰਤੋਖ ਸਿੰਘ ਵਾਲਾ ਮਾਡਲ ਸੀਗਾ, ਉਹਦੀ ਰਿਜੈਕਸ਼ਨ ਹੋਈ, ਕਿਉਂਕਿ ਉਹਦੇ ਵਿੱਚ ਜਿਹੜੇ ਆ ਉਹ ਮਿਥਿਕ ਕਰੈਕਟਰਸ ਮਿਲਦੇ ਸੀ, ਜਿਹੜੇ ਮਿੱਥ ਵਾਲੇ ਕਰੈਕਟਰ ਉਹਦੇ ਵਿੱਚ ਮਿਲਦੇ ਸੀਗੇ। ਉਹਦੀ ਰਿਜੈਕਸ਼ਨ ਕਰਕੇ ਜਿਹੜਾ ਨਵਾਂ ਇਤਿਹਾਸ ਲਿਖਣ ਦੀ ਬੜੀ ਮਤਲਬ ਜਿਹੜੀ ਉਹ ਕੋਸ਼ਿਸ਼ ਕੀਤੀ ਗਈ। ਡਾਕਟਰ ਗੰਡਾ ਸਿੰਘ ਜੀ ਵੀ ਇਹਦੇ ਵਿੱਚ ਸ਼ਾਮਲ ਨੇ, ਹੋਰ ਇਤਿਹਾਸਕਾਰ ਨੇ ਜਿਨ੍ਹਾਂ ਨੇ ਇਤਿਹਾਸ ਨੂੰ ਵਿਗਿਆਨਕ ਲੀਹਾਂ 'ਤੇ ਲਿਖਣ ਦੀ ਜਿਹੜੀ ਕੋਸ਼ਿਸ਼ ਕੀਤੀ। ਤਾਂ ਇਹ ਵੀ ਇੱਕ ਆਧੁਨਿਕਤਾ ਦਾ ਪ੍ਰਭਾਵ ਸੀਗਾ। ਸਿੱਖਾਂ ਦੀ ਆਪਣੀਆਂ ਕੀ ਲੋੜਾਂ ਨੇ ਵਿਗਿਆਨ ਇਸ ਤਰ੍ਹਾਂ ਦਾ ਇਤਿਹਾਸ ਲਿਖਣ ਦੀਆਂ, ਇਹ ਆਉਣ ਵਾਲੇ ਸਮੇਂ ਵਿੱਚ ਵਿਚਾਰਿਆ ਜਾਵੇਗਾ। ਤਾਂ ਇੱਕ ਜਿਹੜੀ ਹੋਰ ਚੀਜ਼ ਸੀਗੀ, ਇਸ ਸਮੇਂ ਵਿੱਚ ਮਰਿਆਦਾ 'ਤੇ ਜ਼ੋਰ ਵਧਿਆ, ਜਿਹੜੀ ਖਾਸ ਤੌਰ 'ਤੇ ਸਿੰਘ ਸਭਾ ਦੇ ਵਿੱਚ ਇਹ ਬਹੁਤ ਯਤਨ ਸੀ ਕੀਤਾ ਗਿਆ ਕਿ ਜਿਹੜੀ ਐਥਿਕਸ ਆ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿਉਂਕਿ ਸਿੰਘ ਸਭਾ ਮੂਵਮੈਂਟ ਜਿਹੜੀ ਬੇਸਿਕਲੀ ਸੁਧਾਰਵਾਦੀ ਮੂਵਮੈਂਟ ਹੈ। ਮੈਂ ਲਾਸਟ 2-4 ਮਿੰਟ ਲਾਉਣੇ। ਸੋ ਬੇਸਿਕਲੀ ਸੁਧਾਰਵਾਦੀ ਮੂਵਮੈਂਟ ਸੀ ਸਿੰਘ ਸਭਾ ਮੂਵਮੈਂਟ। ਉਹਦੇ ਵਿੱਚ ਉਹਨਾਂ ਨੇ ਦੇਖਿਆ ਵੀ ਜਿਹੜਾ ਸਿੱਖਾਂ ਦਾ ਕਰੈਕਟਰ ਆ ਉਹ ਡਿੱਗ ਗਿਆ, ਉਹ ਆਪਣੀ ਉਚਾਈ ਤੋਂ ਥੱਲੇ ਆ ਗਿਆ, ਔਰ ਇਹ ਸੱਚ ਵੀ ਹੈ, ਉਸ ਵੇਲੇ ਡਿੱਗ ਵੀ ਗਿਆ। ਬੇਸਿਕਲੀ ਤਾਂ ਉਹਨਾਂ ਨੂੰ ਦਰਦ ਇਹ ਸੀ ਵੀ ਸਿੱਖਾਂ ਦਾ ਰਾਜ ਗਵਾਚ ਗਿਆ, ਪਰ ਉਹਨਾਂ ਨੇ ਜਦੋਂ ਰਾਜ ਗਵਾਚਣ ਦੇ ਕਾਰਨ ਲੱਭਣੇ ਸ਼ੁਰੂ ਕੀਤੇ ਤਾਂ ਉਹਨਾਂ ਨੂੰ ਨੈਤਿਕਤਾ ਵਿੱਚ ਦਿਸੇ। ਨੈਤਿਕਤਾ ਉਹਨਾਂ ਨੂੰ ਲੱਗਾ ਵੀ ਨੈਤਿਕ ਤੌਰ 'ਤੇ ਸਿੱਖ ਡਿਗੇ ਹੋਏ ਆ, ਇਸ ਕਰਕੇ ਮਹਾਰਾਜ ਦੀ ਇਹਨਾਂ ਨੂੰ ਮਿਹਰ ਨਹੀਂ ਪ੍ਰਾਪਤ ਹੋ ਰਹੀ ਅਤੇ ਇਹਨਾਂ ਦਾ ਰਾਜ ਭਾਗ ਖੁੱਸ ਗਿਆ। ਅਤੇ ਨੈਤਿਕਤਾ ਦੀ ਜਿਹੜੀ ਲੋੜ ਆ ਉਹਦੇ ਵਿੱਚੋਂ ਉਹਨਾਂ ਨੇ ਮਰਿਆਦਾ ਵੱਲ ਨੂੰ ਮੋੜਾ ਕੱਟਿਆ, ਅਤੇ ਉਹ ਜਿਹੜੀ ਮਰਿਆਦਾ ਆ ਫਿਰ ਉਹਦਾ ਇੱਕ ਆਪਣਾ ਮਸਲਾ ਬਣ ਗਿਆ ਵੀ ਕਿਹੜੀ ਮਰਿਆਦਾ ਮੰਨੀ ਜਾਵੇ। ਜਿਹੜੇ ਰਹਿਤਨਾਮੇ ਆ ਉਹਨਾਂ ਦੇ ਵਿੱਚ ਬਹੁਤ ਕੁਛ ਗਲਤ ਮਲ ਸੀਗਾ। ਫਿਰ ਮਰਿਆਦਾ ਦੇ ਉੱਤੇ ਲੰਮੀ ਇੱਕ ਬਹਿਸ ਚੱਲੀ, ਜਿਹਨੂੰ ਸ਼੍ਰੋਮਣੀ ਕਮੇਟੀ ਨੇ ਛਾਪਿਆ ਵੀ ਅਜੇ ਤੱਕ ਵੀ ਮਰਿਆਦਾ ਵਾਲਾ ਜਿਹੜਾ ਮਸਲਾ ਪੂਰੇ ਤੌਰ 'ਤੇ ਹੱਲ ਨਹੀਂ ਹੋਇਆ। ਔਰ ਪੰਥ ਦੇ ਵਿੱਚ ਜਿਹੜੀ ਮਰਿਆਦਾ ਆ ਉਹ ਤੋਂ ਬਹੁਤ ਸਾਰੀਆਂ ਮੰਡੀਆਂ ਪੈ ਗਈਆਂ, ਕਿਉਂਕਿ ਮਰਿਆਦਾ ਜਿਹੜੀ ਆ ਉਹ ਇੱਕ ਕੌਨਸ਼ੀਅਸ ਸਬਜੈਕਟ ਬਣ ਗਈ ਸਾਡੇ ਲਈ। ਅਸੀਂ ਮਰਿਆਦਾ ਬਾਰੇ ਸੋਚਣ ਲੱਗ ਗਏ ਵੀ ਸਾਡੀ ਮਰਿਆਦਾ ਕੀ ਹੈ। ਡੇਰੇਦਾਰ ਜਿਹੜੇ ਨੇ ਉਹਨਾਂ ਨੇ ਚਲਾਕੀ ਕਰਕੇ ਹਰ ਡੇਰੇ ਦੇ ਆਪਣੀ ਮਰਿਆਦਾ ਥੋੜ੍ਹੀ ਜਿਹੀ ਰਹਿ ਰਸ ਚੇਂਜ ਕਰ ਲਈ,
ਥੋੜ੍ਹਾ ਜਿਹਾ ਪਹਿਰਾਵੇ 'ਚ ਚੇਂਜ ਕਰ ਲਈ, ਥੋੜ੍ਹੀ ਜਿਹੀ ਖਾਣ ਪੀਣ 'ਚ ਚੇਂਜ ਕਰ ਲਈ, ਤਾਂ ਉਹਦੇ ਨਾਲ ਉਹਨਾਂ ਨੇ ਆਪਣੀ ਇੱਕ ਵੱਖਰੀ ਆਇਡੈਂਟੀਟੀ ਬਣਾਉਣ ਲਈ, ਜਿਹੜੀ ਕਲਚਰਲ ਆਇਡੈਂਟੀਟੀ ਬਣਾਉਣ ਲਈ ਉਹਨਾਂ ਨੇ ਇੱਕ ਚਲਾਕੀ ਕਰ ਲਈ, ਜਿਹਦੇ ਨਾਲ ਪੰਥ ਵਿੱਚ ਹੋਰ ਬਖੇੜਾ ਵੱਧ ਗਿਆ। ਸੋ ਇਹਦੇ ਪਿੱਛੇ ਜਿਹੜੀ ਭਾਵਨਾ ਕੰਮ ਕਰਦੀ ਮਹਿਸੂਸ ਹੁੰਦੀ ਆ, ਉਹ ਇਹ ਹੈ ਕਿ ਇਹ ਸਾਰਾ ਕੁਝ ਆਧੁਨਿਕਤਾ ਨਾਲ ਆਇਆ ਔਰ ਇਹਦੇ ਨਾਲ ਸਾਡੀ ਜਿਹੜੀ ਸ਼ਕਤੀ ਆ ਉਹ ਡਾਇਵਰਟ ਹੋਈ ਆ। ਅਸੀਂ ਨੌਨਸੈਂਸ ਕਿਸਮ ਦੇ ਮੁੱਦੇ ਆਪ ਹੀ ਪੈਦਾ ਕੀਤੇ, ਫਿਰ ਉਹਨਾਂ ਨੂੰ ਹੱਲ ਕਰਨ ਲਈ ਆਪਣੀ ਬਹੁਤ ਸਾਰੀ ਸ਼ਕਤੀ ਖਰਚ ਕੀਤੀ। ਇਹ ਵੀ ਇੱਕ ਮਾਡਰਨਿਟੀ ਦਾ ਪ੍ਰੋਜੈਕਟ ਸੀਗਾ ਜਿਹਦੇ ਵਿੱਚੋਂ ਇਹ ਸਾਰਾ ਕੁਝ ਹੋ ਰਿਹਾ ਸੀਗਾ। ਸੋ ਹੋਰ ਵੀ ਬਹੁਤ ਸਾਰੀਆਂ ਗੱਲਾਂ ਆਉਣ ਵਾਲੇ ਸਮੇਂ ਵਿੱਚ ਕੀਤੀਆਂ ਜਾਣਗੀਆਂ, ਕਿਉਂਕਿ ਇਹ ਇੰਟਰੋਡਕਟਰੀ ਲੈਵਲ ਦਾ ਸੀਗਾ, ਇਸ ਕਰਕੇ ਬਹੁਤ ਸਾਰੇ ਗੈਪਸ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਕੁਝ ਗੱਲਾਂ ਨੂੰ ਸਪਸ਼ਟ ਕਰਨ ਲਈ ਅਜੇ ਹੋਰ ਯਤਨ ਕਰਨ ਦੀ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।